ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਆਪਣਾ ਅਲਾਣੀਆਂ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 3 ਸ਼ਬਦਾਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਜਿਸ ਪਾਵਨ ਸ਼ਬਦ ਦੀ ਵਿਚਾਰ ਸਾਂਝੀ ਕਰ ਰਹੇ ਹਾਂ, ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਵਡਹੰਸ ਰਾਗ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 581 ਤੇ ਅੰਕਿਤ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਲਾਣੀਆਂ ਦਾ ਪਾਠ ਕਰੀਬ ਕਿਸੇ ਦੀ ਮੌਤ ਵਾਲੇ ਦਿਨ ਕਰਦੇ ਨੇ ਲੋਕ ਗੁਰਦੁਆਰਾ ਸਾਹਿਬ ਵਿਖੇ ਆ ਕੇ। ਅੰਤਿਮ ਸੰਸਕਾਰ ਤੋਂ ਬਾਅਦ ਬਿਨਾਂ ਸ਼ੱਕ ਤੋਂ ਜੋ ਰਹਿਤ ਮਰਿਆਦਾ ਹੈ ਉਹਦੇ ਵਿੱਚ ਇਸ ਤੇ ਪਾਠ ਕਰਨ ਦੀ ਮਰਿਆਦਾ ਨਹੀਂ, ਲੇਕਿਨ ਹਰ ਪ੍ਰਾਣੀ ਦੇ ਅੰਤਿਮ ਸੰਸਕਾਰ ਤੋਂ ਬਾਅਦ ਅਲਾਣੀਆਂ ਦਾ ਪਾਠ ਕਰੀਬ ਗੁਰਦੁਆਰਾ ਸਾਹਿਬ ਕੀਤਾ ਜਾਂਦਾ ਹੈ। ਕਿਉਂਕਿ ਪੁਰਾਤਨ ਸਮੇਂ ਵਿੱਚ ਵੀ ਅੱਜ ਵੀ ਬਹੁਤ ਸਾਰੇ ਲੋਕ ਕਿਸੇ ਦੇ ਚਲਾਣਾ ਕਰਨ ਤੋਂ ਬਾਅਦ ਰੋਂਦੇ ਔਰ ਕੁਰਲਾਉਂਦੇ ਨੇ। ਜੇ ਅਸੀਂ ਕੁਝ ਸਮਾਂ ਪਿੱਛੇ ਚਲੇ ਜਾਈਏ ਤਾਂ ਉਦੋਂ ਤਾਂ ਬਹੁਤ ਸਾਰੇ ਵੈਣ ਪਾਉਣ ਦੀ ਰਸਮ ਸੀ, ਮਕਾਨਾਂ ਆਉਂਦੀਆਂ ਸਨ ਤੇ ਉਹਨਾਂ ਮਕਾਨਾਂ ਦੇ ਵਿੱਚ ਬਹੁਤ ਸਾਰੀਆਂ ਸਪੈਸ਼ਲ ਬੀਬੀਆਂ ਹੁੰਦੀਆਂ ਸਨ, ਜਿਹੜੀਆਂ ਕਿ ਅੱਗੇ ਵੈਣ ਪਾਉਂਦੀਆਂ ਸਨ ਤੇ ਪਿੱਛੇ ਬਾਕੀ ਸਾਰੀਆਂ ਪਰਿਵਾਰਕ ਰਿਸ਼ਤੇਦਾਰ ਬੀਬੀਆਂ ਮਿਲ ਕੇ ਵੈਣ ਪਾਉਂਦੀਆਂ ਔਰ ਰੋਂਦੀਆਂ ਸਨ। ਤਾਂ ਗੁਰੂ ਪਾਤਸ਼ਾਹ ਜੀ ਨੇ ਇਸ ਰੋਣੇ ਕੁਰਲਾਣੇ ਨੂੰ ਠੀਕ ਨਾ ਸਮਝਦਿਆਂ ਹੋਇਆਂ ਸੰਸਾਰ ਨੂੰ ਇੱਕ ਸੇਧ ਦਿੱਤੀ ਹੈ ਸੱਚਾਈ ਦੀ, ਯੂਨੀਵਰਸਲ ਟਰੁੱਥ ਨੂੰ ਸਮਝਣ ਦੀ, ਕਿ ਆਉਣਾ ਔਰ ਜਾਣਾ ਇਹ ਰੱਬੀ ਹੁਕਮ ਹੈ, ਇੱਕ ਨਿਯਮ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇਂ ਭਾਗ। ਕਿ ਜਨਮ ਔਰ ਜੀਵਨ, ਜਨਮ ਔਰ ਮੌਤ, ਇਹਨਾਂ ਤੋਂ ਬਿਨਾਂ ਸੰਸਾਰ ਚੱਲ ਨਹੀਂ ਸਕਦਾ। ਜੇ ਇਕੱਲਾ ਜਨਮ ਹੀ ਹੋਵੇ, ਮੌਤ ਨਾ ਹੋਵੇ, ਤਾਂ ਇਹ ਸੰਸਾਰ ਚੱਲ ਹੀ ਨਹੀਂ ਸਕਦਾ। ਕਿਉਂਕਿ ਹਰ ਰੋਜ਼ ਨਵੇਂ ਬੱਚੇ ਪੈਦਾ ਹੋਣ, ਪਸ਼ੂ ਪੰਛੀ ਪੈਦਾ ਹੋਣ, ਜੀਵ ਜੰਤ ਪੈਦਾ ਹੋਣ, ਵਨਸਪਤੀ ਪੈਦਾ ਹੋਵੇ, ਮਰੇ ਕੋਈ ਵੀ ਨਾ, ਤਾਂ ਦੁਨੀਆ ਤੇ ਕੁਰਬਲ ਹੋ ਜਾਏਗੀ। ਬਹਿਣਾ ਤੱਕ ਇੱਕ ਸਾਹ ਲੈਣ ਲਈ ਵੀ ਜਗ੍ਹਾ ਨਹੀਂ ਬਚੇਗੀ, ਸੰਸਾਰ ਨਹੀਂ ਚੱਲ ਸਕਦਾ। ਮੌਤ ਵੀ ਜ਼ਰੂਰੀ ਹੈ ਕਿ ਜੇ ਕੇਵਲ ਮੌਤ ਹੋਵੇ, ਜਨਮ ਨਾ ਹੋਵੇ, ਤਾਂ ਵੀ ਇਹ ਸੰਸਾਰ ਨਹੀਂ ਚੱਲੇਗਾ। ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਮਰਦਾ ਜਾਏ, ਨਵਾਂ ਜਨਮ ਨਾ ਹੋਵੇ ਤਾਂ ਸੰਸਾਰ ਖਤਮ ਹੋ ਜਾਏਗਾ। ਇਸ ਲਈ ਰੱਬੀ ਸਿਸਟਮ ਦੇ ਅੰਦਰ, ਰੱਬ ਦੀ ਰਜ਼ਾ ਦੇ ਅੰਦਰ ਜਨਮ ਔਰ ਮੌਤ ਦੋਵੇਂ ਜ਼ਰੂਰੀ ਨੇ। ਤਾਂ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ ਹੈ ਕਿ ਐਸੇ ਰੋਣੇ ਕਰਲਾਣੇ, ਵੈਣਾ ਆਦਿਕ ਨੂੰ ਛੱਡ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ, ਰੱਬੀ ਸਿਫਤ ਸਲਾਹ ਔਰ ਜ਼ਿੰਦਗੀ ਕਿਵੇਂ ਜੀਣੀ ਹੈ, ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਵੈਲਿਊ ਜੀਵਨ ਦੀ ਨਹੀਂ ਹੈ, ਕਦਰ ਜਾਂ ਅਹਿਮੀਅਤ ਜੀਵਨ ਦੀ ਨਹੀਂ ਹੈ, ਜੀਵਨ ਜੀਣ ਦੇ ਢੰਗ ਦੀ ਹੈ। ਕੋਈ ਜ਼ਿੰਦਗੀ ਕਿਵੇਂ ਜੀਵੇਗਾ, ਮਹਾਨਤਾ ਇਸ ਚੀਜ਼ ਦੀ ਹੈ। ਕੁਝ ਲੋਕ ਇਸ ਤਰ੍ਹਾਂ ਜਿਉਂਦੇ ਹਨ ਕਿ ਉਹਨਾਂ ਦੇ ਜਿਉਣ ਕਰਕੇ ਸ਼ਮਸ਼ਾਨ ਭੂਮੀ ਦੇ ਦਰਸ਼ਨ ਹੋ ਜਾਂਦੇ ਨੇ, ਤੇ ਕੁਝ ਲੋਕ ਇਸ ਤਰ੍ਹਾਂ ਮਰਦੇ ਨੇ ਕਿ ਉਹਨਾਂ ਦੀ ਮੌਤ ਵੀ ਨਵੀਂ ਜ਼ਿੰਦਗੀ ਦੇ ਜਾਂਦੀ ਹੈ, ਉਹਨਾਂ ਦੀ ਮੌਤ ਵੀ ਸਫਲੀ ਹੋ ਜਾਂਦੀ ਹੈ। ਇਸ ਲਈ ਜੀਵਨ ਜੀਣਾ ਕਿਵੇਂ ਹੈ, ਮਹਾਨਤਾ ਉਸ ਚੀਜ਼ ਦੀ ਹੈ। ਤਾਂ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਵਡਹੰਸ ਮਹਿਲਾ ਪਹਿਲਾ। ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ। ਸਿਰਜ ਦਾ ਮਤਲਬ ਸਿਰਜ ਕੇ, ਪੈਦਾ ਕਰਕੇ। ਸਮਾਇਆ ਦਾ ਮਤਲਬ ਆਪਣੇ ਵਿੱਚ ਲੀਨ ਕਰ ਲਿਆ, ਯਾਨੀ ਇਹਨੂੰ ਖਤਮ ਕਰ ਦੇਣਾ। ਜਾਣੋਵਾ ਦਾ ਮਤਲਬ ਜਾਣੋ, ਸਮਝੋ ਜਾਂ ਉਹਨੂੰ ਸਮਝ। ਕੁਦਰਤ ਦੇ ਤੱਤੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਕੁਦਰਤ ਵਿੱਚ। ਤਾਂ ਜਿਸ ਮਾਲਕ ਨੇ ਜਗਤ ਪੈਦਾ ਕੀਤਾ ਹੈ, ਜੋ ਇਹਨੂੰ ਆਪਣੇ ਵਿੱਚ ਲੀਨ ਕਰਨ ਦੀ ਤਾਕਤ ਰੱਖਦਾ ਹੈ, ਯਾਨੀ ਸਮਾਪਤ ਕਰਨ ਦੀ ਤਾਕਤ ਰੱਖਦਾ ਹੈ, ਉਸ ਮਾਲਕ ਨੂੰ ਕੁਦਰਤ ਵਿੱਚ ਸਮਝ, ਯਾਨੀ ਜਿਸ ਦੇ ਹੁਕਮ ਦੇ ਅੰਦਰ ਉਤਪत्ति ਔਰ ਲੈਤਾ ਹੈ, ਸਿਰਜਣਾ ਔਰ ਉਹਨੂੰ ਖਤਮ ਕਰਨਾ, ਉਸ ਸਾਹਿਬ ਨੂੰ ਕੁਦਰਤ ਦੇ ਅੰਦਰ ਜਾਣੋਵਾ ਦਾ ਮਤਲਬ ਜਾਣੋ, ਸਮਝੋ। ਇਸ ਕੁਦਰਤ ਦੇ ਵਿੱਚ ਉਹਨੂੰ ਵੇਖੋ।
ਤਾਂ ਜ਼ਿੰਦਗੀ ਸਫਲ ਹੋ ਸਕਦੀ ਹੈ। ਦੇਖੋ, ਜੇ ਇਹ ਜਿਹੜੀ ਕੁਦਰਤ ਹੈ, ਸੰਸਾਰ ਹੈ, ਇਸ ਕੁਦਰਤ ਦੇ ਅੰਦਰ ਵਸਦੇ ਪ੍ਰਭੂ ਨੂੰ ਵੇਖਿਆ ਜਾਏ, ਇਸ ਕੁਦਰਤ ਨੂੰ ਰੱਬ ਦਾ ਰੂਪ ਕਰਕੇ ਜਾਣਿਆ ਜਾਏ, ਤਾਂ ਸਾਡਾ ਮਿਲਵਰਤਨ, ਸਾਡਾ ਜੀਣਾ, ਸਾਡੀ ਸੋਚ ਬਿਲਕੁਲ ਬਦਲ ਜਾਏਗੀ। ਹਰ ਇਨਸਾਨ ਦੇ ਅੰਦਰ ਜਦੋਂ ਅਸੀਂ ਰੱਬ ਨੂੰ ਵੇਖਾਂਗੇ, ਰੱਬ ਦਾ ਰੂਪ ਸਮਝਾਂਗੇ, ਤਾਂ ਹਰ ਇਨਸਾਨ ਵਾਸਤੇ ਸਾਡੇ ਬੋਲ, ਸਾਡਾ ਵਿਹਾਰ, ਸਾਡਾ ਸੋਚਣਾ, ਇਹਦੇ ਅੰਦਰ ਚੇਂਜਿੰਗ ਆਏਗੀ। ਜਦੋਂ ਮੈਂ ਆਪਣੇ ਅੰਦਰ ਉਸ ਪ੍ਰਭੂ ਨੂੰ ਵੇਖਾਂਗਾ, ਉਹਦੇ ਗੁਣਾਂ ਨੂੰ ਵੇਖਾਂਗਾ, ਤਾਂ ਮੇਰੀ ਸੋਚ, ਮੇਰਾ ਵਿਹਾਰ, ਸਭ ਕੁਝ ਬਦਲ ਜਾਏਗਾ। ਇਸ ਲਈ ਉਸ ਰੱਬ ਨੂੰ ਇਸ ਕੁਦਰਤ ਤੋਂ ਵੱਖਰਾ ਨਾ ਜਾਣੋ। ਉਹ ਇਸ ਕੁਦਰਤ ਤੋਂ ਵੱਖਰਾ ਨਹੀਂ ਹੈ, ਇਸ ਕੁਦਰਤ ਦੇ ਵਿੱਚ ਹੈ, ਔਰ ਅਸਲ ਦੇ ਅੰਦਰ ਇਹ ਕੁਦਰਤ ਉਸੇ ਦਾ ਹੀ ਰੂਪ ਹੈ। ਧੰਨ ਗੁਰੂ ਅਮਰਦਾਸ ਜੀ ਦਾ ਪਾਵਨ ਬਚਨ ਹੈ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰੂ ਜੀ ਕਹਿੰਦੇ ਹਨ, ਜੋ ਦਿਸ ਹੈ ਸੋ ਤੇਰਾ ਰੂਪ, ਕਿ ਜੋ ਕੁਛ ਵੀ ਦਿਸ ਰਿਹਾ ਹੈ ਪ੍ਰਭੂ, ਇਹ ਤੇਰਾ ਰੂਪ ਹੈ। ਤਾਂ ਗੁਰੂ ਜੀ ਕਹਿੰਦੇ ਹਨ, ਇਸ ਕੁਦਰਤ ਦੇ ਵਿੱਚੋਂ ਉਸ ਰੱਬ ਨੂੰ ਵੱਖਰਾ ਨਾ ਵੇਖ, ਇਸ ਕੁਦਰਤ ਦੇ ਅੰਦਰ ਉਸ ਰੱਬ ਨੂੰ ਜਾਣ, ਜਿਸ ਰੱਬ ਨੇ ਉਤਪਤੀ ਔਰ ਲੈਤਾ ਆਪਣੇ ਹੱਥ ਵਿੱਚ ਰੱਖੀ ਹੈ, ਜਿਹਦੇ ਹੁਕਮ ਦੇ ਅੰਦਰ ਜਨਮ ਔਰ ਮਰਨ ਹੈ। ਗੁਰੂ ਜੀ ਕਹਿੰਦੇ ਹਨ, ਸੱਚੜਾ ਦੂਰ ਨਾ ਭਾਲੀਏ। ਭਾਲੀਏ ਦਾ ਮਤਲਬ ਵੇਖੀਏ, ਲੱਭੀਏ। ਘੱਟ ਘੱਟ ਸ਼ਬਦ ਪਛਾਣੋਵਾ। ਸ਼ਬਦ ਪਛਾਣੋਵਾ ਦਾ ਮਤਲਬ ਉਸ ਪਰਮਾਤਮਾ ਦਾ ਸ਼ਬਦ ਪਛਾਣ। ਇੱਥੇ ਸ਼ਬਦ ਦਾ ਮਤਲਬ ਹੈ ਹੁਕਮ। ਸਦਾ ਥਿਰ ਰਹਿਣ ਵਾਲੇ ਰੱਬ ਨੂੰ ਉਹਦੀ ਰਜੀ ਕੁਦਰਤ ਤੋਂ ਕਿਸੇ ਹੋਰ ਥਾਂ ਲੱਭਣ ਦਾ ਯਤਨ ਨਾ ਕਰ। ਸੱਚੜਾ ਦੂਰ ਨਾ ਭਾਲੀਏ। ਭਾਲੀਏ ਦਾ ਮਤਲਬ ਲੱਭਣ ਦਾ ਯਤਨ ਨਾ ਕਰੀਏ, ਕਿ ਕੁਦਰਤ ਤੋਂ ਬਾਹਰ ਉਹਨੂੰ ਵੇਖੀਏ, ਕੁਦਰਤ ਤੋਂ ਬਾਹਰ ਉਹਨੂੰ ਵੇਖਣ ਜਾਈਏ। ਐਸਾ ਯਤਨ ਨਾ ਕਰ, ਉਹਨੂੰ ਕੁਦਰਤ ਦੇ ਅੰਦਰ ਵੇਖ, ਹਰ ਜੀਵ ਜੰਤ ਦੇ ਅੰਦਰ ਵੇਖ, ਹਰ ਥਾਂ ਦੇ ਉੱਤੇ ਉਹ ਸਮਾਇਆ ਹੋਇਆ ਹੈ। ਜਦੋਂ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ, ਤਾਂ 35 ਦੇ 35 ਮਹਾਂਪੁਰਖ ਇੱਕੋ ਆਵਾਜ਼ ਦੇ ਅੰਦਰ ਕਹਿ ਰਹੇ ਹਨ ਕਿ ਰੱਬ ਜਗਤ ਦੇ ਜ਼ਰਰੇ ਜ਼ਰਰੇ ਅੰਦਰ ਸਮਾਇਆ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ, ਜਾਂ ਸਭ ਮੈਂ ਜੋ ਜੋ ਤੈ ਸੋਏ, ਜਾਂ ਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਜਾਂ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਹਨ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਿਕ, ਤੂਰ ਰਹਿਓ ਸਰਬ। ਤਾਂ ਉਹਨੂੰ ਬਾਹਰ ਲੱਭਣ ਦਾ ਯਤਨ ਨਾ ਕਰ ਕਿ ਉਹ ਕਿਤੇ ਬਾਹਰ ਹੈ, ਉਹ ਕਿਤੇ ਦੂਰ ਹੈ, ਉੱਤੇ ਸਵਰਗ ਵਿੱਚ ਬੈਠਾ ਹੈ, ਕਿਤੇ ਜੰਨਤ ਵਿੱਚ ਬੈਠਾ ਹੈ, ਜਾਂ ਕਿਤੇ ਬੈਕੁੰਠ ਵਿੱਚ ਵੱਖਰਾ ਬੈਠਾ ਹੈ, ਜਾਂ ਜਿਵੇਂ ਅੱਜ ਕੱਲ੍ਹ ਸਾਡੇ ਬਾਬੇ, ਜਾਂ ਅਸੀਂ ਵੀ ਕਹਿੰਦੇ ਹਾਂ ਕਿ ਸੱਚਖੰਡ ਵਿੱਚ ਬੈਠਾ, ਤਾਂ ਉਹ ਕਿਤੇ ਵੱਖਰੇ ਸੱਚਖੰਡ ਵਿੱਚ ਨਹੀਂ ਬੈਠਾ, ਉਹਦਾ ਕੋਈ ਵੱਖਰਾ ਦੇਸ਼ ਨਹੀਂ ਹੈ। ਇਹ ਕੁਦਰਤ ਉਸੇ ਦਾ ਰੂਪ ਹੈ, ਔਰ ਕੁਦਰਤ ਕਰਕੇ ਆਪ ਕੁਦਰਤ ਦੇ ਅੰਦਰ ਵਸਿਆ ਹੈ। ਇਸ ਗੱਲ ਨੂੰ ਸਮਝ, ਬਾਹਰ ਨਾ ਲੱਭ। ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਾਲੀ ਅਵਸਥਾ। ਘੱਟ ਘੱਟ ਹਰ ਹਿਰਦੇ ਵਿੱਚ, ਹਰ ਸਰੀਰ ਵਿੱਚ ਸ਼ਬਦ ਪਛਾਣੋਆ ਦਾ ਮਤਲਬ ਉਸ ਪ੍ਰਭੂ ਦਾ ਹੁਕਮ ਵਰਤਦਾ ਹੋਇਆ ਪਛਾਣ। ਹਰ ਹਿਰਦੇ ਦੇ ਅੰਦਰ ਉਹਦਾ ਹੁਕਮ ਵਰਤ ਰਿਹਾ ਹੈ, ਹਰ ਸਰੀਰ ਵਿੱਚ ਉਹਦਾ ਹੁਕਮ ਵਰਤ ਰਿਹਾ ਹੈ। ਯਾਨੀ ਹਰ ਸਰੀਰ, ਹਰ ਜ਼ਰਰਾ ਰੱਬੀ ਹੁਕਮ ਦੇ ਵਿੱਚ ਹੈ। ਹੁਕਮ ਦਾ ਮਤਲਬ ਸਿਸਟਮ। ਸਾਡਾ ਸਾਰਾ ਸਰੀਰ ਕਿਸੇ ਸਿਸਟਮ ਦੇ ਅਧੀਨ ਕੰਮ ਕਰ ਰਿਹਾ ਹੈ। ਅਸੀਂ ਬੋਲ ਰਹੇ ਹਾਂ, ਵੇਖ ਰਹੇ ਹਾਂ, ਚੱਲ ਰਹੇ ਹਾਂ, ਸੋਚ ਰਹੇ ਹਾਂ। ਸਿਸਟਮ ਦੇ ਅੰਦਰ ਜਦੋਂ ਵੀ ਕਿਤੇ ਗੜਬੜ ਹੋਏਗੀ ਤਾਂ ਸਰੀਰਕ ਰੋਗ ਪੈਦਾ ਹੋਏਗਾ, ਬੋਲਣਾ ਚੱਲਣਾ ਦਾ ਸਾਰਾ ਅਸਤ ਵਿਅਸਤ ਹੋ ਜਾਏਗਾ। ਧਰਤੀ ਹੈ, ਚੰਦਰਮਾ ਹੈ, ਸੂਰਜ, ਗ੍ਰਹਿ, ਨਕਸ਼ਤਰ ਨੇ, ਆਕਾਸ਼ ਗੰਗਾਵਾਂ ਨੇ, ਇਹ ਸਭ ਕਿਸੇ ਹੁਕਮ ਸਿਸਟਮ ਦੇ ਅੰਦਰ ਚੱਲ ਰਹੀਆਂ ਨੇ। ਤਾਂ ਹਰ ਸਰੀਰ ਉਸ ਰੱਬੀ ਰਜ਼ਾ ਦੇ ਅੰਦਰ ਹੈ। ਤਾਂ ਆਪਣੇ ਅੰਦਰ ਉਹਦੇ ਹੁਕਮ ਨੂੰ ਵੇਖ ਕੇ ਮੈਂ ਉਹਦੇ ਹੁਕਮ ਦੇ ਵਿੱਚ ਹਾਂ, ਭਾਵ ਕਿ ਰੱਬੀ ਹੁਕਮ ਦੇ ਅੰਦਰ ਰਹਿਣ ਦਾ ਯਤਨ ਕਰ, ਤੇਰਾ ਜੀਵਨ ਸਫਲਾ ਹੋ ਜਾਏ। ਔਰ ਹਕੀਕਤ ਹੈ, ਜੇ ਹਰ ਇਨਸਾਨ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਜੀਵੇ ਤਾਂ ਬੜਾ ਸੌਖਾ ਹੋ ਸਕਦਾ ਹੈ। ਹੁਣ ਜੇ ਅਸੀਂ ਇਹ ਕਹੀਏ ਕਿ ਹੁਕਮ ਕੀ ਹੈ, ਦੇਖੋ ਲਾ ਆਫ ਨੇਚਰ, ਕੁਦਰਤ ਦੇ ਜੋ ਨਿਯਮ ਨੇ, ਇਹ ਸਭ ਹੁਕਮ ਹੀ ਹੈ। ਪਰ ਜੇ ਅਸੀਂ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਨਾ, ਜ਼ਿੰਦਗੀ ਜੀਣ ਲਈ ਬਹੁਤ ਲੰਬੇ ਚੌੜੇ ਚੱਕਰ ਵਿੱਚ ਨਾ ਪੈ ਕੇ ਅਸੀਂ ਬਿਲਕੁਲ ਸੌਖੇ ਢੰਗ ਨਾਲ ਸਮਝਣਾ ਹੋਵੇ,
ਤਾਂ ਅਸੀਂ ਕਹਿ ਸਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅਨੁਸਾਰ ਜ਼ਿੰਦਗੀ ਜੀਣੀ ਹੀ ਰੱਬੀ ਹੁਕਮ ਦੇ ਵਿੱਚ ਜੀਵਨ ਗੁਜ਼ਾਰਨਾ ਹੈ। ਜੋ ਵੇ ਆਫ ਲਾਈਫ, ਜੀਵਨ ਦਾ ਢੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੇ ਰਹੇ ਨੇ ਮਨੁੱਖ ਮਾਤਰ ਨੂੰ, ਇਸ ਮੁਤਾਬਕ ਜ਼ਿੰਦਗੀ ਜੀਣਾ ਰੱਬੀ ਹੁਕਮ ਦੇ ਵਿੱਚ ਹੈ। ਤੇ ਜੇ ਅਸੀਂ ਇਸ ਵੇ ਆਫ ਲਾਈਫ ਨੂੰ ਅਪਣਾ ਲਈਏ ਤਾਂ ਸਾਡਾ ਇਹ ਜੀਵਨ, ਸਾਡਾ ਮਿਲਵਰਤਨ ਕਿੰਨਾ ਸੁਹਾਵਣਾ ਹੋ ਸਕਦਾ ਹੈ। ਜੀਵਨ ਵਿੱਚ ਸੱਚ ਆ ਜਾਏਗਾ, ਸੰਤੋਖ ਆ ਜਾਏਗਾ, ਮੇਰ ਤੇਰ ਦੇ ਵਿਤਕਰੇ ਮਿਟ ਜਾਣਗੇ। ਹਰ ਇਨਸਾਨ ਦੀ ਰੋਟੀ ਕੱਪੜੇ ਮਕਾਨ ਦੀ ਲੋੜ ਪੂਰੀ ਹੋਵੇਗੀ। ਹਰ ਇਨਸਾਨ ਦੂਜੇ ਦੀਆਂ ਭਾਵਨਾਵਾਂ ਦਾ ਕਦਰ ਕਰੇਗਾ ਤਾਂ ਹਰ ਹਿਰਦੇ ਵਿੱਚ ਉਹਦੇ ਹੁਕਮ ਨੂੰ ਪਛਾਣ। ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ। ਜਿਨ ਦੇ ਨੰਨੇ ਨਾਲ ਸਿਹਾਰੀ ਹੈ, ਜਿਸ ਪ੍ਰਭੂ ਨੇ ਇਹ ਰਚਨਾ ਰਚੀ ਹੈ ਨਾ, ਜੋ ਰਚਨਹਾਰ ਹੈ। ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ, ਉਹਨੂੰ ਇਸ ਰਚਨਾ ਤੋਂ ਦੂਰ ਨਾ ਸਮਝ ਕਿ ਉਹ ਇਸ ਰਚਨਾ ਤੋਂ ਦੂਰ ਬੈਠਾ ਹੈ। ਰਚਨਾ ਤੋਂ ਦੂਰ ਨਹੀਂ ਹੈ, ਰਚਨਾ ਦੇ ਵਿੱਚ ਹੈ, ਰਚਨਾ ਦੇ ਵਿੱਚ ਦੂਰ ਨਹੀਂ ਹੈ। ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ, ਜਿਨ ਇਹ ਰਚਨਾ ਰਾਚੀ। ਜਿਸ ਨੇ ਇਹ ਰਚਨਾ ਰਚੀ ਹੈ, ਉਸ ਰਚਨਹਾਰ ਨੂੰ ਦੂਰ ਨਾ ਸਮਝ। ਸਗੋਂ ਸੱਚ ਸ਼ਬਦ ਪਛਾਣੋ ਦਾ ਮਤਲਬ, ਸ਼ਬਦ ਦਾ ਮਤਲਬ ਇੱਥੇ ਹੈ ਹੁਕਮ। ਉਸ ਸੱਚੇ ਹੁਕਮ ਨੂੰ ਪਛਾਣ ਕਿ ਰਚਨਾ ਜਿਹੜੀ ਸਾਰੀ ਹੈ, ਸਾਰੀ ਰਚਨਾ ਦੇ ਅੰਦਰ ਉਹਦਾ ਹੁਕਮ ਵਰਤ ਰਿਹਾ ਹੈ। ਉਹ ਸੱਚ ਸਰੂਪ ਇਸ ਸੰਸਾਰ ਦੇ ਅੰਦਰ ਵਰਤ ਰਿਹਾ ਹੈ, ਇਹਦੇ ਤੋਂ ਦੂਰ ਨਹੀਂ ਹੈ। ਇਸ ਲਈ ਉਹਦੇ ਹੁਕਮ ਦੇ ਅੰਦਰ ਜ਼ਿੰਦਗੀ ਜੀ ਔਰ ਰਚਨਾ ਦੇ ਅੰਦਰ ਉਸ ਰਚਨਹਾਰ ਨੂੰ ਵੇਖ। ਤੇ ਯਾਦ ਰੱਖਣਾ, ਜੇ ਗੁਰਬਾਣੀ ਦੀ ਸਿੱਖਿਆ ਨੂੰ ਅਪਣਾ ਲਿਆ ਜਾਏ ਤਾਂ ਇਸ ਸੰਸਾਰ ਦੇ ਅੰਦਰੋਂ ਹੀਰਾ ਫੇਰੀਆਂ, ਝੂਠ ਫਰੇਬ ਮੁੱਕ ਸਕਦੇ ਨੇ। ਕਿਉਂਕਿ ਇੱਕ ਓੰਕਾਰ, ਉਹ ਇੱਕ ਹੈ ਨਾ, ਉਸ ਇੱਕ ਨੂੰ ਵੰਡਿਆ ਨਹੀਂ ਜਾ ਸਕਦਾ, ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਰਾਜਨੀਤਿਕ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ ਜੇ ਇੱਕ ਨੂੰ ਸਮਝੀਏ, ਕਿਉਂਕਿ ਰੱਬ ਇੱਕ ਹੈ, ਉਹਦਾ ਸੰਸਾਰ ਇੱਕ ਹੈ। ਤਾਂ ਫਿਰ ਇਹਨਾਂ ਦੇਸ਼ਾਂ ਨੂੰ ਖਤਮ ਕਰਕੇ ਇਹਨਾਂ ਦੇਸ਼ਾਂ ਨੂੰ ਸਟੇਟਾਂ ਦੇ ਦਰਜੇ ਦਿੱਤੇ ਜਾ ਸਕਦੇ ਨੇ। ਪਰ ਰਾਜਧਾਨੀ ਇੱਕ ਹੋ ਸਕਦੀ ਹੈ ਪੂਰੀ ਦੁਨੀਆ ਦੀ। ਪਾਸਪੋਰਟ ਸਿਸਟਮ ਖਤਮ ਹੋ ਸਕਦਾ ਹੈ, ਕਰੰਸੀ ਇੱਕ ਹੋ ਸਕਦੀ ਹੈ, ਕਾਨੂੰਨ ਇੱਕ ਹੋ ਸਕਦੇ ਨੇ। ਔਰ ਜੋ 40, 50, 60% ਧਨ ਮਾਰੂ ਹਥਿਆਰਾਂ ਤੇ ਖਰਚ ਹੁੰਦਾ ਹੈ, ਉਹ ਮਨੁੱਖਤਾ ਦੇ ਉਥਾਨ ਵਾਸਤੇ ਖਰਚ ਹੋ ਸਕਦਾ। ਜੋ ਸਮਾਜਿਕ ਮਿਲਵਰਤਨ ਦੇ ਅੰਦਰ ਜਾਤੀਵਾਦ ਹੈ, ਤਾਂ ਰੱਬ ਨੂੰ ਜਾਤਾਂ ਦੇ ਆਧਾਰ ਤੇ ਵੰਡਿਆ ਨਹੀਂ ਜਾ ਸਕਦਾ। ਜੇ ਸਾਰਿਆਂ ਦੇ ਅੰਦਰ ਇੱਕ ਹੈ ਤਾਂ ਫਿਰ ਇਹ ਜਾਤੀਵਾਦ ਖਤਮ ਹੋ ਕੇ ਇੱਕ ਭਾਈਚਾਰਕ ਸਮਾਜ ਪੈਦਾ ਹੋ ਸਕਦਾ ਹੈ। ਰੱਬ ਇੱਕ ਹੈ ਤਾਂ ਇਸ ਮਨੁੱਖਤਾ ਦੇ ਵਿੱਚ ਅਮੀਰ ਗਰੀਬ ਦੇ ਵਿਤਕਰੇ ਖਤਮ ਹੋ ਸਕਦੇ ਨੇ, ਕਾਣੀ ਅਰਥ ਵੰਡ ਖਤਮ ਹੋ ਸਕਦੀ ਹੈ। ਔਰ ਜੇ ਰੱਬ ਇੱਕ ਹੈ ਤਾਂ ਧਰਮਾਂ ਦੇ ਵਿਤਕਰੇ ਖਤਮ ਹੋ ਸਕਦੇ ਨੇ। ਧਰਮ ਵੀ ਇੱਕੋ ਹੀ ਹੈ, ਇੱਕੋ ਧਰਮ ਦ੍ਰਿੜ੍ਹ ਸੱਚ ਹੋਈ। ਤਾਂ ਗੁਰੂ ਜੀ ਕਹਿੰਦੇ ਨੇ, ਇਸ ਰਚਨਾ ਦੇ ਵਿੱਚੋਂ ਉਹਨੂੰ ਦੂਰ ਨਾ ਸਮਝੋ, ਉਹਦੇ ਹੁਕਮ ਨੂੰ ਸਮਝੋ। ਉਹ ਸਾਰਿਆਂ ਦੇ ਹਿਰਦੇ ਦੇ ਅੰਦਰ ਸਮਾਇਆ ਹੋਇਆ ਹੈ। ਆਪਣੇ ਵਿਹਾਰ ਨੂੰ ਬਦਲੋ, ਆਪਣੀ ਸੋਚ ਨੂੰ ਬਦਲੋ, ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰੋ, ਸੱਚੀ ਜ਼ਿੰਦਗੀ ਜੀਵੋ, ਨਿਰਭੈਤਾ ਵਾਲੀ ਜ਼ਿੰਦਗੀ ਜੀਵੋ। ਆ ਜੋ ਤੁਸੀਂ ਰੋ ਕੁਰਲਾ ਰਹੇ ਹੋ, ਇਹਨਾਂ ਚੀਜ਼ਾਂ ਦਾ ਲਾਭ ਨਹੀਂ ਹੈ। ਜੇ ਰੋਣਾ ਹੈ ਤਾਂ ਆਪਣੀ ਮਾੜੀ ਸੋਚ ਤੇ ਰੋ, ਇਹਦੇ ਤੇ ਅਫਸੋਸ ਕਰੋ ਕਿ ਮੇਰੀ ਸੋਚ ਮਾੜੀ ਹੈ। ਜੇ ਰੋਣਾ ਹੈ ਤਾਂ ਇਸ ਚੀਜ਼ ਦਾ ਰੋਣਾ ਰੋ ਕਿ ਮੈਂ ਲੋਕਾਂ ਦੇ ਨਾਲ ਈਰਖਾ ਕਰਦਾ ਹਾਂ, ਯਾਰ ਇਹ ਤਾਂ ਬੜਾ ਮਾੜਾ ਕੰਮ, ਮੈਂ ਲੋਕਾਂ ਦਾ ਹੱਕ ਖਾ ਰਿਹਾ, ਮੈਂ ਲੋਕਾਂ ਦਾ ਖੂਨ ਚੂਸ ਰਿਹਾ। ਆਪਣੀ ਇਸ ਮਾੜੀ ਸੋਚ ਤੇ ਰੋ, ਇਹਦਾ ਦੁੱਖ ਕਰੋ ਔਰ ਇਸ ਸੋਚ ਨੂੰ ਬਦਲੋ। ਅਗਲਾ ਬਚਨ ਕਰਦੇ ਨੇ, ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਮ ਹੈ ਕਿੜ ਕਾਛੀ। ਹੁਣ ਦੇਖੋ, ਜਿਸ ਨੂੰ ਪਿੱਛੇ ਸੱਚ ਸ਼ਬਦ ਕਹਿ ਰਹੇ ਨੇ, ਉਹਨੂੰ ਇੱਥੇ ਨਾਮ ਕਹਿ ਰਹੇ ਨੇ। ਪਿਛਲੇ ਸੱਚ ਸ਼ਬਦ ਪਛਾਣੋ, ਦੂਰ ਨਾ ਜਾਣੋ, ਸਚੜਾ ਦੂਰ ਨਾ ਭਾਲੀਏ, ਘੱਟ ਘੱਟ ਸ਼ਬਦ ਪਛਾਣੋ। ਸ਼ਬਦ ਕਿਆ ਹੈ ਨਾ, ਫਿਰ ਸੱਚ ਸ਼ਬਦ ਕਿਆ ਹੈ। ਇੱਥੇ ਹੁਣ ਨਾਮ ਕਹਿ ਰਹੇ ਨੇ। ਸੱਚ ਔਰ ਨਾਮ ਇੱਕੋ ਹੀ ਚੀਜ਼ ਹੈ। ਇੱਥੇ ਨਾਮ ਧਿਆਏ ਦਾ ਮਤਲਬ ਕਿਸੇ ਇੱਕ ਸ਼ਬਦ ਦਾ ਰਟਨ ਕਰਨਾ ਨਹੀਂ। ਇੱਥੇ ਨਾਮ ਦਾ ਮਤਲਬ ਹੈ ਹੁਕਮ। ਧਿਆਏ ਦਾ ਮਤਲਬ ਧਿਆਨ ਦੇ ਵਿੱਚ ਰੱਖੇ।
ਜੋ ਇਨਸਾਨ ਪ੍ਰਭੂ ਦੇ ਹੁਕਮ ਦੇ ਅੰਦਰ ਧਿਆਨ ਜੋੜਦਾ ਹੈ, ਰੱਬ ਦੇ ਹੁਕਮ ਅਨੁਸਾਰ ਜ਼ਿੰਦਗੀ ਜਿੰਦਾ ਹੈ, ਤਾਂ ਸੁਖ ਪਾਏ, ਤਾਂ ਉਹ ਆਤਮਿਕ ਆਨੰਦ ਮਾਣ ਸਕਦਾ ਹੈ। ਯਾਨੀ ਜੇ ਅਸੀਂ ਹੁਕਮ ਨੂੰ ਪਛਾਣਾਂਗੇ, ਰੱਬੀ ਹੁਕਮ ਅਨੁਸਾਰ ਚੱਲਾਂਗੇ, ਤਾਂ ਉਹਦਾ ਰਿਜ਼ਲਟ ਕੀ ਹੋਏਗਾ? ਉਹਦਾ ਰਿਜ਼ਲਟ ਇਹ ਹੋਏਗਾ ਕਿ ਸਾਨੂੰ ਸੁਖ ਮਿਲੇਗਾ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਤੌਰ ਤੇ ਅਸੀਂ ਸੁਖੀ ਹੋਵਾਂਗੇ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ ਤੌਰ ਤੇ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਪੈਦਾ ਹੋਏਗਾ। ਪਰਿਵਾਰਕ ਔਰ ਵਿਵਹਾਰਕ ਤੌਰ ਤੇ ਸਾਡਾ ਜੀਵਨ ਸੁਖੀ ਔਰ ਸ਼ਾਂਤ ਹੋ ਜਾਏਗਾ। ਅਸੀਂ ਆਤਮਿਕ ਸੁਖ ਮਾਣਾਂਗੇ, ਆਤਮਿਕ ਆਨੰਦ ਮਾਣਾਂਗੇ, ਮਾਨਸਿਕ ਸ਼ਾਂਤੀ ਮਿਲੇਗੀ, ਬੌਧਿਕ ਸੁਖ ਮਿਲੇਗਾ। ਕਦੋਂ? ਨਾਮ ਧਿਆਏ, ਜਦੋਂ ਅਸੀਂ ਹੁਕਮ ਦੇ ਅੰਦਰ ਰਹਾਂਗੇ, ਰੱਬੀ ਗੁਣਾਂ ਦੇ ਧਾਰਨੀ ਹੋਵਾਂਗੇ। ਦੇਖੋ, ਸੁਖ ਵਾਸਤੇ ਸਿਸਟਮ ਹੈ ਨਾ। ਮੰਨ ਲਓ ਹੁਣ ਗਰਮੀ ਹੈ, ਗਰਮੀ ਹੁਣ ਅੱਜ ਗਰਮੀ ਪੈ ਰਹੀ ਹੈ, ਤੇ ਜੇ ਅਸੀਂ ਆਪਣੇ ਘਰ ਦੇ ਅੰਦਰ ਹੀਟ ਲਾ ਦੇਈਏ, ਗਰਮੀ ਤਾਂ ਪਹਿਲਾਂ ਹੀ ਬੜੀ ਹੈ, ਤੇ ਜੇ ਹੋਰ ਹੀਟ ਔਨ ਕਰ ਦੇਈਏ ਤੇ ਹਾਲ ਕੀ ਹੋਏਗਾ? ਪ੍ਰੋਬਲਮ ਕ੍ਰੀਏਟ ਹੋਏਗੀ ਨਾ। ਤੇ ਜੇ ਅਸੀਂ ਏਸੀ ਔਨ ਕਰ ਲਈਏ ਤਾਂ ਏਸੀ ਦੇ ਨਾਲ ਗਰਮੀ ਘਟੇਗੀ, ਸਾਡਾ ਗਰਮੀ ਦਾ ਦੁੱਖ ਜਿਹੜਾ ਦੂਰ ਹੋਏਗਾ। ਸਿਸਟਮ ਨੂੰ ਫੋਲੋ ਕਰਾਂਗੇ ਤਾਂ ਹੀ ਹੈ ਨਾ। ਵੈਸੇ ਤੇ ਹੀਟ ਨੇ ਵੀ ਸਿਸਟਮ ਵਿੱਚ ਹੀ ਚੱਲਣਾ ਹੈ, ਏਸੀ ਨੇ ਵੀ ਸਿਸਟਮ ਵਿੱਚ ਹੀ ਚੱਲਣਾ ਹੈ, ਦੋਵਾਂ ਨੇ ਬਿਜਲੀ ਨਾਲ ਚੱਲਣਾ ਹੈ, ਪਰ ਵਰਤੋਂ ਅਲੱਗ-ਅਲੱਗ ਹੈ ਨਾ ਦੋਵਾਂ ਦੀ। ਹੀਟ ਦੀ ਵਰਤੋਂ ਕਦੋਂ ਕਰਨੀ ਹੈ, ਏਸੀ ਦੀ ਵਰਤੋਂ ਕਦੋਂ ਕਰਨੀ ਹੈ, ਤੇ ਸਿਸਟਮ ਹੈ ਨਾ। ਜੇ ਅਸੀਂ ਗਰਮੀਆਂ ਵਿੱਚ ਹੀਟ ਚਲਾਈਏ ਔਰ ਅਸੀਂ ਆਪਣਾ ਸਰਦੀਆਂ ਦੇ ਵਿੱਚ ਏਸੀ ਚਲਾਈਏ ਤਾਂ ਪ੍ਰੋਬਲਮ ਆਏਗੀ ਨਾ। ਇਸੇ ਤਰ੍ਹਾਂ ਜੋ ਸਾਡਾ ਸਿਸਟਮ ਹੈ, ਅਸੀਂ ਇਹਨਾਂ ਅੱਖਾਂ ਦੇ ਨਾਲ ਮਾੜੀਆਂ ਨਜ਼ਰਾਂ ਨਾਲ ਕਿਸੇ ਵੱਲ ਵੇਖੀਏ, ਜ਼ਬਾਨ ਨਾਲ ਮਾੜਾ ਬੋਲੀਏ, ਹੱਥਾਂ ਨਾਲ ਮਾੜੇ ਕਰਮ ਕਰੀਏ, ਪੈਰਾਂ ਨਾਲ ਮਾੜੇ ਪਾਸੇ ਤੁਰ ਕੇ ਜਾਈਏ, ਤੇ ਸੋਚੀਏ ਇਹ ਕਿ ਇਹਦਾ ਰਿਜ਼ਲਟ ਸੁੱਖ ਨਿਕਲੇ, ਤਾਂ ਐਵੇਂ ਸੁੱਖ ਤਾਂ ਨਹੀਂ ਨਾ ਮਿਲਦਾ। ਹੱਥ ਪੈਰ ਇਹੀ ਨੇ, ਜ਼ਬਾਨ ਇਹੀ ਰਹਿਣੀ ਹੈ, ਅੱਖਾਂ ਇਹੀ ਰਹਿਣੀਆਂ ਨੇ, ਲੇਕਿਨ ਇਹਨਾਂ ਦੀ ਵਰਤੋਂ ਕਦੋਂ ਔਰ ਕਿਵੇਂ ਕਰਨੀ ਹੈ, ਇਹ ਤਾਂ ਪਤਾ ਹੋਣਾ ਚਾਹੀਦਾ। ਜੇ ਅਸੀਂ ਚਾਹੁੰਦੇ ਹਾਂ ਕਿ ਮੇਰੀਆਂ ਨਜ਼ਰਾਂ ਨਾਲ ਸੁੱਖ ਪੈਦਾ ਹੋਵੇ, ਮੈਨੂੰ ਪਿਆਰ ਮਿਲੇ, ਤਾਂ ਫਿਰ ਮੈਨੂੰ ਹਰ ਇੱਕ ਦੇ ਨਾਲ ਪਿਆਰ ਦੀ ਨਜ਼ਰ ਨਾਲ ਵੇਖਣਾ ਚਾਹੀਦਾ ਹੈ। ਜੇ ਮੇਰੀ ਜ਼ਬਾਨ ਦੇ ਸ਼ਬਦਾਂ ਰਾਹੀਂ ਸੁੱਖ ਪੈਦਾ ਹੋਵੇ, ਤਾਂ ਮੈਨੂੰ ਚੰਗੇ, ਪਿਆਰੇ, ਮਿੱਠੇ, ਪੋਜ਼ਿਟਿਵ ਬੋਲ ਬੋਲਣੇ ਚਾਹੀਦੇ ਨੇ। ਮੇਰੇ ਹੱਥਾਂ ਦੇ ਕੰਮਾਂ ਦੇ ਨਾਲ ਸੁੱਖ ਨਿਕਲੇ, ਪੈਦਾ ਹੋਵੇ, ਤਾਂ ਮੈਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਨਾਮ ਧਿਆਏ ਤਾਂ ਸੁਖ ਪਾਏ। ਜਿਹੜਾ ਨਾਮ ਧਿਆਏਗਾ, ਰੱਬੀ ਹੁਕਮ ਦੇ ਅੰਦਰ ਧਿਆਨ ਰੱਖੇਗਾ, ਜੋ ਰੱਬੀ ਗੁਣਾਂ ਦੇ ਨਾਲ ਜੁੜੇਗਾ, ਤਾਂ ਬੰਦਾ ਸੁਖ ਪਾਏਗਾ। ਬਿਨ ਨਾਮੇ ਪਿੜ ਕਾਛੀ। ਪਿੜ ਕਾਛੀ ਦਾ ਮਤਲਬ ਪਿੜ ਦੀ ਕੱਚੀ। ਪਿੜ ਦੀ ਕੱਚੀ ਦਾ ਮਤਲਬ ਵਿਕਾਰਾਂ ਦੇ ਟਾਕਰੇ ਜਿੱਤਣ ਤੋਂ ਅਸਮਰਥ। ਪਿੜ ਹੁੰਦਾ ਹੈ ਜਿਵੇਂ ਘੋਲ ਦਾ ਮੈਦਾਨ ਹੈ ਨਾ, ਅਖਾੜਾ। ਹੁਣ ਅਖਾੜੇ ਦੇ ਅੰਦਰ ਦੋ ਪਹਿਲਵਾਨ ਨੇ, ਤਾਂ ਜਿਹਦੇ ਕੋਲ ਦਾ ਪੇਚ ਨੇ, ਸਹੀ ਜਿੰਨੇ ਕੁਸ਼ਤੀ ਸਿੱਖੀ, ਉਹ ਬੰਦਾ ਜਿੱਤੇਗਾ, ਦੂਜਾ ਹਾਰ ਜਾਏਗਾ, ਕਿਉਂਕਿ ਉਹਦੇ ਕੋਲ ਦਾ ਪੇਚ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ, ਬਿਨ ਨਾਵੇਂ ਪਿੜ ਕਾਚੀ। ਨਾਵੇਂ ਦਾ ਮਤਲਬ ਹੁਕਮ, ਸਿਸਟਮ, ਜੋ ਰੱਬ ਦਾ ਹੁਕਮ ਹੈ, ਕਾਇਨਾਤ ਦਾ ਜੋ ਸਿਸਟਮ ਹੈ, ਉਹਨੂੰ ਸਮਝਣ ਤੋਂ ਬਿਨਾਂ ਇਹ ਜੋ ਜੀਵਨ ਸਫਰ ਹੈ, ਵਿਕਾਰਾਂ ਤੋਂ ਜਿੱਤਣ ਤੋਂ ਬੰਦਾ ਅਸਮਰਥ ਹੋ ਜਾਂਦਾ ਹੈ। ਬੰਦਾ ਅਸਮਰਥ ਹੈ, ਜੀਵਨ ਬਾਜੀ ਨੂੰ ਜਿੱਤ ਨਹੀਂ ਪਾਉਂਦਾ, ਕਿਉਂਕਿ ਨੇਮ ਦਾ ਨਹੀਂ ਪਤਾ, ਉਹਨਾਂ ਨੇਮਾਂ ਦਾ ਫੋਲੋ ਨਹੀਂ ਕਰ ਰਿਹਾ। ਹਾਲਾਂਕਿ ਪ੍ਰਭੂ ਨੇ ਹਰ ਇੱਕ ਦੇ ਅੰਦਰ ਸਮਰੱਥਾ ਰੱਖੀ ਹੈ। ਹਾਲਾਂਕਿ ਇਸ ਸੰਸਾਰ ਦੇ ਅੰਦਰ ਹਰ ਉਹ ਸ਼ੈ ਮੌਜੂਦ ਹੈ ਜਿਸ ਸ਼ੈ ਦੇ ਨਾਲ ਸਾਨੂੰ ਸੁੱਖ ਮਿਲ ਸਕਦਾ ਹੈ। ਦੇਖੋ, ਇਸ ਧਰਤੀ ਦੇ ਅੰਦਰ ਸੋਨਾ ਹੈ, ਚਾਂਦੀ ਹੈ, ਅਬਰਕ ਹੈ, ਇੱਥੇ ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਪੈਟਰੋਲੀਅਮ ਪਦਾਰਥ, ਖਣਿਜ ਪਦਾਰਥ, ਕਿੰਨਾ ਕੁਛ ਹੈ। ਹਜ਼ਾਰਾਂ ਕਿਸਮ ਦੇ ਫਲ, ਹਜ਼ਾਰਾਂ ਕਿਸਮ ਦੇ ਫੁੱਲ, ਹਜ਼ਾਰਾਂ ਕਿਸਮ ਦਾ ਅਨਾਜ ਨੇ, ਇੱਥੇ ਅਨੰਤ ਵਨਸਪਤੀ ਹੈ, ਔਰ ਇੱਥੇ ਅਨੇਕਾਂ ਕਿਸਮ ਦੇ ਪਦਾਰਥ ਨੇ ਸਾਡੇ ਵਾਸਤੇ। ਫਿਰ ਸਾਡੇ ਅੰਦਰ ਹਰ ਉਹ ਗੁਣ ਮੌਜੂਦ ਹੈ ਜਿਸ ਗੁਣ ਦੇ ਨਾਲ ਸਾਨੂੰ ਸੁੱਖ ਮਿਲ ਸਕਦਾ ਹੈ।
ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵੈਰਾਗ, ਨਿਮਾਨਤਾ, ਇਹ ਸਾਰੇ ਗੁਣ ਸਾਡੇ ਵਿੱਚ ਮੌਜੂਦ ਹਨ। ਫਿਰ ਸਾਡੇ ਅੰਦਰ ਹਰ ਕਿਸਮ ਦੀ ਸਮਰੱਥਾ ਹੈ, ਪਰ ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਜੇ ਬੰਦਾ ਜੀਵਨ ਬਾਜੀ ਵਿੱਚ ਹਾਰ ਜਾਏ, ਸੁਖੀ ਨਾ ਹੋਵੇ, ਤਾਂ ਫਿਰ ਕਿਤੇ ਤਾਂ ਕੋਈ ਪ੍ਰੋਬਲਮ ਹੈ ਨਾ, ਕਿਤੇ ਤਾਂ ਫਿਰ ਕੋਈ ਪ੍ਰੋਬਲਮ ਹੈ। ਜਿਵੇਂ ਮੈਂ ਰੋਜ਼ ਬੇਨਤੀ ਕਰਦਾ ਕਿ ਜੇ ਅਸੀਂ ਆਪਣੇ ਡੈਸਟੀਨੇਸ਼ਨ ਤੇ ਨਹੀਂ ਪਹੁੰਚ ਪਾਏ, ਚੱਲ ਰਹੇ ਹਾਂ, ਤਾਂ ਇਹਦਾ ਮਤਲਬ ਸਾਡੀ ਡਾਇਰੈਕਸ਼ਨ ਗਲਤ ਹੈ ਨਾ, ਕਿਤੇ ਤਾਂ ਕੁਝ ਗਲਤ ਹੋ ਰਿਹਾ ਹੈ, ਤਾਂ ਅਸੀਂ ਪਹੁੰਚ ਨਹੀਂ ਪਾ ਰਹੇ। ਤਾਂ ਜੇ ਜੀਵਨ ਦੇ ਅੰਦਰ ਅਸੀਂ ਸੁਖੀ ਨਹੀਂ ਹਾਂ, ਜੇ ਅਸੀਂ ਕਾਮਯਾਬ ਨਹੀਂ ਹੋਏ, ਆਤਮਕ ਅਡੋਲਤਾ ਹਾਸਲ ਨਹੀਂ ਕੀਤੀ, ਚੜ੍ਹਦੀ ਕਲਾ ਵਿੱਚ ਨਹੀਂ ਰਹੇ, ਸਕਾਰਾਤਮਕ ਅਸੀਂ ਨਹੀਂ ਰਹਿ ਸਕੇ, ਜੀਵਨ ਬਾਜੀ ਹਾਰ ਗਏ ਹਾਂ, ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਕੋਈ ਪ੍ਰੋਬਲਮ ਹੈ, ਗਲਤੀ ਸਾਡੇ ਵਿੱਚ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਬਿਨ ਨਾਮੇ ਪਿੜ ਕਾਚੀ। ਬਿਨ ਨਾਮੇ ਦਾ ਮਤਲਬ ਹੁਕਮ ਨੂੰ ਸਮਝਣ ਤੋਂ ਬਿਨਾਂ, ਸਿਸਟਮ ਨੂੰ ਸਮਝਣ ਤੋਂ ਬਿਨਾਂ, ਰੱਬੀ ਰਜ਼ਾ ਦੇ ਅੰਦਰ ਤੁਰਨ ਤੋਂ ਬਿਨਾਂ, ਇਹ ਜੋ ਮਨੁੱਖਤਾ ਹੈ, ਜੋ ਜੀਵ ਇਸਤਰੀ ਹੈ, ਉਹ ਜੀਵਨ ਸਫਰ ਵਿੱਚ ਹਾਰ ਜਾਂਦੀ ਹੈ, ਜੀਵਨ ਸਫਰ ਵਿੱਚ ਜਿੱਤਣ ਤੋਂ ਅਸਮਰਥ ਹੋ ਜਾਂਦੀ ਹੈ। ਬੰਦਾ ਸੁਖੀ ਔਰ ਸ਼ਾਂਤ ਨਹੀਂ ਰਹਿ ਪਾਉਂਦਾ। ਅਗਲਾ ਬਚਨ ਕਰਦੇ ਨੇ, ਜਿਨ ਥਾਪੀ ਬਿਦ ਜਾਣੈ ਸੋਈ ਕਿਆ ਕੋ ਕਹਿ ਵਖਾਣਾ। ਜਿਨ ਥਾਪੀ, ਥਾਪੀ ਦਾ ਮਤਲਬ ਸਿਰਜੀ ਹੈ, ਵਿਦ ਦਾ ਮਤਲਬ ਵਿਧੀ, ਤਰੀਕਾ, ਉਪਦੇਸ਼। ਜਿਸ ਪ੍ਰਭੂ ਨੇ ਇਹ ਰਚਨਾ ਰਚੀ ਹੈ, ਜਿਸ ਨੇ ਰਚਨਾ ਰਚੀ ਹੈ, ਉਹ ਇਹਦੀ ਰੱਖਿਆ ਦੀ ਵਿਧੀ ਵੀ ਜਾਣਦਾ ਹੈ। ਕਿਆ ਕੋ ਕਹੇ ਵਖਾਣੋ, ਹੋਰ ਕੋਈ ਜੋ ਮਰਜ਼ੀ ਕਹੇ, ਜੋ ਮਰਜ਼ੀ ਕਹਿੰਦਾ ਰਵੇ, ਹੋਰ ਕੋਈ ਕੀ ਬਿਆਨ ਕਰ ਸਕਦਾ? ਕੀ ਮੈਂ ਬਿਆਨ ਕਰ ਸਕਦਾ ਹਾਂ ਕੋਈ ਇਹੋ ਜਿਹਾ ਤਰੀਕਾ ਜਿਹੜਾ ਕੁਦਰਤ ਦੇ ਨਿਯਮਾਂ ਤੋਂ ਉਲਟ ਚੱਲ ਕੇ ਜ਼ਿੰਦਗੀ ਦੇ ਅੰਦਰ ਕਾਮਯਾਬੀ ਦੇ ਸਕਦਾ ਹੋਵੇ? ਕੋਈ ਮੈਂ ਐਸਾ ਤਰੀਕਾ ਬਿਆਨ ਕਰ ਸਕਦਾ, ਜਾਂ ਤੁਸੀਂ ਕਰ ਸਕਦੇ ਹੋ, ਜਾਂ ਕੋਈ ਹੋਰ ਕੋਈ ਐਸਾ ਤਰੀਕਾ ਕੱਢ ਸਕਦਾ ਹੈ ਕਿ ਜੋ ਕੁਦਰਤੀ ਨਿਯਮਾਂ ਤੋਂ ਉਲਟ ਚੱਲ ਕੇ ਤੇ ਸੁਖ ਸ਼ਾਂਤੀ ਦੇ ਸਕਦਾ ਹੋਵੇ? ਐਸਾ ਤੇ ਕਦੇ ਨਹੀਂ ਹੋ ਸਕਦਾ। ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਕਾਰਾਂ, ਮੰਨ ਲਓ ਕਾਰ ਹੈ ਤੇ ਬੈਕ ਗੇਅਰ ਲਾ ਕੇ ਤੇ ਜੇ ਕਲੱਚ ਛੱਡੀਏ ਤੇ ਕੀ ਹੋਗਾ? ਉਹਨੂੰ ਵਧੇਗੀ। ਕੋਈ ਇਹੋ ਜਿਹਾ ਤਰੀਕਾ ਹੈ ਨਹੀਂ ਨਾ, ਕਿਉਂਕਿ ਬੈਕ ਗੇਅਰ ਲਾਇਆ ਤੇ ਬੈਕ ਹੀ ਜਾਏਗੀ। ਅੱਗੇ ਨੂੰ ਜਾਣਾ ਤੇ ਅਗਲਾ ਗੇਅਰ ਲਾਣਾ ਪਵੇਗਾ ਨਾ। ਯਾਨੀ ਕੁਦਰਤ ਦੇ ਨਿਯਮਾਂ ਤੋਂ ਉਲਟ ਚੱਲ ਕੇ ਜਿਹੜੀ ਜ਼ਿੰਦਗੀ ਸ਼ਾਂਤ ਨਹੀਂ ਹੋ ਸਕਦੀ। ਹੁਣ ਰੋਟੀ ਖਾਣੀ ਹੈ, ਮੂੰਹ ਚੋਂ ਖਾਣੀ ਹੈ, ਤੇ ਜੇ ਕੋਈ ਬੰਦਾ ਕਵੇ ਕਿ ਮੈਂ ਰੋਟੀ ਦੀਆਂ ਗਰਾਹੀਆਂ ਨਾਸਾਂ ਵਿੱਚ ਤੁੰਨਾ, ਨਾਸਾਂ ਰਾਹੀਂ ਖਾਵਾਂ, ਤਾਂ ਨਹੀਂ, ਪ੍ਰੋਬਲਮ ਆਏਗੀ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਪ੍ਰਭੂ ਨੇ ਇਹ ਰਚਨਾ ਰਚੀ ਹੈ, ਉਹ ਇਹਦੀ ਰੱਖਿਆ ਦੀ ਵਿਧੀ ਵੀ ਜਾਣਦਾ ਹੈ, ਉਹਨੇ ਇਹਦੇ ਜੀਵਨ ਵਾਸਤੇ ਨਿਯਮ ਵੀ ਬਣਾਏ ਨੇ। ਕਿਆ ਕੋ ਕਹੇ ਵਖਾਣੋ, ਉਹਨਾਂ ਨਿਯਮਾਂ ਤੋਂ ਉਲਟ ਕੋਈ ਕੀ ਵਿਖਿਆਨ ਕਰ ਸਕਦਾ ਹੈ? ਬਿਲਕੁਲ ਨਹੀਂ ਕਰ ਸਕਦਾ। ਜੇ ਹੁਣ ਕੋਈ ਕਹੇ ਕਿ ਮੇਰੇ ਜੀਵਨ ਵਿੱਚ ਜੋ ਦੁੱਖ ਨੇ, ਜਿਨ੍ਹਾਂ ਕਾਰਨਾਂ ਕਰਕੇ ਨੇ, ਉਹਨਾਂ ਕਾਰਨਾਂ ਨੂੰ ਤੇ ਮੈਂ ਦੂਰ ਨਾ ਕਰਾਂ ਤੇ ਕੋਈ ਬਾਬਾ ਮੰਤਰ ਮਾਰ ਕੇ ਮੈਨੂੰ ਸੁਖੀ ਕਰ ਦੇਵੇ, ਐਸਾ ਤਾਂ ਨਹੀਂ ਹੋਣਾ। ਮੰਨ ਲਓ ਸਾਡੇ ਘਰ ਵਿੱਚ ਕਲੇਸ਼ ਹੈ ਤੇ ਮੈਂ ਔਰ ਮੇਰੇ ਘਰ ਦੇ ਆਪਣੇ ਵਿਹਾਰ ਨੂੰ ਨਾ ਬਦਲੀਏ ਤੇ ਕਿਸੇ ਬਾਬੇ ਨੂੰ ਕਵੀਏ ਕਿ ਮੰਤਰ ਮਾਰ ਕੇ ਸਾਡੇ ਘਰੋਂ ਕਲੇਸ਼ ਖਤਮ ਹੋ ਜਾਏ, ਐਵੇਂ ਤੇ ਕਦੇ ਵੀ ਨਹੀਂ ਹੋਣਾ। ਕਲੇਸ਼ ਤੇ ਖਤਮ ਹੋਣਾ ਹੈ ਜੇ ਅਸੀਂ ਆਪਣਾ ਵਿਹਾਰ ਬਦਲਾਂਗੇ। ਕਲੇਸ਼ ਤੇ ਸਾਡੇ ਵਿਹਾਰ ਕਰਕੇ ਹੈ। ਵਿਹਾਰ ਬਦਲੋ, ਕਿਸੇ ਬਾਬੇ ਦੀ ਲੋੜ ਨਹੀਂ, ਕਿਉਂਕਿ ਉਹ ਤੇ ਸਿਸਟਮ ਹੈ। ਜੇ ਅਸੀਂ ਸੁਖ ਸ਼ਾਂਤੀ ਚਾਹੁੰਦੇ ਹਾਂ ਤਾਂ ਉਹਦੇ ਵਾਸਤੇ ਰਿਕੁਆਇਰਮੈਂਟ ਹੈ। ਉਹ ਰਿਕੁਆਇਰਮੈਂਟ ਪੂਰੀ ਕਰੋਗੇ ਤਾਂ ਹੀ ਉਹ ਚੀਜ਼ ਮਿਲੇਗੀ ਨਾ। ਤਾਂ ਗੁਰੂ ਜੀ ਕਹਿੰਦੇ ਨੇ, ਭਾਈ ਜਿਸ ਨੇ ਸ੍ਰਿਸ਼ਟੀ ਰਚੀ ਹੈ, ਉਹਨੇ ਇਹਦੀ ਵਿਧ ਵੀ ਬਣਾਈ ਹੈ, ਉਹਦੇ ਨਿਯਮ ਬਣਾਏ ਨੇ, ਉਹਨਾਂ ਨਿਯਮਾਂ ਨੂੰ ਉਹ ਜਾਣਦਾ ਹੈ। ਉਹਨੂੰ ਪਤਾ ਹੈ ਕਿ ਇਹ ਨਿਯਮਾਂ ਤੋਂ ਉਲਟ ਚੱਲਣ ਕਰਕੇ ਇਨਸਾਨ ਦੁਖੀ ਹੈ। ਉਹਦੇ ਵਾਸਤੇ ਹੋਰ ਕੋਈ ਗੱਲ ਨਹੀਂ ਕਹੀ ਜਾ ਸਕਦੀ। ਇਹੀ ਗੱਲ ਕਹੀ ਜਾ ਸਕਦੀ ਹੈ ਕਿ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਜੀਵੋ। ਤਾਂ ਜਦੋਂ ਹੁਣ ਕੋਈ ਡੈਥ ਹੋ ਗਈ ਤਾਂ ਕੀ ਹੁਣ ਉੱਥੇ ਕੋਈ ਨਿਯਮ ਬਿਆਨ ਕਰ ਸਕਦਾ ਕਿ ਇਹਨੇ ਨਹੀਂ ਸੀ ਮਰਨਾ ਚਾਹੀਦਾ? ਵੀ ਮਰਨਾ ਤੇ ਪਵੇਗਾ, ਕਿਉਂਕਿ ਨਿਯਮ ਹੈ ਨਾ। ਜੇ ਬਿਮਾਰ ਹੋ ਗਿਆ ਬੰਦਾ
कि वो बीमारी जे ठीक नहीं हुई तो ਉਹਦਾ ਸਿੱਟਾ ਤਾਂ ਫਿਰ ਮੌਤ ਹੀ ਹੈ ਨਾ। ਮੰਨ ਲਓ ਕਿਸੇ ਨੂੰ ਕੈਂਸਰ ਹੋ ਜਾਂਦਾ ਤੇ ਜਿੱਥੋਂ ਤੱਕ ਡਾਕਟਰ ਲੋਕ ਇਲਾਜ ਕਰ ਸਕਦੇ ਨੇ, ਪਰ ਇੱਕ ਸਟੇਜ ਐਸੀ ਹੈ ਜਿੱਥੇ ਜਾ ਕੇ ਹੁਣ ਉਹਦਾ ਕੋਈ ਇਲਾਜ ਨਹੀਂ ਹੈ, ਤਾਂ ਹੁਣ ਉੱਥੇ ਕੋਈ ਨੇਮ ਕੰਮ ਕਰਨਾ ਹੀ ਨਹੀਂ, ਕਿਉਂਕਿ ਅੰਦਰਲਾ ਸਿਸਟਮ ਜੋ ਹੈ ਹੁਣ ਜਿੰਦਾ ਰਹਿਣ ਜੋਗਾ ਰਿਹਾ ਹੀ ਨਹੀਂ, ਤਾਂ ਬੰਦੇ ਦੀ ਮੌਤ ਤਾਂ ਹੋਈ। ਇਸ ਲਈ ਗੁਰੂ ਜੀ ਕਹਿੰਦੇ ਨੇ ਭਾਈ ਇਹ ਜੀਵਨ ਵੀ ਔਰ ਇਹ ਮੌਤ ਵੀ, ਖੁਸ਼ੀ ਵੀ, ਗਮੀ ਵੀ, ਸਭ ਕੁਝ ਸਿਸਟਮ ਦੇ ਅੰਦਰ ਹੈ। ਇਸ ਸਿਸਟਮ ਨੂੰ ਫੋਲੋ ਕਰਨ ਦਾ ਯਤਨ ਕਰੋ, ਤਾਂ ਜੀਵਨ ਦੇ ਅੰਦਰ ਸੁਖ ਔਰ ਸ਼ਾਂਤੀ ਆ ਸਕਦੀ ਹੈ। ਅਗਲਾ ਬਚਨ ਕਰਦੇ ਨੇ, ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ। ਇੱਥੇ ਸ਼ਬਦ ਹੈ ਜਾਲ, ਤੇ ਜਾਲ ਦੇ ਲੱਲੇ ਥੱਲੇ ਲੱਗਾ ਹੈ ਔਂਕੜ, ਤੇ ਨਾਲ ਲੱਲੇ ਦੇ ਉੱਤੇ ਹੋੜਾ ਵੀ ਲੱਗਾ ਹੋਇਆ ਹੈ। ਸ਼ੁੱਧ ਸ਼ਬਦ ਹੈ ਜਾਲ, ਅਸਲ ਪਾਠ ਹੈ ਜਾਲ, ਲੇਕਿਨ ਇਹਦਾ ਉਚਾਰਨ ਕਰਨਾ ਹੈ ਜਾਲੋ। ਕਾਵ ਤੋਲ ਨੂੰ ਪੂਰਾ ਕਰਨ ਵਾਸਤੇ ਹੋੜਾ ਲਗਾਇਆ ਗਿਆ ਹੈ। ਗੁਰਬਾਣੀ ਦੇ ਅੰਦਰ ਕਈ ਸ਼ਬਦ ਐਸੇ ਨੇ ਜਿਨ੍ਹਾਂ ਦੇ ਇੱਕ ਅੱਖਰ ਨੂੰ, ਲਾਸਟ ਵਾਲੇ ਨੂੰ ਹੋੜਾ ਵੀ ਲੱਗਾ ਹੈ ਔਰ ਔਂਕੜ ਵੀ ਲੱਗਾ ਹੈ। ਤਾਂ ਉਹਦੇ ਵਿੱਚ ਦੋ ਰੂਪ ਹੁੰਦੇ ਨੇ, ਇੱਕ ਸ਼ਬਦ ਹੁੰਦਾ ਹੈ ਸ਼ੁੱਧ ਸਰੂਪ, ਤੇ ਦੂਜੀ ਲੱਗ ਜਿਹੜੀ ਹੈ ਲਗਾਈ ਹੁੰਦੀ ਹੈ ਮਾਤਰਾ ਕਾਵ ਤੋਲ ਨੂੰ ਪੂਰਿਆਂ ਕਰਨ ਵਾਸਤੇ। ਤਾਂ ਜਿਹੜੀ ਮਾਤਰਾ ਕਾਵ ਤੋਲ ਨੂੰ ਪੂਰਿਆਂ ਕਰਨ ਲਈ ਲਗਾਈ ਹੈ, ਅਸੀਂ ਪਾਠ ਉਹ ਕਰਨਾ ਹੁੰਦਾ ਹੈ। ਸ਼ਬਦ ਹੈ ਜਾਲ, ਇਹਦਾ ਉਚਾਰਨ ਹੋਏਗਾ ਜਾਲੋ। ਜਿਨ ਜਗ ਥਾਪ, ਜਿਸ ਰੱਬ ਨੇ ਜਗਤ ਪੈਦਾ ਕਰਕੇ ਵਤਾਇਆ ਜਾਲੋ, ਵਤਾਇਆ ਦਾ ਮਤਲਬ ਸੁੱਟਿਆ ਹੈ, ਵਿਛਾਇਆ ਹੈ, ਜਾਲੋ ਦਾ ਮਤਲਬ ਜਾਲ। ਸੋ ਸਾਹਿਬ ਪਰਵਾਣੋ, ਉਹ ਸਾਹਿਬ ਜਿਹੜਾ ਹੈ ਉਹ ਪ੍ਰਵਾਨ ਹੈ, ਜਿਸ ਨੇ ਜਗਤ ਪੈਦਾ ਕਰਕੇ ਤੇ ਹੁਕਮ ਦਾ ਜਿਹੜਾ ਜਾਲ ਹੈ ਉਹ ਵਿਛਾਇਆ ਹੋਇਆ ਹੈ। ਉਸ ਹੁਕਮ ਦੇ ਅੰਦਰ ਜੀਵਨ ਬਿਤਾਣਾ ਹੋਵੇਗਾ। ਤੇ ਦੂਜੀ ਗੱਲ ਹੈ, ਇਸ ਸੰਸਾਰ ਦੇ ਅੰਦਰ ਇੱਕ ਜਾਲ ਬੰਦੇ ਨੇ ਆਪਣੇ ਉੱਤੇ ਆਪ ਪਾ ਲਿਆ ਹੋਇਆ ਹੈ। ਉਸ ਜਾਲ ਦੇ ਅੰਦਰ ਇਹ ਬੰਦਾ ਫਸਿਆ ਹੋਇਆ ਹੈ। ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੂੰ। ਜਿਵੇਂ ਸ਼ਿਕਾਰੀ ਕਿਸੇ ਜੀਵ ਨੂੰ ਫਸਾਉਣ ਵਾਸਤੇ ਉਹਦੇ ਕੋਲ ਵੱਡੇ ਜਾਲ ਨੇ, ਛੋਟੀਆਂ ਜਾਲੀਆਂ ਨੇ ਔਰ ਫਾਹੀਆਂ ਨੇ। ਹੁਣ ਕੁਛ ਤੇ ਵੱਡੇ ਜਾਲ ਨੇ, ਜ਼ਿਆਦੇ ਪੰਛੀਆਂ ਨੂੰ, ਜੋ ਵੱਡੇ ਜਾਨਵਰ ਨੇ ਉਹਨਾਂ ਨੂੰ ਫੜਨ ਲਈ। ਕੁਛ ਛੋਟੀਆਂ ਜਾਲੀਆਂ ਨੇ, ਉਹਨਾਂ ਦਾ ਆਕਾਰ ਛੋਟਾ ਹੈ, ਤੇ ਕੁਛ ਨਿੱਕੀਆਂ ਜਿਹੀਆਂ ਫਾਹੀਆਂ ਨੇ, ਧਾਗਿਆਂ ਦੀਆਂ ਫਾਹੀਆਂ ਬਣਾ ਕੇ ਨਾ ਮਜ਼ਬੂਤ ਦੀਆਂ, ਤੇ ਉਹਨਾਂ ਨੂੰ ਰਿਸ਼ਕ ਪਾਈ ਗੰਢ ਮਾਰ ਕੇ ਤੇ ਛੱਡ ਦਿੱਤਾ ਜਾਂਦਾ ਸੀ। ਕਬੂਤਰ ਵਗੈਰਾ ਉਹਨਾਂ ਜਾਲੀਆਂ ਵਿੱਚ, ਫਾਹੀਆਂ ਦੇ ਵਿੱਚ ਫਸ ਜਾਂਦੇ ਸੀ, ਜਿਵੇਂ ਚੂਹਿਆਂ ਨੂੰ ਫੜਨ ਵਾਸਤੇ ਨਿੱਕੀਆਂ ਨਿੱਕੀਆਂ ਕੜਿੱਕੀਆਂ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਮਨੁੱਖਾ ਤੇਰੇ ਵਾਸਤੇ ਜਾਲੀ ਰਹਿਣ, ਰਾਤ ਤੇਰੇ ਵਾਸਤੇ ਇੱਕ ਨਿੱਕੀ ਜਾਲੀ ਬਣੀ ਹੋਈ ਹੈ। ਜਾਲ ਦਿਨ ਹੁਆ, ਦਿਨ ਤੇਰੇ ਵਾਸਤੇ ਜਾਲ ਬਣਿਆ ਪਿਆ ਹੈ। ਜੇਤੀ ਘੜੀ ਫਾਹੀ ਤੇਤੀ, ਜਿੰਨੀਆਂ ਘੜੀਆਂ ਨੇ ਉਹਨਾਂ ਨੂੰ ਤੂੰ ਫਾਹੀਆਂ ਬਣਾ ਬੈਠਾ ਹੈ। ਰਸ ਰਸ ਚੋਗ ਚੁਗੇ ਨਹੀਂ ਬੂਝੇ, ਤੂੰ ਰਸ ਲੈ ਲੈ ਕੇ ਵਿਕਾਰਾਂ ਦੇ ਚੋਗ ਚੁਗ ਕੇ ਤੇ ਇਹਨਾਂ ਜਾਲੀਆਂ ਫਾਹੀਆਂ ਦੇ ਅੰਦਰ ਫਸਿਆ ਹੋਇਆ ਹੈ, ਈਰਖਾ ਦਵੈਸ਼ ਵੈਰ ਵਿਰੋਧ ਵਿੱਚ। ਪਰ ਕਦੇ ਤੂੰ ਸੋਚਿਆ ਨਹੀਂ, ਛੂਟਸ ਮੂੜੇ ਕਵਨ ਗੁਣੀ, ਕਿਹੜੇ ਗੁਣਾ ਕਰਕੇ ਤੂੰ ਇਹਨਾਂ ਵਿਕਾਰਾਂ ਤੋਂ ਛੁੱਟ ਸਕਦਾ ਹੈ। ਤਾਂ ਇੱਕ ਜਾਲ ਅਸੀਂ ਆਪਣੇ ਉੱਤੇ ਆਪ ਪਸਾਰ ਲਿਆ, ਉਹ ਹੈ ਮਾਇਆ ਦਾ ਜਾਲ। ਤੇ ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਮਾਇਆ ਦਾ ਮਤਲਬ ਔਰਤ ਨਹੀਂ ਹੈ, ਮਾਇਆ ਦਾ ਮਤਲਬ ਸਾਡੀ ਮੈਂਟੈਲਿਟੀ, ਸਾਡੀ ਸੋਚ। ਜਿਹੜੀ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਵਿਹਾਰ ਨਹੀਂ ਕਰਨ ਦਿੰਦੀ, ਜਿਹੜੀ ਸੋਚ ਸਾਨੂੰ ਰੱਬੀ ਹੁਕਮ ਵਿੱਚ ਨਹੀਂ ਤੁਰਨ ਦਿੰਦੀ, ਜਿਹੜੀ ਸੋਚ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਜਿਹੜੀ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਦੇ ਜਾਲ ਦੇ ਅੰਦਰ ਸਾਰੀ ਦੁਨੀਆ ਫਸੀ ਹੋਈ ਹੈ। ਤੇ ਇਸ ਸੋਚ ਨੇ ਮਨੁੱਖ ਨੂੰ ਖੁਆਰ ਕੀਤਾ ਹੈ। ਇਸ ਸੋਚ ਕਰਕੇ ਹੀ ਹਰ ਬੰਦਾ ਦੁਖੀ ਔਰ ਪਰੇਸ਼ਾਨ ਹੈ। ਜੇ ਇਸ ਸੋਚ ਚੋਂ ਬੰਦਾ ਬਾਹਰ ਆ ਜਾਏ, ਜੇ ਆਪਣੀ ਸੀਮਤ ਸੋਚ ਨੂੰ ਵਿਸ਼ਾਲ ਕਰ ਲਵੇ, ਜੇ ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦਾ ਧਾਰਨੀ ਹੋ ਜਾਏ, ਇਹਦੇ ਜੀਵਨ ਦੀਆਂ ਸਾਰੀਆਂ ਪ੍ਰੋਬਲਮ ਸੋਲਵ ਹੋ ਜਾਣ, ਖਤਮ ਹੋ ਜਾਣ, ਇਹ ਬੰਦਾ ਸੁਖੀ ਔਰ ਸ਼ਾਂਤ ਹੋ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਪਿਆਰਿਓ,
जिसने ये जगत रचना रच के ते अपने हुक्म दा जाल उत्ते पाया होया है, ਉਹ ਸਾਹਿਬ ਨੂੰ ਪ੍ਰਵਾਨ ਕਰੋ। ਉਹ ਸਾਹਿਬ ਮੰਨਿਆ ਪ੍ਰਮੰਨਿਆ ਹੈ। ਉਹ ਸਾਹਿਬ ਦੇ ਨਾਲ ਆਪਣਾ ਸੰਬੰਧ ਬਣਾਓ, ਉਹਦੇ ਹੁਕਮ ਦੇ ਵਿੱਚ ਰਹੋ, ਉਹਦੀ ਰਜ਼ਾ ਦੇ ਵਿੱਚ ਤੁਰੋ, ਉਹਦੇ ਗੁਣ ਗਾਓ, ਉਹਦੇ ਗੁਣਾਂ ਦੇ ਧਾਰਨੀ ਹੋਵੋ। ਉਸ ਪ੍ਰਭੂ ਨੂੰ ਚਾਰ ਚਫੇਰੇ ਵੇਖੋ, ਜਿਸ ਦੇ ਹੁਕਮ ਦਾ ਜਾਲ ਚਫੇਰੇ ਹੈ। ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਹੁਕਮ ਤੋਂ ਬਾਹਰ ਜਾਣ ਦਾ ਯਤਨ ਕਰੋਗੇ, ਦੁਖੀ ਹੋਵੋਗੇ। ਹੁਣ ਅਗਲਾ ਬਚਨ ਕਰਦੇ ਨੇ, ਬਾਬਾ ਆਇਆ ਹੈ ਉੱਠ ਚੱਲਣਾ। ਅਧ ਪੰਧੇ ਹੈ ਸੰਸਾਰੋਆ। ਅਧ ਪੰਧੇ ਦਾ ਮਤਲਬ ਅਧਵਾਟੇ। ਬਾਬਾ ਹੈ ਭਾਈ ਆਇਆ ਹੈ, ਜਿਹੜਾ ਵੀ ਜੀਵ ਆਇਆ ਹੈ ਉੱਠ ਚੱਲਣਾ, ਉਹਨੇ ਉੱਠ ਕੇ ਤੁਰ ਪੈਣਾ। ਭਾਵ ਸੰਸਾਰ ਛੱਡਣਾ ਹੈ, ਉਹਦੀ ਮੌਤ ਆਏਗੀ। ਅਧ ਪੰਧੇ ਹੈ ਸੰਸਾਰੋਆ। ਸੰਸਾਰੋ ਦਾ ਮਤਲਬ ਇਹ ਅਦਵਾਟ ਹੈ, ਯਾਨੀ ਅਦਵਾਟੇ ਹੀ ਛੱਡਣਾ ਪੈਣਾ। ਅਦਵਾਟੇ ਕਿਵੇਂ ਛੱਡਣਾ ਪੈਣਾ? ਇੱਕ ਹੁੰਦਾ ਨਾ ਸਫ਼ਰ ਪੂਰਾ ਹੋ ਜਾਣਾ, ਆਪਣੀ ਮੰਜ਼ਿਲ ਤੇ ਪਹੁੰਚ ਜਾਣਾ, ਤੋੜ ਤੱਕ ਜਾਣਾ। ਲੇਕਿਨ ਇੱਕ ਹੈ ਅਦਵਾਟ, ਅਸੀਂ ਕਿਸੇ ਨੂੰ ਛੱਡਣ ਜਾਂਦੇ ਹਾਂ ਤਾਂ ਤੋੜ ਤੱਕ ਨਾ ਜਾ ਕੇ ਚੱਲ ਮੈਂ ਤੈਨੂੰ ਉੱਥੋਂ ਤੱਕ ਛੱਡ ਆਉਣਾ, ਤੋੜ ਤੱਕ ਨਹੀਂ ਨਾ ਲੱਭੇ। ਤਾਂ ਤੋੜ ਤੱਕ ਦਾ ਮਤਲਬ ਕਿ ਜਦੋਂ ਤੱਕ ਇਹ ਸਾਰਾ ਸੰਸਾਰ ਹੈ ਅਸੀਂ ਉਦੋਂ ਤੱਕ ਤੇ ਨਹੀਂ ਰਹਿਣਾ। ਸਾਨੂੰ ਤੇ ਸੰਸਾਰ ਅੱਧ ਵਿੱਚ ਹੀ ਛੱਡਣਾ ਪੈਣਾ ਨਾ। ਸਦਾ ਵਾਸਤੇ ਤਾਂ ਨਹੀਂ ਨਾ ਰਹਿਣਾ ਅਸੀਂ ਸੰਸਾਰ ਤੇ, ਸਦਾ ਵਾਸਤੇ ਅਸੀਂ ਇੱਥੇ ਨਹੀਂ ਰਹਿਣਾ। ਇਸ ਲਈ ਕੋਈ ਵੀ ਇੱਥੇ ਸदैव ਨਹੀਂ ਹੈ। ਅੱਧ ਵਿਚਕਾਰ ਹੀ ਜ਼ਿੰਦਗੀ ਛੱਡਣੀ ਪੈਣੀ ਹੈ। ਮੀਨਸ ਕਿ ਮੌਤ ਆਏਗੀ। ਜੋ ਵੀ ਆਇਆ ਹੈ ਉਹਨਾਂ ਸਾਰਿਆਂ ਨੇ ਹੀ ਇਸ ਜਗਤ ਤੋਂ ਚਲੇ ਜਾਣਾ ਹੈ। ਇਹ ਇੱਕ ਸੱਚਾਈ ਹੈ। ਤਾਂ ਫਿਰ ਕਿਸੇ ਦੇ ਮਰਨ ਤੇ ਰੋਣ ਕਿਉਂ? ਰੋਣਾ ਤੇ ਤਾਂ ਹੈ ਨਾ ਕਿ ਜਿਹੜਾ ਮਰਨ ਵਾਲਾ ਮਰ ਗਿਆ ਹੈ। ਯਾਰ ਬੜਾ ਮਾੜਾ ਕੰਮ ਹੋਇਆ ਕਿ ਉਹ ਮਰ ਗਿਆ, ਬਾਕੀ ਤੇ ਸਾਰਿਆਂ ਨੇ ਜਿਉਂਦੇ ਰਹਿਣਾ ਤੇ ਉਹ ਵਿਚਾਰਾ ਇਕੱਲਾ ਮਰ ਗਿਆ। ਮੈਂ ਤੇ ਸਦਾ ਰਹਿਣਾ ਹੈ ਤੇ ਮੇਰਾ ਪਿਓ ਸੰਸਾਰ ਤੋਂ ਚਲਾਣਾ ਕਰ ਗਿਆ ਤੇ ਮਾੜਾ ਕੰਮ, ਉਹ ਵੀ ਰਹਿੰਦਾ ਸਦਾ। ਮੈਂ ਵੀ ਨਹੀਂ ਰਹਿਣਾ ਤੇ ਮੇਰੇ ਪਿਓ ਨੇ ਚਲਾ ਗਿਆ ਤੇ ਮੈਂ ਕਿਹੜਾ ਸਦਾ ਰਹਿਣਾ? ਮੈਨੂੰ ਵੀ ਜਾਣਾ ਪੈਣਾ। ਇਸ ਸੰਸਾਰ ਦੇ ਉੱਤੇ ਸदैवी ਜ਼ਿੰਦਗੀ ਨਹੀਂ ਹੈ। ਇਸ ਲਈ ਜਦੋਂ ਤੱਕ ਇਹ ਜੀਵਨ ਮਿਲਿਆ ਹੈ ਉਦੋਂ ਤੱਕ ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਜੀਵੋ, ਸਚਿਆਰ ਹੋ ਕੇ ਜੀਵੋ। ਰਚਨਾ ਦੇ ਅੰਦਰ ਰਚਨਹਾਰ ਨੂੰ ਵੇਖੋ, ਰਜਾ ਭਾਣੇ ਦੇ ਵਿੱਚ ਗੁਜ਼ਰੋ, ਸੁਖੀ ਜ਼ਿੰਦਗੀ ਜੀਵੋ, ਸ਼ਾਂਤੀ ਨਾਲ ਜੀਵੋ, ਪਿਆਰ ਦੇ ਨਾਲ ਜੀਵੋ। ਚੰਦ ਦਿਨ ਦੀ ਜ਼ਿੰਦਗੀ ਵਾਸਤੇ ਕਿਉਂ ਗੁੱਸੇ ਗਿਲੇ? ਕਿਉਂ ਇੱਕ ਦੂਜੇ ਦੇ ਨਾਲ ਈਰਖਾ, ਦਵੈਸ਼, ਵੈਰ ਵਿਰੋਧ? ਕਿਉਂ ਇੱਕ ਦੂਜੇ ਦੇ ਹੱਕ ਮਾਰਨੇ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ, ਈਰਖਾ, ਦਵੈਸ਼ ਕਿਉਂ? ਹੰਕਾਰ ਕਿਉਂ? ਫੂੰ ਕਿਉਂ? ਆਰਾਮ ਨਾਲ ਜ਼ਿੰਦਗੀ ਜੀ ਲਓ, ਮੁਸਕਰਾਉਂਦੇ ਹੋਏ ਜ਼ਿੰਦਗੀ ਜੀ ਲਓ, ਖੁਸ਼ੀ ਨਾਲ ਜ਼ਿੰਦਗੀ ਜੀ ਲਓ। ਪਰਿਵਾਰ ਦੇ ਵਿੱਚ ਰਹਿਣਾ ਹੈ, ਧੀਆਂ ਪੁੱਤਰ ਤੁਹਾਡੇ ਨੇ, ਪਤੀ ਪਤਨੀ ਤੁਸੀਂ ਹੋ, ਮਾਂ-ਬਾਪ ਤੁਹਾਡੇ ਨੇ, ਬੱਚੇ ਤੁਹਾਡੇ ਨੇ, ਇਹਨਾਂ ਨਾਲ ਤੇ ਪਿਆਰ ਨਾਲ ਰਹਿ ਲਓ। ਕਿਉਂ ਇੱਕ ਦੂਜੇ ਦੇ ਨਾਲ ਈਰਖਾ, ਦਵੈਸ਼? ਕਿਉਂ ਆਕੜ ਦੇ ਵਿੱਚ ਆਕੜ ਕੇ ਮਰ ਰਹੇ ਹੋ? ਛੱਡ ਜਾਣਾ ਜਦੋਂ ਜਗਤ ਨੂੰ ਛੱਡ ਹੀ ਜਾਣਾ ਤਾਂ ਫਿਰ ਪ੍ਰੋਬਲਮ ਇਹ ਹੈ ਨਾ ਕਿ ਕਿਉਂ ਅਸੀਂ ਹੰਕਾਰ, ਈਰਖਾ, ਦਵੈਸ਼, ਕਿਉਂ ਹੱਕ ਖਾ ਰਹੇ ਹਾਂ ਬੇਗਾਨੇ, ਕਿਉਂ ਐਵੇਂ ਇੱਕ ਦੂਜੇ ਦਾ ਨਿਰਾਦਰ ਕਰ ਰਹੇ ਹਾਂ? ਪਿਆਰ ਦੇ ਨਾਲ ਰਹੋ। ਕਿਉਂ ਘੂਰੀਆਂ ਵੱਟ ਕੇ ਵੇਖ ਰਹੇ ਇੱਕ ਦੂਜੇ ਵੱਲ? ਪਿਆਰ ਨਾਲ ਦੇਖ ਲਓ, ਮੁਸਕਰਾ ਲਓ, ਥੋੜਾ ਰਿਲੈਕਸ ਹੋ ਜਾਓ, ਸੱਚੀ ਜ਼ਿੰਦਗੀ ਜੀਓ। ਅਗਲਾ ਬਚਨ ਕਰਦੇ ਨੇ, ਸਿਰ ਸਿਰ ਸਚੜੇ ਲਿਖਿਆ, ਦੁੱਖ ਸੁੱਖ ਪੁਰਬ ਵਿਚਾਰੋ ਵਾ। ਸਿਰ ਦਾ ਮਤਲਬ ਹਰ ਇੱਕ ਜੀਵ ਦੇ ਸਿਰ ਤੇ। ਸਚੜੇ ਦਾ ਮਤਲਬ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਨੇ ਹੁਕਮ ਵਿੱਚ। ਪੁਰਬ ਵਿਚਾਰੋ ਦਾ ਮਤਲਬ ਪੁਰਬ ਵਿਚਾਰ, ਪੂਰਬਲੇ ਸਮੇਂ ਵਿੱਚ ਕੀਤੇ ਕਰਮਾਂ ਦਾ ਵਿਚਾਰ। ਜੋ ਮੈਂ ਹੁਣ 60-61 ਸਾਲ ਦੀ ਜ਼ਿੰਦਗੀ ਜੀਵੀ ਹੈ ਤਾਂ ਪਿਛਲੇ ਇਸ ਸਮੇਂ ਦੇ ਅੰਦਰ, ਪਿਛਲੀ ਜ਼ਿੰਦਗੀ ਵਿੱਚ ਜੈਸੇ ਮੇਰੇ ਵਿਚਾਰ ਬਣੇ ਨੇ, ਮੇਰਾ ਸੁਭਾਅ ਬਣਿਆ ਹੈ, ਉਸ ਸੁਭਾਅ ਮੁਤਾਬਕ ਹੁਣ ਮੈਨੂੰ ਸੁੱਖ ਔਰ ਦੁੱਖ ਮਿਲਦੇ ਜਾਂਦੇ ਨੇ। ਕਿਉਂਕਿ ਉਸ ਸੁਭਾਅ ਮੁਤਾਬਕ ਮੈਂ ਬੋਲਾਂਗਾ, ਉਸ ਸੁਭਾਅ ਮੁਤਾਬਕ ਮੈਂ ਸੋਚਾਂਗਾ, ਉਸੇ ਤਰ੍ਹਾਂ ਕਰਮ ਕਰਾਂਗਾ ਤਾਂ ਉਹ ਸੁਭਾਅ ਮੇਰੇ ਸਿਰ ਤੇ ਹੈ ਨਾ, ਤੇ ਉਸ ਕਰਮ ਮੁਤਾਬਕ ਹੀ ਮੈਨੂੰ ਫਲ ਮਿਲੇਗਾ। ਉਸ ਕਰਮ ਮੁਤਾਬਕ ਮੈਨੂੰ ਸੁੱਖ ਮਿਲਣਗੇ ਜਾਂ ਦੁੱਖ ਮਿਲਣਗੇ। ਮੇਰੀ ਸੋਚ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਸਦਾ ਸਥਿਰ ਰਹਿਣ ਵਾਲੇ ਪ੍ਰਭੂ ਨੇ ਹਰ ਇੱਕ ਜੀਵ ਦੇ ਸਿਰ ਉੱਤੇ
ਉਹਦੇ ਪਿਛਲੇ ਸਮੇਂ ਵਿੱਚ ਕੀਤੇ ਕਰਮਾਂ ਦੇ ਵਿਚਾਰ ਅਨੁਸਾਰ ਸੁੱਖ ਔਰ ਦੁੱਖ ਭੋਗਣ ਦੇ ਲੇਖ ਲਿਖ ਦਿੱਤੇ ਨੇ। ਲੇਖ ਲਿਖਣ ਦਾ ਮਤਲਬ ਹੁਕਮ ਸਿਸਟਮ ਬਣਾ ਦਿੱਤਾ ਹੈ ਕਿ ਜੈਸੇ ਕੋਈ ਕਰਮ ਕਰੇਗਾ, ਜੈਸੀ ਉਹਦੀ ਸੋਚ ਹੋਏਗੀ, ਵੈਸਾ ਹੀ ਉਹਨੂੰ ਫਲ ਮਿਲੇਗਾ, ਸੁੱਖ ਜਾਂ ਦੁੱਖ। ਹੁਣ ਇਹ ਡਿਪੈਂਡ ਸਾਡੇ ਤੇ ਕਰਦਾ ਹੈ ਕਿ ਅਸੀਂ ਸੁੱਖ ਚਾਹੁੰਦੇ ਹਾਂ ਜਾਂ ਦੁੱਖ ਚਾਹੁੰਦੇ ਹਾਂ। ਜੇ ਅਸੀਂ ਚਾਹੀਏ ਕਿ ਅਸੀਂ ਅੱਗ ਦੇ ਉੱਤੇ ਦੁੱਧ ਰੱਖੀਏ ਤੇ ਥੱਲੇ ਭਾਂਬੜ ਬਾਲੀਏ ਤੇ ਸੋਚੀਏ ਇਹ ਕਿ ਦੁੱਧ ਦੀ ਆਈਸਕ੍ਰੀਮ ਬਣ ਜਾਏ, ਤਾਂ ਆਈਸਕ੍ਰੀਮ ਤਾਂ ਨਹੀਂ ਬਣਨ ਲੱਗੀ, ਦੁੱਧ ਉਬਲੇਗਾ ਨਾ, ਗਰਮ ਹੋਏਗਾ, ਠੰਡਾ ਥੋੜੀ ਹੋਏਗਾ। ਤੇ ਜੇ ਅਸੀਂ ਫ੍ਰਿਜ ਦੇ ਅੰਦਰ ਦੁੱਧ ਰੱਖੀਏ ਤੇ ਫ੍ਰਿਜ ਔਨ ਕਰ ਦੇਈਏ ਕਿ ਦੁੱਧ ਨੂੰ ਉਬਾਲਾ ਆ ਜਾਏ ਤੇ ਕੋਈ ਪੁੱਛੇ ਵੀ ਦੁੱਧ ਫ੍ਰਿਜ 'ਚ ਕਿਉਂ ਰੱਖਿਆ, ਆਪਾਂ ਨੇ ਕਹਿਣਾ ਮੂਰਖ, ਫ੍ਰਿਜ ਦੇ ਵਿੱਚ ਦੁੱਧ ਰੱਖ ਕੇ ਉਬਾਲਾ ਕਿਤੇ ਆਉਂਦਾ। ਤੇ ਜੇ ਅਸੀਂ ਅੱਗ ਦੇ ਉੱਤੇ ਦੁੱਧ ਰੱਖੀਏ ਤੇ ਕੋਈ ਕਵੇ ਵੀ ਅੱਗ ਦੇ ਉੱਤੇ ਦੁੱਧ ਕਿਉਂ ਰੱਖਿਆ। ਜੇ ਅਸੀਂ ਕਹੀਏ ਵੀ ਮੈਂ ਯਾਰ ਇਹਦਾ ਦੁੱਧ ਜਮਾਣਾ ਹੈ, ਆਈਸਕ੍ਰੀਮ ਬਣਾਉਣੀ ਹੈ ਜੀ, ਵਿੱਚ ਮੈਂ ਪਾਇਆ ਕਸਟਰਡ ਵਗੈਰਾ, ਜੰਮੇਗਾ ਥੋੜੀ, ਉਹਨੇ ਤੇ ਸੜ ਜਾਣਾ ਜੇ ਉੱਤੇ ਜ਼ਿਆਦਾ ਦੇਰ ਰੱਖੋਗੇ। ਨਿਯਮ ਹੈ ਨਾ। ਇਸੇ ਤਰ੍ਹਾਂ ਜੇ ਕੋਈ ਕਹੇ ਕਿ ਤੂੰ ਯਾਰ ਗੁਆਂਢੀਆਂ ਨੂੰ ਗਾਲਾਂ ਕਿਉਂ ਕੱਢ ਰਿਹਾ, ਸ਼ਰਾਬ ਪੀ ਕੇ ਹਾਂਗਰੇ ਮਾਰਨਾ ਪਿਆ ਤੇ ਗੁਆਂਢੀਆਂ ਨੂੰ ਗਾਲਾਂ। ਤੇ ਜੇ ਕੋਈ ਬੰਦਾ ਕਵੇ ਕਿ ਸ਼ਰਾਬ ਪੀ ਕੇ ਮੈਂ ਹਾਂਗਰੇ ਤਾਂ ਮਾਰ ਰਿਹਾ, ਗਾਲਾਂ ਤਾਂ ਕੱਢ ਰਿਹਾ, ਤੇ ਗੁਆਂਢੀ ਅੰਦਰੋਂ ਆਉਣ ਤੇ ਫੁੱਲਾਂ ਦੇ ਹਾਰ ਲੈ ਕੇ ਮੇਰੇ ਗਲ ਵਿੱਚ ਫੁੱਲਾਂ ਦਾ ਹਾਰ ਪਾਉਣ ਤੇ ਨਾਲ ਮੇਰੇ ਗਲ 'ਚ ਸਰੋਪਾ ਪਾਉਣ ਤੇ ਮੈਨੂੰ ਕਹਿਣ ਵੀ ਆ ਬਈ ਯਾਰ ਤੈਨੂੰ ਖੀਰ ਕੜਾ ਖਵਾਉਂਦੇ ਆ, ਤੈਨੂੰ ਪੀਜ਼ਾ ਖਵਾਉਂਦੇ ਆ। ਕੀ ਸ਼ਰਾਬ ਪੀ ਕੇ ਹਾਂਗਰੇ ਮਾਰ ਕੇ ਗੁਆਂਢੀਆਂ ਨੂੰ ਗਾਲਾਂ ਕੱਢ ਕੇ ਤੇ ਉਹ ਪੀਜ਼ਾ ਬਰਗਰ ਖਵਾਉਣਗੇ ਕਿ ਦੰਦ ਭੰਨਣਗੇ, ਕਿ ਚੜੀ ਹੋਈ ਲਾ ਦੇਣਗੇ? ਤਾਂ ਸਿਸਟਮ ਹੈ ਨਾ। ਤਾਂ ਹਰ ਇੱਕ ਦੇ ਸਿਰ ਤੇ ਲਿਖਿਆ ਦਾ ਮਤਲਬ ਇਹ ਹਰ ਸਿਰ ਦੇ ਉੱਤੇ ਹੈ, ਹਰ ਇਨਸਾਨ ਇਸ ਸਿਸਟਮ ਦੇ ਵਿੱਚ ਸਾਡੇ ਕੀਤੇ ਹੋਏ ਕਰਮਾਂ ਦੇ ਫਲ ਨੇ। ਮਰਜ਼ੀ ਤੁਹਾਡੀ ਹੈ, ਸੁੱਖ ਪਾਣਾ ਚਾਹੁੰਦੇ ਹੋ, ਦੁੱਖ ਪਾਣਾ ਚਾਹੁੰਦੇ ਹੋ, ਇਹਦੇ ਤੇ ਕੋਈ ਬੈਨ ਨਹੀਂ। ਵਿਕਾਰ ਕਮਾਓ, ਈਰਖਾ ਕਰੋ, ਦੁਆਸ਼ ਕਮਾਓ, ਦੁਖੀ ਹੋਵੋ, ਸੰਤੋਖ ਵਿੱਚ ਰਹੋ, ਸੱਚ ਦੇ ਨਾਲ ਰਹੋ, ਪਿਆਰ ਵਾਲੀ ਜ਼ਿੰਦਗੀ ਜੀਓ, ਰੱਬੀ ਹੁਕਮ ਵਿੱਚ ਜੀਓ, ਗੁਰਬਾਣੀ ਵਾਲਾ ਜੀਵਨ ਜੀ ਕੇ ਆਨੰਦ ਮਾਣੋ, ਸੁੱਖ ਮਾਣੋ। ਹੈ ਹੁਕਮ ਦੇ ਅੰਦਰ, ਸਿਸਟਮ ਤੋਂ ਬਾਹਰ ਕੁਛ ਨਹੀਂ। ਈਰਖਾ ਦੁਆਸ਼ ਕਰਕੇ, ਹੰਕਾਰ ਵਾਲੇ ਬੋਲ ਬੋਲ ਕੇ, ਨਸ਼ੇ ਵਰਤ ਕੇ ਕਦੇ ਬੰਦਾ ਸੁਖੀ ਔਰ ਸ਼ਾਂਤ ਨਹੀਂ ਹੁੰਦਾ, ਮਾਨਸਿਕ ਸ਼ਾਂਤੀ ਨਹੀਂ ਮਿਲਦੀ। ਇਸ ਲਈ ਗੁਰੂ ਜੀ ਕਹਿੰਦੇ ਨੇ ਸਿਰ ਸਿਰ ਸਚੜੇ ਲਿਖਿਆ। ਤਾਂ ਗੁਰੂ ਪਾਤਸ਼ਾਹ ਜੀ ਪਾਵਨ ਬਚਨ ਕਰਦੇ ਹਨ ਕਿ ਜਿਹੜਾ ਵੀ ਬੰਦਾ ਹੈ, ਹਰ ਇੱਕ ਦੇ ਸਿਰ ਦੇ ਉੱਤੇ ਲਿਖਿਆ ਲੇਖ ਹੈ, ਭਾਵ ਕਿ ਹਰ ਇਨਸਾਨ ਰੱਬੀ ਹੁਕਮ ਦੇ ਵਿੱਚ ਹੈ। ਸੁੱਖ ਔਰ ਦੁੱਖ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਹੈ, ਇਹਦੇ ਤੋਂ ਕੋਈ ਬਚ ਨਹੀਂ ਸਕਦਾ। ਦੁੱਖ ਸੁੱਖ ਦੀਆ ਜਿਹਾ ਕੀਆ ਸੋ ਨਿਭੈ ਜੀ ਨਾਲੇ। ਦੁੱਖ ਸੁੱਖ ਦੀਆ, ਰੱਬ ਨੇ ਸੁੱਖ ਔਰ ਦੁੱਖ ਦਿੱਤਾ ਹੈ, ਤੇ ਦਿੱਤਾ ਕਿਵੇਂ? ਜਿਹਾ ਕੀਆ, ਜਿਹੋ ਜਿਹਾ ਕਿਸੇ ਨੇ ਕੀਤਾ, ਜਿਹੋ ਜਿਹਾ ਕਰਮ ਜੀਵ ਨੇ ਕੀਤਾ ਹੈ, ਉਹੋ ਜਿਹਾ ਹੀ ਸੁੱਖ ਔਰ ਦੁੱਖ ਰੱਬ ਨੇ ਦੇ ਦਿੱਤਾ ਹੈ। ਸੋ ਨਿਭੈ ਜੀ ਨਾਲੇ, ਉਹੀ ਜੀਵ ਦੇ ਜਿਹੜੇ ਕੀਤੇ ਹੋਏ ਕਰਮ ਨੇ, ਜੋ ਸੁਭਾਅ ਹੈ, ਉਹ ਜੀਵ ਦੇ ਨਾਲ ਹੀ ਨਿਭਦਾ ਸਾਰੀ ਜ਼ਿੰਦਗੀ। ਸਾਰੀ ਜ਼ਿੰਦਗੀ ਸੁਭਾਅ ਨੇ ਨਾਲ ਰਹਿਣਾ ਹੈ। ਇਹ ਨਹੀਂ ਹੋ ਸਕਦਾ ਕਿ ਤੁਸੀਂ ਘਰ ਰਹਿ ਜਾਓ ਤੇ ਸੁਭਾਅ ਤੁਹਾਡਾ ਸਕੂਲ ਚਲਾ ਜਾਏ, ਤੁਸੀਂ ਕਾਲਜ ਚਲੇ ਗਏ ਤੇ ਬਾਅਦ ਉੱਥੇ ਜਾ ਕੇ ਯਾਰ ਮੇਰਾ ਸੁਭਾਅ ਤੇ ਘਰ ਹੀ ਰਹਿ ਗਿਆ, ਗੁਣ ਔਗਣ ਘਰ ਰਹਿ ਗਏ ਨੇ। ਨਾ, ਜਿੱਥੇ ਬੰਦਾ ਜਾਏਗਾ ਉਹਦੇ ਗੁਣ, ਉਹਦੇ ਔਗਣ, ਉਹਦਾ ਸੁਭਾਅ ਨਾਲ ਹੀ ਜਾਏਗਾ, ਉਹਦੀਆਂ ਆਦਤਾਂ ਨਾਲ ਜਾਣਗੀਆਂ, ਉਹਦੀਆਂ ਆਦਤਾਂ ਨਾਲ ਜਾਣਗੀਆਂ। ਅਸੀਂ ਇੰਡੀਆ ਤੋਂ ਇੰਗਲੈਂਡ ਆ ਗਏ ਤੇ ਅਸੀਂ ਕੀ ਸੋਚ ਕੇ ਆਏ ਕਿ ਉੱਥੇ ਜਾਵਾਂਗੇ ਸਾਡੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ, ਸਾਡੀਆਂ ਲੋੜਾਂ ਪੂਰੀਆਂ ਹੋਣਗੀਆਂ। ਔਰ ਹਕੀਕਤ ਹੈ, ਜਿਹੜੀਆਂ ਸਾਡੀਆਂ ਲੋੜਾਂ ਸੀ ਉਹਦੇ ਨਾਲੋਂ ਇੱਥੇ 4 ਗੁਣਾ ਵੱਧ ਸਾਨੂੰ ਮਿਲਿਆ। ਇੰਡੀਆ ਸਾਡੇ ਕੋਲ ਸਾਈਕਲ ਨਹੀਂ ਸੀ, ਇੱਥੇ ਹਰ ਬੰਦੇ ਦੇ ਕੋਲ ਕਾਰ ਹੈ ਨਾ, ਜਿਵੇਂ ਮਰਜ਼ੀ ਲਈਏ, ਪਰ ਹੈ। ਇੰਡੀਆ ਫਰਾਟੇ ਦੇ ਅੱਗੇ ਸੌਣ ਲੱਗਿਆ ਲੜੀ ਦੱਸ ਨਾ ਕਿ ਸਭ ਤੋਂ ਅੱਗੇ ਮੰਜਾ ਮੈਂ ਡਾਣਾ। ਪੱਖੀਆਂ ਚੱਲੀ ਦੀਆਂ ਸੀ, ਬਿਜਲੀ ਭੱਜ ਜਾਂਦੀ ਸੀ, ਅੱਜ ਵੀ ਭੱਜਦੀ ਹੈ, 6-6 ਘੰਟੇ ਦੇ ਕੱਟ ਅੱਜ ਵੀ ਲੱਗਦੇ ਨੇ। ਪਰ ਇੱਥੇ ਸਾਡੇ ਕੋਲ ਹੁਣ ਏਸੀ ਰੂਮ ਨੇ, ਹੈ ਨਾ ਸਾਰਾ ਕੁਝ। ਜਿਹੜੀਆਂ ਸਹੂਲਤਾਂ ਇੰਡੀਆ ਨਹੀਂ ਸੀ, ਉਹ ਇੱਥੇ ਸਾਰੀਆਂ ਸਹੂਲਤਾਂ ਮਿਲ ਗਈਆਂ। ਪਰ ਕੀ ਅਸੀਂ ਇੰਗਲੈਂਡ ਆਣ ਕੇ ਸਾਰੇ ਦੇ ਸਾਰੇ ਸੁਖੀ ਹੋ ਗਏ?
ਅਸੀਂ ਜਦੋਂ ਆਪਣੇ ਸੱਜਣਾ ਮਿੱਤਰਾਂ ਨੂੰ ਫੋਨ ਕਰਦੇ ਆ ਤਾਂ ਸਾਡੇ ਸੱਜਣ ਮਿੱਤਰ ਕਹਿੰਦੇ ਨੇ ਨਾ ਵੀ ਤੁਸੀਂ ਤਾਂ ਉੱਥੇ ਇੰਗਲੈਂਡ ਸਵਰਗ ਵਿੱਚ ਬੈਠੇ ਹੋ। ਸੋਚਦੇ ਨੇ ਨਾ ਉਹਨਾਂ ਦੀ ਸੋਚ। ਤੇ ਜਿਹੜੇ ਸਵਰਗ ਵਿੱਚ ਅਸੀਂ ਬੈਠੇ ਆ ਸਾਨੂੰ ਤੇ ਕੋਈ ਭੁਲੇਖਾ ਨਹੀਂ। ਜਿਹੜੇ ਸਵਰਗ ਵਿੱਚ ਅਸੀਂ ਬੈਠੇ ਆ ਸਾਨੂੰ ਤੇ ਕੋਈ ਭੁਲੇਖਾ ਨਹੀਂ। ਇੰਗਲੈਂਡ ਆਣ ਕੇ ਵੀ ਜੇ ਸੋਚ ਚੰਗੀ ਨਹੀਂ ਹੋਈ ਤੇ ਇੱਥੇ ਵੀ ਲੋਕ ਦੁਖੀ ਨੇ। ਜਿਨ੍ਹਾਂ ਦੀ ਸੋਚ ਇੰਡੀਆ ਚੰਗੀ ਹੋ ਇੰਡੀਆ ਵੀ ਸੁਖੀ ਹੈ। ਗੱਲ ਤਾਂ ਸੋਚ ਦੀ ਸੀ। ਜਿੱਥੇ ਬੰਦਾ ਜਾਏਗਾ ਸੋਚ ਬੰਦੇ ਦੀ ਨਾਲ ਜਾਏਗੀ, ਉਥੋਂ ਦੇ ਉਹ ਸੁੱਖ ਔਰ ਦੁੱਖ ਨਵੇਂ ਸਿਰਜ ਲਵੇਗਾ। ਤਾਂ ਗੁਰੂ ਜੀ ਕਹਿੰਦੇ ਨੇ ਪਿਆਰਿਓ, ਜਿਹੋ ਜਿਹਾ ਕਰਮ ਜੀਵ ਕਰਦਾ ਹੈ ਉਹੋ ਜਿਹੇ ਫਲ ਇਹਨੂੰ ਮਿਲਦੇ ਨੇ। ਔਰ ਕੀਤੇ ਹੋਏ ਕਰਮ ਬਣਾਇਆ ਹੋਇਆ ਸੁਭਾਅ ਸਾਰੀ ਜ਼ਿੰਦਗੀ ਨਾਲ ਨਿਭਦਾ ਹੈ। ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਪਾਲੇ। ਜੀਵ ਹੁਕਮ ਦੇ ਅੰਦਰ ਹੀ ਕਰਮ ਕਰਦੇ ਨੇ। ਹੁਕਮ ਤੋਂ ਬਾਹਰ, ਸਿਸਟਮ ਤੋਂ ਬਾਹਰ ਕੋਈ ਕਰਮ ਨਹੀਂ ਕੀਤਾ ਜਾ ਸਕਦਾ। ਜੋ ਵੀ ਕਰਮ ਹੈ ਉਹ ਸਿਸਟਮ ਦੇ ਅੰਦਰ ਹੈ। ਸਿਸਟਮ ਮੁਤਾਬਕ ਹੀ ਉਹਦਾ ਫਲ ਮਿਲੇਗਾ, ਚੰਗਾ ਜਾਂ ਮਾੜਾ। ਆਪ ਨਿਰਾਲਮ ਧੰਧੈ ਬਾਂਧੀ ਕਰ ਹੁਕਮ ਛਡਾਵਣ ਹਾਰੋ। ਨਿਰਾਲਮ ਦਾ ਮਤਲਬ ਨਿਰਲੇਪ। ਧੰਧੈ ਬਾਂਧੀ ਦਾ ਮਤਲਬ ਧੰਦਿਆਂ ਦੇ ਵਿੱਚ ਬੱਝੀ ਹੋਈ। ਗੁਰੂ ਜੀ ਕਹਿੰਦੇ ਨੇ ਇਹ ਸਾਰੀ ਲੁਕਾਈ ਧੰਦਿਆਂ ਵਿੱਚ ਬੱਝੀ ਹੋਈ ਹੈ। ਲੇਕਿਨ ਆਪ ਇਸ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਬਿਲਕੁਲ ਨਿਰਲੇਪ ਹੈ, ਧੰਦਿਆਂ ਵਿੱਚ ਬੱਝਾ ਨਹੀਂ ਹੈ। ਕਰ ਹੁਕਮ ਛਡਾਵਣ ਹਾਰੋ, ਉਹ ਹੁਕਮ ਕਰਕੇ ਧੰਦਿਆਂ ਦੇ ਵਿੱਚੋਂ ਛੁਡਾਉਣ ਦੇ ਸਮਰੱਥ ਹੈ। ਯਾਨੀ ਰੱਬੀ ਹੁਕਮ ਦੇ ਵਿੱਚ ਬੰਦਾ ਧੰਦਿਆਂ ਤੋਂ ਛੁੱਟ ਸਕਦਾ ਹੈ। ਤਾਂ ਰੱਬ ਨਿਰਲੇਪ ਹੈ, ਅਸੀਂ ਉਸ ਨਿਰਲੇਪ ਦਾ ਰੂਪ ਹਾਂ। ਅਸੀਂ ਨਿਰਲੇਪ ਹੋ ਸਕਦੇ ਹਾਂ, ਪਰ ਆਮ ਲੁਕਾਈ ਬਹੁ ਗਿਣਤੀ ਧੰਦਿਆਂ ਵਿੱਚ ਵੱਜ ਗਈ। ਹੁਣ ਕੰਮ ਹੀ ਧੰਦਾ ਬਣ ਜਾਂਦਾ ਹੈ। ਜਦੋਂ ਬੰਦਾ ਸੱਚ ਨੂੰ ਛੱਡ ਕੇ ਝੂਠ ਨੂੰ ਬੇਸ ਬਣਾ ਕੇ ਕਰਮ ਕਰਦਾ ਹੈ, ਉਹ ਕੰਮ ਧੰਦੇ ਬਣ ਜਾਂਦੇ ਨੇ। ਪਰ ਜਦੋਂ ਬੰਦਾ ਸੱਚ ਨੂੰ ਬੇਸ ਬਣਾ ਕੇ ਕਰਮ ਕਰਦਾ ਹੈ, ਉਹ ਕਰਮ ਕਿਰਤ ਬਣ ਜਾਂਦੀ ਹੈ, ਭਗਤੀ ਬਣ ਜਾਂਦੀ ਹੈ। ਇਹ ਹੁਣ ਬੰਦੇ ਦੀ ਆਪਣੀ ਮਰਜ਼ੀ ਹੈ ਕਿ ਆਪਣੇ ਕਰਮਾਂ ਨੂੰ ਜੰਜਾਲ ਬਣਾਉਣਾ ਹੈ ਜਾਂ ਕਿ ਇਹਨੇ ਕਿਰਤ ਬਣਾਉਣਾ। ਤੇ ਜੇ ਕੋਈ ਧੰਦਿਆਂ ਵਿੱਚ ਵੱਜ ਗਿਆ, ਮੀਨਸ ਕਿ ਐਸੇ ਕਰਮ ਕੀਤੇ ਨੇ ਜਿਹੜੇ ਇਹਦੇ ਵਾਸਤੇ ਜੰਜਾਲ ਬਣ ਗਏ ਨੇ, ਦੁੱਖਾਂ ਦਾ ਸਾਧਨ ਬਣ ਗਏ ਨੇ, ਤਾਂ ਗੁਰੂ ਜੀ ਕਹਿੰਦੇ ਨੇ ਹੁਕਮ ਦੇ ਅੰਦਰ ਬੰਦਾ ਛੁੱਟ ਸਕਦਾ ਹੈ। ਜੇ ਹੁਣ ਵੀ ਉਹ ਰੱਬੀ ਹੁਕਮ ਨੂੰ ਫੋਲੋ ਕਰੇ, ਸੱਚ ਨੂੰ ਆਧਾਰ ਬਣਾ ਕੇ ਜੀਵਨ ਨੂੰ ਨਿਭਾਏ, ਤਾਂ ਉਹ ਹੁਕਮ ਰਾਹੀਂ ਇਹਨਾਂ ਦੁੱਖਾਂ ਤੋਂ ਛੁੱਟ ਸਕਦਾ ਹੈ। ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੇ ਭਾਏ ਵਿਕਾਰੋ। ਹੁਣ ਬਣਦਾ ਕੀ ਹੈ, ਅੱਜ ਔਰ ਕੱਲ ਕਰਦਿਆਂ ਕਰਦਿਆਂ ਮੌਤ ਆ ਜਾਂਦੀ ਹੈ ਤੇ ਇਹ ਬੰਦਾ ਦੂਜੇ ਭਾਏ ਦੇ ਅੰਦਰ ਵਿਕਾਰਾਂ ਦੇ ਵਿੱਚ ਹੀ ਫਸਿਆ ਰਹਿੰਦਾ ਹੈ। ਅੱਜ ਕੱਲ ਦਾ ਮਤਲਬ ਟਾਲਮ ਟੋਲ। ਕੱਲ ਤੋਂ ਸੱਚ ਬੋਲਾਂਗਾ, ਪਰਸੋਂ ਤੋਂ ਸੱਚ ਬੋਲਾਂਗਾ, ਅੱਜ ਤੋਂ ਈਰਖਾ ਛੱਡ ਦਿਆਂਗਾ, ਕੱਲ ਤੋਂ ਮੈਂ ਪ੍ਰੇਮ ਨਾਲ ਰਹਿਣਾ ਸ਼ੁਰੂ ਕਰ ਦੇਣਾ ਹੈ। ਐਵੇਂ ਹੀ ਬੰਦਾ ਆਤਮਕ ਮੌਤ ਤੇ ਮਰ। ਅਗਲੇ ਬਚਨ ਕਰਦੇ ਨੇ ਗੁਰਦੇਵ ਪਾਤਸ਼ਾਹ ਜੀ, ਜਮ ਮਾਰਗ ਪੰਥ ਨਾ ਸੁਝਈ ਉਝੜ ਅੰਧ ਗੁਬਾਰੋਆ। ਗੁਬਾਰੋਆ ਦਾ ਮਤਲਬ ਗੁਬਾਰ, ਅੰਧ ਦਾ ਮਤਲਬ ਹਨੇਰਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਇਨਸਾਨ ਹੈ, ਅਗਿਆਨਤਾ ਦੇ ਕਾਰਨ ਇਹਨੂੰ ਆਤਮਿਕ ਜੀਵਨ ਦੀ ਸੋਝੀ ਨਹੀਂ ਆਉਂਦੀ ਤੇ ਕੁੱਪ ਹਨੇਰੇ ਦੇ ਅੰਦਰ ਇਹ ਬੰਦਾ ਅਗਿਆਨਤਾ ਭਰੇ ਕਰਮ ਕਰੀ ਜਾਂਦਾ ਹੈ। ਜਮ ਮਾਰਗ ਪੰਥ ਨਾ ਸੁਝਈ, ਤੇ ਇਹਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਮੈਂ ਜਮਾਂ ਦੇ ਮਾਰਗ ਤੇ ਪਿਆ ਹਾਂ, ਭਾਵ ਕਿ ਮੈਂ ਆਤਮਿਕ ਮੌਤ ਦੇ ਸਕੰਜੇ ਵਿੱਚ ਹਾਂ। ਕਾਮ ਕ੍ਰੋਧ ਆਦਿਕ ਦੇ ਸ਼ਿਕੰਜੇ ਦੇ ਵਿੱਚ ਮੈਂ ਫਸਿਆ ਹੋਇਆ ਹਾਂ। ਅਗਿਆਨਤਾ ਦੇ ਹਨੇਰੇ ਕਰਕੇ ਆਤਮਿਕ ਮੌਤ ਦੇ ਰਾਹ ਦੇ ਉੱਤੇ ਇਹ ਤੁਰਿਆ ਰਹਿੰਦਾ ਹੈ। ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੋਆ। ਜਲ, ਭੋਜਨ, ਲੇਫ, ਰਜ਼ਾਈਆਂ ਤਲਾਈਆਂ, ਬੇਸ਼ੱਕ ਕਿੰਨੇ ਕੀਮਤੀ ਪਦਾਰਥ ਵੀ ਇਹਦੇ ਕੋਲ ਹੋਣ, ਤੇ ਇਹਨਾਂ ਦੇ ਹੁੰਦਿਆਂ ਵੀ ਮਾਨਣਾ ਤੇ ਇਹਨਾਂ ਦਾ ਸੀ ਨਾ ਸੁੱਖ। ਪਰ ਜਦੋਂ ਬੰਦਾ ਵਿਕਾਰਾਂ ਦੇ ਵਿੱਚ ਫਸਿਆ ਹੋਵੇ, ਚੰਗੇ ਚੰਗੇ ਭੋਜਨ ਖਾਂਦਾ ਵੀ, ਚੰਗੇ ਲੇਫ ਤੁਲਾਈਆਂ ਦਾ ਆਨੰਦ ਮਾਣਦਾ ਵੀ, ਆਤਮਿਕ ਮੌਤੇ ਮਰਿਆ ਰਹਿੰਦਾ ਹੈ। ਇਹ ਇਹਨੂੰ ਆਤਮਿਕ ਮੌਤੋਂ ਨਹੀਂ ਬਚਾ ਸਕਦੇ। ਭੋਜਨ ਭਾਓ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ। ਜਦੋਂ ਬੰਦਾ ਵਿਕਾਰਾਂ ਦੀ ਅੱਗ ਦੇ ਵਿੱਚ ਸੜਦਾ ਹੋਵੇ ਤੇ ਚੰਗਾ ਭੋਜਨ, ਠੰਡਾ ਪਾਣੀ, ਚੰਗੇ ਚੰਗੇ ਕੱਪੜੇ, ਚੰਗੇ ਚੰਗੇ ਹਾਰ ਸ਼ਿੰਗਾਰ ਵੀ ਇਹਨੂੰ ਸ਼ਾਂਤੀ ਨਹੀਂ ਦੇ ਸਕਦੇ। ਦੇਖੋ, ਕਿਸੇ ਨੇ ਬਹੁਤ ਚੰਗਾ ਮੇਕਅਪ ਕੀਤਾ ਹੋਏ, ਇਸਤਰੀ ਨੇ ਜਾਂ ਪੁਰਸ਼ ਨੇ, ਉਹਨੂੰ ਸ਼ਰਬਤ ਪਿਆਓ, ਉਹਨੂੰ ਠੰਡੇ ਪਾਣੀ ਪਿਆਓ, ਲੇਕਿਨ ਜੇ ਉਹ ਬੰਦਾ ਇਸਤਰੀ ਕਰੈਕਟਰਲੈਸ ਹੈ,
ਜਾਂ ਉਸਨੇ ਕੋਈ ਕਤਲ ਕੀਤਾ ਹੈ, ਜਾਂ ਉਹ ਕਿਸੇ ਠੱਗੀ ਠੋਰੀਆਂ ਮਾਰਦਾ ਹੈ, ਤੇ ਕੀ ਠੰਡਾ ਪਾਣੀ ਉਹਦੇ ਅੰਦਰ ਠੰਡਕ ਪਾ ਸਕਦਾ? ਅੰਦਰਲੀ ਸ਼ਾਂਤੀ ਤਾਂ ਸ਼ੁਭ ਗੁਣਾਂ ਦੇ ਨਾਲ ਆਉਣੀ ਹੈ ਨਾ। ਗਲ ਸੰਗਲ ਸਿਰ ਮਾਰੇ ਉਭੋ ਨਾ ਦੀਸੈ ਕਰ ਬਾਰੋ। ਗਲ ਸੰਗਲ, ਉਹਦੇ ਗਲਾਂ ਦੇ ਵਿੱਚ ਤੇ ਵਿਕਾਰਾਂ ਦੇ ਸੰਗਲ ਪਏ ਹੋਏ ਨੇ। ਉਭੋ ਦਾ ਮਤਲਬ ਖਲੋਤਾ ਹੋਇਆ, ਆਤਮਕ ਮੌਤ ਉਹਦੇ ਸਿਰ ਦੇ ਉੱਤੇ ਖਲੋਤੀ ਹੋਈ ਉਹਨੂੰ ਦੁਖੀ ਕਰ ਰਹੀ ਹੈ। ਨਾ ਦੀਸੈ ਘਰ ਬਾਰੋ, ਉਹਨੂੰ ਰੱਬ ਦਾ ਘਰ-ਬਾਰ ਨਜ਼ਰ ਹੀ ਨਹੀਂ ਆ ਰਿਹਾ, ਆਤਮਕ ਅਡੋਲਤਾ ਵਾਲੇ ਪਾਸੇ ਸੋਚ ਹੀ ਨਹੀਂ ਹੋਇਆ। ਆਪਣੇ ਅੰਦਰ ਬੈਠਾ ਰੱਬ ਦਿਸਦਾ ਹੀ ਨਹੀਂ, ਲੁਕਾਈ ਵਿੱਚ ਰੱਬ ਦਿਸਦਾ ਹੀ ਨਹੀਂ, ਕਿਉਂਕਿ ਗਲਾਂ ਵਿੱਚ ਵਿਕਾਰਾਂ ਦੇ, ਪਾਪਾਂ ਦੇ ਸੰਗਲ ਪਾਏ ਹੋਏ ਨੇ, ਔਰ ਆਤਮਕ ਮੌਤ ਉਹਨੂੰ ਦੁਖੀ ਕਰ ਰਹੀ ਹੈ। ਇਬਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ। ਇਬਕੇ ਰਾਹੇ, ਰਾਹੇ ਦਾ ਮਤਲਬ ਹੁੰਦਾ ਹੈ ਬੀਜਣਾ। ਹੁਣ ਬੰਦਾ ਪਾਪ ਵਿਕਾਰ ਕਮਾ ਲਵੇ, ਮੰਨ ਲਓ ਕਿਸੇ ਨੇ ਕੋਈ 2-4 ਕਤਲ ਕਰ ਦਿੱਤੇ, ਤੇ ਫਿਰ ਉਹਨੂੰ ਪਤਾ ਲੱਗੇ ਕਿ ਹੁਣ ਤੇ ਪ੍ਰੋਬਲਮ ਆਏਗੀ, ਉਧਰੋਂ ਪੁਲਿਸ ਫੜਨ ਵਾਸਤੇ ਆ ਜਾਏ, ਤੇ ਉਧਰੋਂ ਬੰਦਾ ਕਵੇ ਕਿ ਹੁਣ ਮੈਂ ਜਪਜੀ ਸਾਹਿਬ ਦਾ ਪਾਠ ਕਰ ਲਵਾਂ, ਹੁਣ ਮੈਂ ਨਾ ਚੰਗੇ ਕੰਮ ਕਰ ਲਵਾਂ ਤੇ ਮੇਰੇ ਇਹ ਕੰਮ ਖਤਮ ਹੋ ਜਾਣ। ਕੰਮ ਥੋੜਾ ਹੋਣਗੇ, ਹੁਣ ਜਿਹੜੇ ਕਤਲ ਹੋ ਚੁੱਕੇ ਨੇ, ਜਿਹੜੀਆਂ ਠੱਗੀਆਂ ਮਾਰ ਚੁੱਕੇ ਹੈ, ਉਹ ਤੇ ਫਲੀਭੂਤ ਹੋਣਗੇ ਨਾ। ਜੇ ਮੌਸਮ ਲੰਘ ਜਾਏ, ਉਧਰੋਂ ਤੇ ਕਣਕ ਵੱਢਣ ਦਾ ਟਾਈਮ ਆ ਜਾਏ, ਤੇ ਬੰਦਾ ਹਲਵਾਨ ਜਾਏ ਕਿ ਮੈਂ ਫਟਾਫਟ ਕਣਕ ਬੀਜ ਦਿਆਂ ਤੇ ਮੇਰੀ ਵੀ ਕਣਕ ਉੱਗ ਜਾਏ ਤੇ ਮੈਂ ਵੀ ਨਾਲ ਵੱਢ ਲਵਾਂ, ਐਵੇਂ ਥੋੜੀ ਹੋਣਾ। ਟਾਈਮ ਹੁੰਦਾ ਨਾ। ਉਧਰੋਂ ਫੌਜਾਂ ਚੜ੍ਹ ਕੇ ਆ ਜਾਣ, ਤੇ ਕੋਈ ਬਾਦਸ਼ਾਹ ਆਪਣੇ ਦੇਸ਼ ਦੇ ਵਾਸੀਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰੇ ਵੀ ਟ੍ਰੇਨ ਕਰਕੇ ਤੇ ਮੈਂ ਇਹਨਾਂ ਦਾ ਹਮਲਾ ਨਕਾਰ ਦਿਆਂ। ਉਧਰੋਂ ਅੱਗ ਲੱਗੀ ਹੋਵੇ ਤੇ ਬੰਦਾ ਕਈਆਂ ਲੈ ਕੇ ਖੂਹ ਪੁੱਟੇ ਕਿ ਫਟਾਫਟ ਖੂਹ ਪੁੱਟ ਕੇ ਪਾਣੀ ਕੱਢ ਕੇ ਅੱਗ ਬੁਝਾਈਏ, ਐਵੇਂ ਥੋੜੀ ਹੁੰਦਾ। ਇਹ ਤਾਂ ਤਿਆਰੀ ਕਰਨੀ ਪੈਂਦੀ ਹੈ ਨਾ ਜੀਵਨ ਦੀ। ਸਾਰੀ ਜ਼ਿੰਦਗੀ ਬਰਬਾਦ ਹੋ ਜਾਏ ਤੇ ਗੁਰੂ ਜੀ ਕਹਿੰਦੇ ਨੇ ਹੁਣ ਜੇ ਤੂੰ ਸਾਰੇ ਕਰਮ ਇੰਨੇ ਕਰਕੇ ਤੇ ਜੇ ਤੂੰ ਨਾਲ ਦੇ ਨਾਲ ਸੁੱਖ ਚਾਹੇ ਤੇ ਉਹ ਸੁੱਖ ਨਹੀਂ ਮਿਲਣਾ, ਕਿਉਂਕਿ ਤੇਰੇ ਜੀਵਨ ਦੇ ਅੰਦਰ ਪਛਤਾਵਿਆਂ ਦਾ ਭਾਰ ਹੈ। ਹੁਣ ਤਾਂ ਤੈਨੂੰ ਪਛਤਾਵਾ ਹੀ ਰਹਿਣਾ ਨਾ, ਸਾਰੀ ਜ਼ਿੰਦਗੀ ਪਛਤਾਵਾ ਰਹਿਣਾ ਹੈ। ਇਸ ਲਈ ਆਪਣੇ ਸਮੇਂ ਨੂੰ ਸਮੇਂ ਸਿਰ ਸੰਭਾਲੋ, ਕੋਈ ਮਾੜੇ ਕਰਮ ਨਾ ਕਰੋ। ਬਿਨ ਸਾਚੇ ਕੋ ਬੇਲੀ ਨਾ ਹੀ ਸਾਚਾ ਇਹ ਵਿਚਾਰੋ। ਗੁਰੂ ਜੀ ਕਹਿੰਦੇ ਨੇ ਇਹ ਸੱਚੀ ਵਿਚਾਰ ਹੈ, ਯੂਨੀਵਰਸਲ ਟਰੁਥ ਹੈ ਕਿ ਸੱਚੇ ਤੋਂ ਬਿਨਾ ਕੋਈ ਬੇਲੀ ਨਹੀਂ, ਸੱਚੇ ਰੱਬ ਤੋਂ ਬਿਨਾ, ਸੱਚੇ ਰੱਬ ਦੇ ਗੁਣਾਂ ਤੋਂ ਬਿਨਾ, ਰੱਬੀ ਗੁਣਾਂ ਤੋਂ ਬਿਨਾ, ਰੱਬ ਦੇ ਹੁਕਮ ਤੋਂ ਬਿਨਾ ਕੋਈ ਬੇਲੀ ਨਹੀਂ ਹੈ। ਕੋਈ ਵਿਕਾਰਾਂ ਤੋਂ ਨਹੀਂ ਬਚਾ ਸਕਦਾ, ਪਾਪਾਂ ਤੋਂ ਨਹੀਂ ਬਚਾ ਸਕਦਾ, ਦੁੱਖਾਂ ਤੋਂ ਨਹੀਂ ਬਚਾ ਸਕਦਾ। ਰੱਬ ਦੇ ਗੁਣ ਬਚਾ ਸਕਦੇ ਨੇ ਦੁੱਖਾਂ ਤੋਂ। ਸੱਚ ਸੰਤੋਖ ਵਾਲੀ ਜ਼ਿੰਦਗੀ ਬਚਾ ਸਕਦੀ ਹੈ। ਇਹ ਸੱਚਾ ਵਿਚਾਰ ਹੈ। ਰੱਬੀ ਹੁਕਮ ਦੇ ਅੰਦਰ ਤੁਰਿਆ ਪਾਪਾਂ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ। ਬਾਬਾ ਰੋਵੇ ਰਵੇ ਸੁਜਾਣੀਏ ਮਿਲ ਰੋਵੇ ਗੁਣ ਸਾਰੇਗਾ। ਰਵੇਂ ਦਾ ਮਤਲਬ ਜੋ ਸਿਮਰਦੇ ਨੇ, ਯਾਨੀ ਰੱਬੀ ਗੁਣਾਂ ਨੂੰ ਗਾਉਂਦੇ ਨੇ। ਰੋਵੇ ਦਾ ਮਤਲਬ ਇੱਥੇ ਹੰਝੂ ਵਹਾਣੇ ਨਹੀਂ, ਰੋਵੇ ਦਾ ਮਤਲਬ ਹੁੰਦਾ ਹੈ ਵੈਰਾਗ ਵਿੱਚ ਆਉਣਾ। ਸਾਰੇਵਾ ਦਾ ਮਤਲਬ ਸੰਭਾਲਦਾ ਹੈ। ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ, ਅਸਲ ਵੈਰਾਗ ਦੇ ਵਿੱਚ ਉਹ ਹੀ ਹੈ। ਉਹ ਲੋਕ ਸੰਸਾਰ ਦੇ ਅੰਦਰ ਆਦਰ ਮਾਨ ਔਰ ਸਤਿਕਾਰ ਪਾਉਂਦੇ ਨੇ। ਕੌਣ? ਜੋ ਰੱਬੀ ਗੁਣਾਂ ਨੂੰ ਅਪਣਾ ਰਹੇ ਨੇ, ਰੱਬੀ ਗੁਣਾਂ ਵਾਸਤੇ ਯਤਨ ਕਰ ਰਹੇ ਨੇ, ਅਸਲੀ ਵੈਰਾਗ ਦੇ ਵਿੱਚ ਉਹ ਨੇ। ਉਹਨਾਂ ਨੂੰ ਹੀ ਇਸ ਸੰਸਾਰ ਦੇ ਅੰਦਰ ਮਾਣ, ਆਦਰ ਔਰ ਸਤਿਕਾਰ ਮਿਲਦਾ ਹੈ। ਰੋਵੇ ਮਾਇਆ ਮੁਠੜੀ ਧੰਦੜਾ ਰੋਵਣ ਹਾਰੇਵਾ। ਲੇਕਿਨ ਜਿਹੜੀ ਸ੍ਰਿਸ਼ਟੀ ਹੈ ਉਹ ਮਾਇਆ ਦੇ ਮੋਹ ਨੇ ਉਹਨੂੰ ਲੁੱਟ ਲਿਆ ਹੈ ਤੇ ਮਾਇਆ ਦੇ ਮੋਹ ਦੇ ਵਿੱਚ ਦੁਖੀ ਹੋ ਰਹੀ ਹੈ। ਰੋਵੇ ਦਾ ਮਤਲਬ ਦੁਖੀ ਹੁੰਦਾ ਹੈ, ਮੁਠੜੀ ਦਾ ਮਤਲਬ ਲੁੱਟੀ ਹੋਈ। ਹੁਣ ਜਿਸ ਨੂੰ ਮਾਇਆ ਦੇ ਮੋਹ ਨੇ ਲੁੱਟ ਲਿਆ ਹੈ, ਜਿਸ ਦੀ ਮੱਤ ਨੂੰ ਵਿਕਾਰਾਂ ਦੇ ਮੋਹ ਨੇ ਠੱਗਿਆ ਹੋਇਆ ਹੈ, ਜਿਸ ਦੇ ਅੰਦਰ ਵਿਕਾਰਾਂ ਦੇ ਵਿਕਾਰ ਨੇ, ਜਿਨ੍ਹਾਂ ਦੇ ਅੰਦਰ ਲੋਭ ਮੋਹ ਵਗੈਰਾ ਵਗੈਰਾ ਨੇ, ਤਾਂ ਉਹ ਤਾਂ ਇਹ ਰੋ ਰਹੀ ਹੈ, ਦੁਖੀ ਹੋ ਰਹੀ ਹੈ ਲੁਕਾਈ। ਯਾਨੀ ਰੱਬੀ ਗੁਣਾਂ ਤੋਂ ਬਿਨਾ ਜਿਸ ਦੀ ਮੱਤ ਨੂੰ ਵਿਕਾਰਾਂ ਨੇ ਮੋਹ ਰੱਖਿਆ ਹੈ, ਉਹ ਤਾਂ ਸੰਸਾਰ ਦੇ ਕਜੀਆਂ ਦੇ ਅੰਦਰ ਹੀ ਰੋਂਦੇ ਨੇ ਔਰ ਦੁਖੀ ਹੁੰਦੇ ਨੇ। ਉਹ ਸ਼ੁਭ ਗੁਣਾਂ ਵਾਸਤੇ ਯਤਨ ਨਹੀਂ ਕਰਦੇ। ਧੰਦਾ ਰੋਵੇ ਮੈਲ ਨਾ ਧੋਵੇ ਸੁਪਨ ਅੰਤਰ ਸੰਸਾਰੋ। ਗੁਰੂ ਜੀ ਕਹਿੰਦੇ ਨੇ ਸੰਸਾਰ ਸੁਪਨਾ ਹੀ ਬਣਿਆ ਰਹਿੰਦਾ ਹੈ। ਉਹਨਾਂ ਲਈ ਸੰਸਾਰ ਇੱਕ ਸੁਪਨਾ ਹੀ ਹੈ। ਕਿਉਂ? ਧੰਦਾ ਰੋਵੇ, ਉਹ ਵਿਕਾਰਾਂ ਦੇ ਧੰਦਿਆਂ ਵਾਸਤੇ ਰੋਂਦੇ ਨੇ। ਯਾਨੀ ਝੂਠ ਨੂੰ ਬੇਸ ਬਣਾ ਕੇ ਉਹ ਕਰਮ ਕਰਕੇ ਆਪਣੇ ਹੀ ਕੀਤੇ ਕੰਮਾਂ ਨੂੰ ਆਪਣੇ ਵਾਸਤੇ ਦੁੱਖਾਂ ਦਾ ਜੰਜਾਲ ਬਣਾ ਲੈਂਦੇ ਨੇ। ਮੈਲ ਨਾ ਧੋਵੇ, ਪਰ ਆਪਣੀ ਮੈਲ ਨਹੀਂ ਧੋਂਦੇ, ਅੰਦਰ ਦੀ ਮੈਲ ਨਹੀਂ ਦੂਰ ਕਰਦੇ, ਅੰਦਰ ਦੀ ਸੋਚ ਨੂੰ ਸਾਫ਼ ਨਹੀਂ ਕਰਦੇ, ਮੈਲੀ ਸੋਚ ਦੇ ਨਾਲ ਵਿਕਾਰ ਕਮਾਈ ਜਾਂਦੇ। ਇਸ ਲਈ ਜ਼ਰੂਰਤ ਹੈ ਅੰਦਰ ਦੀ ਸੋਚ ਨੂੰ ਸਾਫ਼ ਕੀਤਾ ਜਾਏ,
ਸਾਡੇ ਅੰਦਰ ਸੱਚ ਹੋਵੇ, ਦਇਆ ਹੋਵੇ, ਪ੍ਰੇਮ ਹੋਵੇ, ਮੁਹੱਬਤ ਹੋਵੇ, ਤਾਂ ਗੁਰੂ ਜੀ ਕਹਿੰਦੇ ਨੇ ਜੀਵ ਸਾਰੀ ਉਮਰ ਮਾਇਆ ਦਾ ਧੰਦਾ ਹੀ ਪਿੱਟਦੇ ਨੇ, ਇੰਜ ਕਰਮਾਂ ਦੀ ਮੈਲ ਨਹੀਂ ਲਾਉਂਦੇ, ਉਹਨਾਂ ਲਈ ਸੰਸਾਰ ਇੱਕ ਸੁਪਨਾ ਹੀ ਬਣਿਆ ਰਹਿੰਦਾ ਹੈ। ਜਿਉਂ ਬਾਜੀਗਰ ਭਰਮੈ ਭੂਲੇ, ਝੂਠ ਮੁੱਠੀ ਅਹੰਕਾਰੋ। ਜਿਵੇਂ ਬਾਜੀਗਰ ਤਮਾਸ਼ਾ ਵਿਖਾਉਂਦਾ ਨਾ, ਤੇ ਜੀਵ ਉਸ ਤਮਾਸ਼ੇ ਦੇ ਵਿੱਚ ਰੁੱਝਾ ਰਹਿੰਦਾ ਹੈ, ਭਰਮ ਦੇ ਵਿੱਚ ਭੁੱਲ ਜਾਂਦਾ ਹੈ ਤੇ ਉਹ ਬਾਜੀਗਰ, ਤੇ ਕਦੇ ਉਹ ਚੋਰ ਬਣ ਕੇ ਆਉਂਦਾ ਹੈ, ਕਦੇ ਸਿਪਾਹੀ, ਕਦੇ ਬੁੱਢਾ, ਕਦੇ ਜਵਾਨ, ਕਦੇ ਅਣਜਾਣਾ, ਕਦੇ ਸਿਆਣਾ, ਕਦੇ ਪਾਗਲ, ਕਦੇ ਅਕਲ ਵਾਲਾ। ਤੇ ਬੰਦਾ ਉਹਦੇ ਅੰਦਰ ਬਾਜੀਗਰ ਨੂੰ ਨਹੀਂ ਵੇਂਦਾ, ਉਹਦੇ ਉਹਨਾਂ ਰੂਪਾਂ ਨੂੰ ਵੇਖ ਕੇ ਸਮਝਦਾ ਸ਼ਾਇਦ ਇਹ ਚੋਰ ਪਾਗਲ ਹੀ, ਉਹਦੇ ਵਿੱਚ ਰੁੱਝਾ ਰਹਿੰਦਾ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਰੱਬ ਇੱਕ ਹੈ, ਉਹਦੇ ਅਨੇਕਾਂ ਰੂਪ ਨੇ, ਤੇ ਬੰਦਾ ਜਿਵੇਂ ਤਮਾਸ਼ੇ ਦੇ ਵਿੱਚ ਰੁੱਝ ਜਾਂਦਾ ਨਾ, ਐਵੇਂ ਉਹ ਬੰਦਾ ਜਿਹੜਾ ਸੱਚ ਨਾਲੋਂ ਟੁੱਟਿਆ ਹੈ, ਕੂੜ ਦੀ ਠੱਗੀ ਹੋਈ ਜਿਹੜੀ ਜੀਵ ਇਸਤਰੀ ਹੈ, ਭਟਕਣਾ ਵਿੱਚ ਪੈ ਕੇ ਕੁਰਾਏ ਪਈ ਰਹਿੰਦੀ ਹੈ, ਮਾਇਆ ਦੇ ਉੱਤੇ ਮਾਣ ਕਰਦੀ ਰਹਿੰਦੀ ਹੈ, ਲੇਕਿਨ ਰੱਬ ਨੂੰ ਨਹੀਂ ਵੇਖਦੀ। ਭਾਵ ਕਿ ਬੰਦੇ ਦੇ ਅੰਦਰ ਰੱਬ ਹੈ, ਰੱਬੀ ਗੁਣ ਨੇ, ਹਰ ਇੱਕ ਦੇ ਅੰਦਰ ਪ੍ਰਭੂ ਪਰਮਾਤਮਾ ਵਸਦਾ ਹੈ। ਬੰਦਾ ਉਹਨੂੰ ਨਾ ਵੇਖ ਕੇ ਇਸ ਤਮਾਸ਼ੇ ਦੇ ਅੰਦਰ, ਖੇਲ ਦੇ ਅੰਦਰ ਰੁੱਝ ਜਾਂਦਾ ਹੈ ਔਰ ਵਿਕਾਰਾਂ ਦੇ ਵਿੱਚ ਪਿਆ ਆਪਣੇ ਜੀਵਨ ਨੂੰ ਬਰਬਾਦ ਕਰਦਾ ਹੈ। ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ। ਪ੍ਰਭੂ ਆਪ ਹੀ ਮਾਰਗ ਤੇ ਪਾਉਣ ਵਾਲਾ ਹੈ ਔਰ ਆਪ ਹੀ ਵਿਆਪਕ ਹੋ ਕੇ ਕਰਮ ਕਮਾ ਰਿਹਾ ਹੈ। ਭਾਵ ਕਿ ਉਸ ਪ੍ਰਭੂ ਦੀ ਸੱਤਿਆ ਕਰਕੇ ਅਸੀਂ ਕਰਮ ਕਮਾ ਰਹੇ ਹਾਂ, ਤੇ ਰੱਬ ਆਪ ਮਾਰਗ ਪਾਵਨ ਹਾਰਾ ਹੈ। ਭਾਵ ਕਿ ਉਹਦਾ ਜਿਹੜਾ ਹੁਕਮ ਹੈ, ਉਸ ਹੁਕਮ ਦੇ ਅੰਦਰ ਹੀ ਅਸੀਂ ਜੀਵਨ ਦਾ ਸਹੀ ਰਾਸਤਾ ਅਪਣਾ ਸਕਦੇ ਹਾਂ। ਜੋ ਉਹਦੇ ਹੁਕਮ ਦੇ ਅੰਦਰ ਆਉਂਦਾ ਹੈ, ਰੱਬ ਉਹਨੂੰ ਸੱਚੇ ਰਾਸਤੇ ਤੇ ਪਾ ਦਿੰਦਾ ਹੈ। ਨਾਮ ਰਤੇ ਗੁਰਪੂਰੇ ਰਾਖੇ, ਨਾਨਕ ਸਹਿਜ ਸੁਭਾਏ। ਪਰ ਇਹ ਜਿਹੜਾ ਹੁਕਮ ਹੈ, ਉਹਦਾ ਪਤਾ ਕਿੱਥੋਂ ਲੱਗਦਾ ਹੈ? ਗੁਰ ਪੂਰੇ ਰਾਖੇ, ਜਿਨ੍ਹਾਂ ਨੂੰ ਪੂਰੇ ਗੁਰੂ ਨੇ ਰੱਖਿਆ ਹੈ, ਜੋ ਪੂਰੇ ਗੁਰੂ ਦੀ ਸ਼ਰਨ ਵਿੱਚ ਆਏ ਨੇ, ਉਹ ਫਿਰ ਨਾਮ ਦੇ ਅੰਦਰ ਰੰਗੇ ਜਾਂਦੇ ਨੇ, ਭਾਵ ਰੱਬੀ ਹੁਕਮ ਦੇ ਅੰਦਰ ਰੰਗੇ ਜਾਂਦੇ ਨੇ। ਸਹਿਜ ਸੁਭਾਏ, ਸਹਿਜ ਦਾ ਮਤਲਬ ਆਤਮਕ ਅਡੋਲਤਾ, ਸੁਭਾਏ ਦਾ ਮਤਲਬ ਸੋਹਣੇ ਪ੍ਰੇਮ ਦੇ ਅੰਦਰ, ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਪੂਰਾ ਗੁਰੂ ਵਿਕਾਰਾਂ ਤੋਂ ਬਚਾ ਲੈਂਦਾ ਹੈ। ਉਹ ਆਤਮਕ ਅਡੋਲਤਾ ਵਿੱਚ ਟਿਕ ਜਾਂਦੇ ਨੇ, ਉਹ ਪ੍ਰਭੂ ਦੇ ਸੋਹਣੇ ਪ੍ਰੇਮ ਵਿੱਚ ਟਿਕ ਜਾਂਦੇ ਨੇ, ਉਹ ਰੱਬੀ ਗੁਣਾਂ ਦੇ ਅੰਦਰ ਰੰਗੇ ਜਾਂਦੇ ਨੇ। ਉਹ ਰੱਬ ਦੇ ਹੁਕਮ ਨੂੰ ਸਮਝ ਕੇ, ਰੱਬ ਦੇ ਹੁਕਮ ਮੁਤਾਬਕ ਜ਼ਿੰਦਗੀ ਜੀਂਦੇ ਹੋਏ ਸੁਖੀ ਔਰ ਸ਼ਾਂਤ ਰਹਿੰਦੇ ਨੇ। ਕੌਣ? ਗੁਰ ਪੂਰੇ ਰਾਖੇ, ਜੋ ਪੂਰੇ ਗੁਰੂ ਦੀ ਸ਼ਰਣੀ ਆ ਜਾਂਦੇ ਨੇ, ਜਿਨ੍ਹਾਂ ਨੂੰ ਪੂਰੇ ਗੁਰੂ ਨੇ ਰੱਖਿਆ ਹੁੰਦਾ ਹੈ, ਸਹਾਰਾ ਦਿੱਤਾ ਹੁੰਦਾ ਹੈ। ਤਾਂ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ ਸੰਸਾਰ ਨਾਸ਼ਮਾਨ ਹੈ। ਇਹ ਸੰਸਾਰ ਸਾਰਿਆਂ ਨੂੰ ਛੱਡਣਾ ਪੈਣਾ ਹੈ, ਮੌਤ ਸਾਰਿਆਂ ਨੂੰ ਆਉਣੀ ਹੈ। ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦੇ ਨੇ, ਉਹ ਰੱਬੀ ਹੁਕਮ ਨੂੰ ਸਮਝ ਕੇ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰ ਲੈਂਦੇ ਨੇ। ਲੇਕਿਨ ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਰੱਬੀ ਰਜ਼ਾ ਨੂੰ ਨਹੀਂ ਸਮਝ ਪਾਉਂਦੇ, ਰੱਬੀ ਰਜ਼ਾ ਤੋਂ ਉਲਟ ਜ਼ਿੰਦਗੀ ਜੀਂਦੇ ਹੋਏ ਉਹ ਆਪਣੇ ਜੀਵਨ ਨੂੰ ਦੁਖੀ ਔਰ ਅਸ਼ਾਂਤ ਕਰ ਲੈਂਦੇ ਨੇ। ਤਾਂ ਅੱਜ ਦੀ ਕਲਾਸ ਇੱਥੇ ਸਮਾਪਤ ਕਰਦੇ ਹਾਂ। ਅੱਜ ਜੋ ਅਸੀਂ ਇਸ ਸ਼ਬਦ ਦੀ ਵਿਚਾਰ ਕੀਤੀ ਹੈ, ਇਸ ਸ਼ਬਦ ਦੇ ਅੰਦਰ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਸਵਾਲ ਕਰ ਸਕਦੇ ਹੋ। ਜੇ ਕੋਈ ਆਪਣਾ ਵਿਚਾਰ ਦੇਣਾ ਚਾਹੇ ਤਾਂ ਆਪਣੇ ਵਿਚਾਰ ਦੇ ਸਕਦਾ ਹੈ। ਫੇਸਬੁੱਕ ਦੇ ਉੱਤੇ ਵੀ ਕੁਝ ਵੀਰ ਲਾਈਵ ਸਰਵਣ ਕਰ ਰਹੇ ਨੇ। ਲਾਈਵ ਸਰਵਣ ਕਰਨ ਵਾਲੇ ਵੀਰਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਆਪ ਸਮੂਹ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ, ਗੱਜ ਕੇ ਗੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਅੱਜ ਦੀ ਕਥਾ ਅਸੀਂ ਸਾਰਿਆਂ ਨੇ ਸਰਵਣ ਕਰ ਲਈ ਹੈ ਜੀ। ਹਮੇਸ਼ਾ ਦੀ ਤਰ੍ਹਾਂ ਜਿੱਦਾਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਕੋਈ ਵੀ ਸਵਾਲ, ਕੋਈ ਵੀ ਵਿਚਾਰ ਤੁਸੀਂ ਦੇਣੀ ਹੋਵੇ ਤਾਂ ਤੁਸੀਂ ਹੁਣੇ ਅਨਮਿਊਟ ਹੋ ਜਾਓ ਜੀ, ਤਾਂ ਕਿ ਅਸੀਂ ਗਿਆਨੀ ਜੀ ਜਦ ਤੱਕ ਸਾਡੇ ਨਾਲ ਆ ਉਹਨਾਂ ਨੂੰ ਪੁੱਛ ਸਕੀਏ। ਮੈਂ ਰਵਿੰਦਰ ਸਿੰਘ ਜੀ ਤੁਹਾਡੇ ਕੋਲ ਹੁਣੇ ਆਉਣਾ ਜੀ, ਤੇ ਇੱਕ ਦੋ ਗੱਲਾਂ ਕਰਨੀਆਂ। ਇੱਕ ਸੂਚਨਾ ਮੈਂ ਦੇਣੀ ਹੈ ਜੀ, ਉਹ ਹੈਗੀ ਆ ਸਾਡੀ ਕਲਾਸ ਦੇ ਨਾਲ ਸੰਬੰਧਿਤ। ਤੇ ਸਾਡੀ ਕਲਾਸ ਜਿਹੜੀ ਹੈਗੀ ਜੀ ਇਸ ਵੇਲੇ ਕਾਫੀ ਚਿਰ ਤੋਂ ਚੱਲ ਰਹੀ ਆ, ਤੇ ਉਹਦੇ ਵਿੱਚ ਆਪਾਂ ਸੋਮਵਾਰ ਤੋਂ ਲੈ ਕੇ ਸ਼ਨੀਚਰਵਾਰ ਤਾਈਂ 6 ਦਿਨ ਆਪਾਂ ਕਲਾਸ ਚਲਾਈ ਦੀ ਆ। ਤੇ ਸਾਨੂੰ ਕਾਫੀ ਸੁਝਾਅ ਆਏ ਸੀਗੇ, ਥੋੜੇ ਚਿਰ ਤੋਂ ਆ ਰਹੇ ਆ, ਤੇ ਉਹਨਾਂ ਸਾਰਿਆਂ ਸੁਝਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਇਹ ਫੈਸਲਾ ਹੋਇਆ ਕਿ ਜਿਹੜੀ ਇਹ ਕਲਾਸ ਆ ਉਹ ਮੰਡੇ ਟੂ ਫਰਾਈਡੇ ਚੱਲਿਆ ਕਰੂਗੀ ਜੀ। ਹੁਣ ਸੈਟਰਡੇ ਨਹੀਂ ਹੋਇਆ ਕਰੂਗੀ। ਉਹਦੇ ਵਿੱਚ
ਜਿਹੜੀ ਮੈਜੋਰਿਟੀ ਦੇ ਰੀਜ਼ਨ ਸੀਗੇ ਜੀ, ਹੁਣ ਜਿੱਦਾਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀਗਾ ਪਿੱਛੇ ਮਾਰਚ ਦੇ ਵਿੱਚ, ਅਪ੍ਰੈਲ ਦੇ ਵਿੱਚ, ਤੇ ਉਹਦੇ ਵਿੱਚ ਬਿਲਕੁਲ ਅਸੀਂ ਲੋਕਡਾਊਨ ਸੀਗੇ, ਕਿਤੇ ਆ ਜਾ ਨਹੀਂ ਸੀ ਸਕਦੇ। ਤੇ ਹੁਣ ਥੋੜਾ ਈਜ਼ ਹੋ ਗਿਆ ਸਾਰੇ ਮੁਲਕਾਂ ਦੇ ਵਿੱਚ। ਤੇ ਹੁਣ ਸਾਡੇ ਬੱਚੇ ਜਿਨ੍ਹਾਂ ਕਈ ਵਾਰੀ ਆਪਾਂ ਇਕੱਲੇ ਇਕੱਲੇ ਰਹਿੰਦੇ ਆ, ਤਾਂ ਬੱਚੇ ਆਉਂਦੇ ਸਾਡੇ ਕੋਲ, ਆਉਣ ਜਾਣ ਲੱਗ ਪਏ ਆ। ਵੀਕਐਂਡ ਤੇ ਆਉਂਦੇ, ਕੋਈ ਬੱਚਿਆਂ ਦੇ ਨਾਲ ਵੀ ਅਟੈਂਡ ਕਰਨਾ ਹੁੰਦਾ ਜਾਂ ਕੋਈ ਸ਼ਾਪਿੰਗ ਕਰਨੀ ਹੁੰਦੀ ਆ, ਉਹਦੇ ਵਿੱਚ ਉਹ ਚਾਹੁੰਦੇ ਆ ਕਿ ਸਾਨੂੰ ਇੱਕ ਦਿਨ ਮਿਲਣਾ ਚਾਹੀਦਾ ਫ੍ਰੀ। ਤੇ ਜਿਨ੍ਹਾਂ ਨੂੰ ਇਹ ਨਾ ਸੂਟ ਕਰਦਾ ਹੋਵੇ, ਉਹਨਾਂ ਨੂੰ ਅਸੀਂ ਉਹਨਾਂ ਦੇ ਕੋਲੋਂ ਅਸੀਂ ਮਾਫੀ ਮੰਗਦੇ ਹਾਂ ਜੀ, ਪਰ ਅਸੀਂ ਸਾਰਿਆਂ ਨੂੰ ਕੇਟਰ ਕਰਨਾ ਚਾਹੁੰਦੇ ਹਾਂ। ਸੋ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆ ਕਿ ਜਿਹੜੀ ਇਸ ਵੇਲੇ ਕਰੋਨਾ ਵਾਇਰਸ ਥੋੜਾ ਜਿਹਾ ਸੌਖਾ ਹੋ ਗਿਆ, ਤੇ ਉਹਦੇ ਵਿੱਚ ਆਪਣੇ ਫੈਮਲੀਆਂ ਨੂੰ ਵੀ ਮਿਲਣ ਵਾਸਤੇ ਥੋੜਾ ਟਾਈਮ ਕੱਢਣਾ ਪੈਣਾ। ਇਸ ਕਰਕੇ ਇਸ ਵਿਚਾਰ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਮੰਡੇ ਟੂ ਫਰਾਈਡੇ ਕੀਤਾ ਜਾਣਾ ਜੀ। ਸੋ ਇਹ ਸੂਚਨਾ ਸੀਗੀ। ਤੇ ਦੂਸਰੀ, ਸਾਨੂੰ ਅੱਜ ਬਹੁਤ ਖੁਸ਼ੀ ਹੋਈ ਜੀ ਦਵਿੰਦਰ ਸਿੰਘ ਤੂਰ ਨੂੰ ਕੁਛ ਟਾਈਮ ਤੇ ਬਾਅਦ ਦੇਖਣ ਤੇ ਬਾਅਦ, ਕਿਉਂਕਿ ਥੋੜਾ ਢਿੱਲੇ ਸੀਗੇ, ਮੈਡੀਕਲ ਪ੍ਰੋਬਲਮ ਸੀਗੀ, ਤੇ ਅਸੀਂ ਹਾਲ ਚਾਲ ਤਾਂ ਪੁੱਛਦੇ ਰਹੇ, ਪਰ ਅੱਜ ਉਹ ਸਾਡੇ ਨਾਲ ਜ਼ੂਮ ਕਲਾਸ ਤੇ ਜੁੜੇ ਆ। ਅਸੀਂ ਉਹਨਾਂ ਨੂੰ ਵੈਲਕਮ ਕਹਿੰਦੇ, ਜੀ ਆਇਆਂ ਕਹਿੰਦੇ ਆ, ਤੇ ਉਹਨਾਂ ਦੀ ਤੰਦਰੁਸਤੀ ਵਾਸਤੇ ਹਮੇਸ਼ਾ ਹੀ ਸਾਡੇ ਕੋਲੋਂ ਗੁੱਡ ਵਿਸ਼ਸ ਰਹੀਆਂ ਵੀ ਆ, ਤਾਂ ਹੁਣ ਰਹਿਣਗੀਆਂ ਵੀ। ਤੇ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਅੱਜ ਆ ਗਏ ਜੀ, ਤੇ ਅਸੀਂ ਆਪ ਜੀ ਦਾ ਬਹੁਤ ਵੈਲਕਮ ਕਰਦੇ ਹਾਂ। ਤੁਸੀਂ ਗੱਲ ਕਰਦੇ ਸੀਗੇ ਕਿ ਤੁਸੀਂ ਸ਼ਾਇਦ ਕੋਈ ਗੱਲ ਵੀ ਕਰਨੀ, ਤੁਸੀਂ ਅਨਮਿਊਟ ਹੋ ਕੇ ਗੱਲ ਕਰ ਸਕਦੇ ਜੀ। ਤੇ ਪਹਿਲਾਂ ਅਸੀਂ ਰਵਿੰਦਰ ਸਿੰਘ ਨੈਂਦਰਾ ਜੀ ਕੋਲ ਆਵਾਂਗੇ, ਉਹਦੇ ਬਾਅਦ ਦਵਿੰਦਰ ਸਿੰਘ ਜੀ ਤੁਸੀਂ ਆਪ ਅਨਮਿਊਟ ਹੋ ਜਾਇਓ। ਹਾਂਜੀ ਰਵਿੰਦਰ ਸਿੰਘ ਜੀ। ਹਾਂਜੀ, ਮੈਂ ਇੱਕ ਕਮੈਂਟ ਅਤੇ ਇੱਕ ਸਵਾਲ ਜਿਹਾ ਵੀ ਹੈਗਾ। ਕਮੈਂਟ ਪਹਿਲਾਂ ਇਹ ਸੀਗਾ ਕਿ ਜਿਹੜੇ ਗਿਆਨੀ ਜੀ, ਜਿੱਦਾਂ ਤੁਸੀਂ ਕਿਹਾ ਕਿ ਰੱਬ ਇੱਕ ਹੈ ਤੇ ਦੁਨੀਆ ਵੀ ਇੱਕ ਹੋ ਸਕਦੀ ਆ, ਤੇ ਉਹਦੇ ਬਾਰਡਰ ਵੀ ਨਿਕਲ ਸਕਦੇ ਆ। ਇਹੋ ਹੀ ਚੀਜ਼ ਇੱਥੇ ਹੋ ਚੁੱਕੀ ਹੈ ਯੂਰੋਪੀਅਨ ਯੂਨੀਅਨ 'ਚ। ਲਾ ਲਓ ਇੱਥੇ ਇੱਕੋ ਹੀ ਕਰੰਸੀ ਆ, ਕੋਈ ਬਾਰਡਰ ਨਹੀਂ ਹੈਗੇ, ਤੇ ਉਹੋ ਹੀ ਸਿਸਟਮ ਇੱਥੇ ਉਹ ਲੱਗਦਾ ਕਿ ਮੈਨੂੰ ਉਹੀ ਚੱਲ ਰਿਹਾ ਜਿਹੜਾ ਤੁਸੀਂ ਕਹਿ ਰਹੇ ਆ। ਤੇ ਮੈਂ ਨਾ ਥੋੜਾ ਆਵਾਜ਼ ਦੀ ਪ੍ਰੋਬਲਮ ਹੈ, ਸਮਝ ਨਹੀਂ ਪਾਇਆ ਕਿ ਹਾਂਜੀ ਇਹ ਮੈਂ ਸਮਝ ਲੱਗੇ ਗੱਲ। ਮੈਂ ਸਿਰਫ ਇਹੋ ਕਮੈਂਟ ਸੀ ਕਿ ਜਿੱਦਾਂ ਤੁਸੀਂ ਕਹਿੰਦੇ ਨਾ ਕਿ ਰੱਬ ਵੀ ਇੱਕ ਆ ਤੇ ਦੁਨੀਆ ਵੀ ਇੱਕ ਹੋ ਸਕਦੀ ਆ, ਤੇ ਏਦਾਂ ਦੁਨੀਆ ਦੇ ਮੁਲਕ ਵਿੱਚੋਂ ਬਾਰਡਰ ਨਿਕਲ ਸਕਦੇ ਆ ਤੇ ਕਰੰਸੀ ਇੱਕ ਹੋ ਸਕਦੀ ਆ। ਇਹ ਮੈਂ ਕਹਿਣਾ ਸੀ ਕਿ ਯੂਰੋਪੀਅਨ ਯੂਨੀਅਨ 'ਚ ਆਲਰੇਡੀ ਏਦਾਂ ਕਰ ਹੀ ਰਿਹਾ, ਕਿ ਹੋ ਵੀ ਚੁੱਕਾ ਕਾਫੀ, ਤੇ ਗਾਂਹ ਵੀ ਕਰ ਰਿਹਾ ਏਦਾਂ। ਹਾਂ ਉਹੀ ਸਿਸਟਮ ਹੈ ਜਿਹੜਾ ਤੁਸੀਂ ਕਹਿੰਦੇ ਇਹੋ ਚੱਲ ਰਿਹਾ ਹੈ। ਹਾਂਜੀ ਹਾਂਜੀ ਹਾਂਜੀ। ਔਰ ਇਹ ਨਾ ਵੱਡੇ ਪੱਧਰ ਤੇ ਜਿਸ ਤਰ੍ਹਾਂ ਹੁਣ ਯੂਰੋਪੀਅਨ ਉਹਨਾਂ ਦਾ ਆਪਣਾ ਕਰ ਲਿਆ, ਤਾਂ ਪੂਰੀ ਦੁਨੀਆ ਦੀ ਵੀ ਹੋ ਸਕਦੀ ਹੈ। ਜਿਹੜੀ ਇਹ ਫਿਲਾਸਫੀ ਗੁਰੂ ਨਾਨਕ ਦੇਵ ਦੀ, ਤਾਂ ਹੋ ਸਕਦਾ ਹੈ, ਪੋਸੀਬਿਲਿਟੀ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਐਸਾ ਕੁਝ ਹੋ ਜਾਏ। ਹਾਂਜੀ ਹਾਂਜੀ, ਉਹਦੇ ਵਾਸਤੇ ਯਤਨ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ। ਔਰ ਅਸੀਂ ਜਿਹੜੇ ਸਾਡੇ ਜ਼ਿਆਦਾ ਨਹੀਂ, ਤਾਂ ਅਸੀਂ ਉਸ ਪੱਧਰ ਤੇ ਤਾਂ ਸਾਡੇ ਕੋਲ ਨਹੀਂ ਹੈ, ਪਰ ਜਿਹੜੇ ਸਾਡੇ ਵੱਸ ਵਿੱਚ ਨੇ ਘਰਾਂ ਦੇ ਵਿੱਚ, ਜਾਂ ਸਾਡਾ ਆਪਸੀ ਮਿਲਵਰਤਨ, ਤਾਂ ਉਹਨੂੰ ਅਸੀਂ ਇਹੋ ਜਿਹਾ ਬਣਾ ਸਕਦੇ ਹਾਂ। ਬਹੁਤ ਵਧੀਆ ਵਿਚਾਰ ਨੇ ਤੁਹਾਡੇ ਤੇ। ਇੱਕ ਮੈਂ ਥੋੜਾ ਜਿਹਾ ਪੁੱਛਣਾ ਸੀਗਾ, ਜਿਹੜੇ ਦੋ ਲਾਈਨਾਂ ਇੱਥੇ ਆਪਾਂ ਕੀਤੀਆਂ ਸੀ, ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਪਾਲੇ, ਤੇ ਇੱਕ ਇਹ ਲਾਈਨ ਜਿਹੇ ਕਰਮ ਕਰਾਏ ਕਰਤਾ, ਤੇ ਦੂਸਰੀ ਮੈਂ ਕਿਹਾ ਸੇਮ ਆਈਡੀਆ ਹੈ ਜਿਹੜਾ ਕਿ ਅਗਲੀ ਲਾਈਨ 'ਚ ਜਿੱਥੇ ਆਪੇ ਕਰਮ ਕਰਾਏ, ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਰਾਏ। ਮੈਂ ਸਿਰਫ ਇਹ ਪੁੱਛਣਾ ਸੀ ਕਿ ਥੋੜਾ ਜਿਹਾ ਇੱਥੇ ਥੋੜਾ ਜਿਹਾ ਬੋਲ ਸਕਦੇ ਜੇ ਜਿਹੇ ਕਰਮ ਕਰਾਏ ਕਰਤਾ, ਇਹਦਾ ਥੋੜਾ ਜਿਹਾ ਵਿਖਿਆਨ ਕਰ ਸਕਦੇ ਹਾਂ। ਹਾਂਜੀ, ਉਹ ਇਹ ਹੈਗਾ ਕਿ ਜਿਵੇਂ ਨਾ ਆਪੇ ਕਰਮ ਕਰਾਏ ਕਰਤਾ, ਮਤਲਬ ਜੋ ਰੱਬ ਨੇ ਸਿਸਟਮ ਬਣਾਇਆ ਨਾ, ਉਹ ਸਿਸਟਮ ਦੇ ਅੰਦਰ ਹੀ ਉਹ ਕਰਮ ਕਰਾਉਂਦਾ, ਸਿਸਟਮ ਤੋਂ ਬਾਹਰ ਨਹੀਂ। ਫਾਰ ਐਗਜ਼ਾਮਪਲ, ਜਿਵੇਂ ਸਾਨੂੰ ਜੀਵਨ ਦੇ ਰਿਹਾ, ਅਸੀਂ ਆਕਸੀਜਨ ਨਾਲ ਜਿੰਦਾ ਰਹਿਣਾ, ਤਾਂ ਆਕਸੀਜਨ ਦੇ ਨਾਲ ਹੀ ਜਿੰਦਾ ਰੱਖੇਗਾ ਉਹ, ਮਤਲਬ ਕਾਰਬਨ ਮੋਨੋਆਕਸਾਈਡ ਨਾਲ। ਰੱਬ ਦੇ ਹੁਕਮ ਦੀ ਗੱਲ ਹੈ। ਦੂਜੀ ਕਾਰ ਕੀਤੀ ਨਹੀਂ ਜਾ ਸਕਦੀ, ਯਾਨੀ ਸਿਸਟਮ ਤੋਂ ਉਲਟ ਨਹੀਂ ਕੁਝ ਕੀਤਾ ਜਾ ਸਕਦਾ। ਸਿਸਟਮ ਦੇ ਵਿੱਚ ਬਹੁਤ ਕੁਝ ਤੁਸੀਂ ਕਰ ਸਕਦੇ ਹੋ, ਤੇ ਸਿਸਟਮ ਤੋਂ ਬਾਹਰ ਨਹੀਂ। ਮਤਲਬ ਜਿਵੇਂ ਵੀ ਸਾਇੰਸ ਦੀਆਂ ਜਿੰਨੀਆਂ ਵੀ ਖੋਜਾਂ ਵੀ ਹੋਈਆਂ ਨੇ, ਤਾਂ ਉਹ ਸਿਸਟਮ ਵਿੱਚ ਹੋਈਆਂ ਨੇ, ਨਿਯਮ ਤੋਂ ਬਾਹਰ ਨਹੀਂ। ਜਿਵੇਂ ਹੁਣ ਆਪਣਾ 2 ਮਿੰਟ ਵਾਸਤੇ ਬਲਬ ਹੀ ਹੈਗਾ, ਤਾਂ ਇਹਦੇ ਵਿੱਚ ਆਰਗਨ ਗੈਸ ਭਰੀ ਹੁੰਦੀ ਹੈ ਨਾ, ਤੇ ਜੇ ਅਸੀਂ ਚਾਹੀਏ ਵੀ ਬਲਬ ਦੇ ਵਿੱਚ ਆਕਸੀਜਨ ਗੈਸ ਭਰ ਕੇ ਜਗਾ ਦੇਈਏ, ਤਾਂ ਉਹ ਜਗਣਾ ਨਹੀਂ। ਬਲਬ ਤੁਸੀਂ ਜਗਾ ਸਕਦੇ ਹੋ ਆਰਗਨ ਗੈਸ ਭਰ ਕੇ, ਲੇਕਿਨ ਜੇ ਇੱਥੇ ਚਾਹੀਏ ਤੇ ਅਸੀਂ ਕਾਰਬਨ ਮੋਨੋਆਕਸਾਈਡ ਭਰ ਦੇਈਏ, ਤਾਂ ਫਿਰ ਉਹ ਪ੍ਰੋਬਲਮ ਕ੍ਰੀਏਟ ਹੋਈ।
मतलब ये मेरा हो सकता है कि मैं गलत बोल गया हूँ क्योंकि इतनी ज्यादा नॉलेज साइंस बारे नहीं। कहने का मतलब कि ਜਿਹੜਾ सिस्टम ਜਿਹੜਾ ਨਾ सिस्टम ਤੋਂ ਬਾਹਰ ਨਹੀਂ ਕੁਝ ਹੋ ਸਕਦਾ। ਠੀਕ ਹੈ तो सिस्टम ਦੇ ਵਿੱਚ ਅਸੀਂ ਸਾਰਾ ਕੁਝ ਕਰ ਸਕਦੇ। ਇਹਦਾ ਮਤਲਬ ਕਿਰਾਏ ਦਾ ਮਤਲਬ ਕਿ ਸਿਸਟਮ ਵਿੱਚ ਹੁਕਮ ਵਿੱਚ। ਹਾਂਜੀ ਓਕੇ ਥੈਂਕ ਯੂ। ਧੰਨਵਾਦ ਜੀ ਰਵਿੰਦਰ ਸਿੰਘ ਜੀ। ਤੇ ਮੈਂ ਹੁਣ ਦਵਿੰਦਰ ਸਿੰਘ ਤੂਰ ਜੀ ਨੂੰ ਕਹਾਂਗਾ ਜੀ, ਤੁਸੀਂ ਕਹਿੰਦੇ ਸੀਗੇ ਕਿ ਸ਼ਾਇਦ ਮੈਂ ਕੋਈ ਗੱਲ ਕਰਨੀ ਹੈ ਪਹਿਲਾਂ, ਜੇ ਤੁਸੀਂ ਅਨਮਿਊਟ ਹੋ ਕੇ ਗੱਲ ਕਰਨੀ ਹੈ ਜੀ ਤਾਂ ਤੁਸੀਂ ਅਨਮਿਊਟ ਹੋ ਜਾਓ ਪਹਿਲਾਂ। ਹੋਏ ਨਹੀਂ ਜੀ ਅਨਮਿਊਟ ਨਹੀਂ ਹਾਲੇ ਹੋਏ, ਪਹਿਲਾਂ ਅਨਮਿਊਟ ਕਰੋ। ਹਾਂਜੀ ਕਰੋ ਗੱਲ, ਤੁਸੀਂ ਅਨਮਿਊਟ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਯਾਨੀ ਜੀ ਮੈਂ ਇਹ ਕਲਾਸ ਅੱਜ ਤਕਰੀਬਨ 10 ਵੀਕਾਂ ਬਾਅਦ ਜ਼ੂਮ ਦੀ ਅਟੈਂਡ ਕੀਤੀ ਹੈ, ਪਰ ਖੈਰ ਮੈਂ ਟਰਾਈ ਤਾਂ ਬਹੁਤ ਕਰਦਾ ਰਿਹਾ ਵੀ ਤੁਹਾਡੀ ਕਲਾਸ ਨੂੰ ਸੁਣਨ ਵਾਸਤੇ। ਪਿਛਲੇ 6 ਵੀਕਾਂ ਤੋਂ ਤਾਂ ਮੈਂ ਲਗਾਤਾਰ ਹੀ ਸ਼ਾਮ ਨੂੰ 6:30 ਵਜੇ YouTube ਤੇ ਜਾ ਕੇ ਸੁਣਦਾ ਰਿਹਾ। ਤੁਹਾਡਾ ਮੇਰਾ ਕੋਈ ਕੁਐਸਚਨ ਨਹੀਂ ਹੈ ਜੀ। ਤੁਸੀਂ ਇਕੱਲੇ ਹੀ ਇੱਕ ਦੱਸਿਆ ਸੀਗਾ ਵੀ ਹਰ ਇੱਕ ਇਨਸਾਨ ਆਪਾਂ ਰੋਜ਼ ਹੀ ਤੁਹਾਡੇ ਲੈਸਨ ਵੀ ਸੁਣਦੇ ਹਾਂ, ਬੁੱਕਾਂ ਵੀ ਪੜ੍ਹਦੇ ਹਾਂ, ਆਪਸ ਵਿੱਚ ਹੀ ਵਿਚਾਰ ਵਟਾਂਦਰਾ ਵੀ ਕਰਦੇ ਹਾਂ ਵੀ ਪਰਮਾਤਮਾ ਇੱਕ ਹੈ। ਹਾਂਜੀ, ਵੀ ਉਹ ਸਾਰਿਆਂ ਵਿੱਚ ਵਸ ਰਿਹਾ ਹੈ। ਅੱਜ ਕੱਲ੍ਹ ਦਾ ਕੁਐਸਚਨ ਤੁਹਾਡਾ ਹੀ ਕੁਐਸਚਨ ਹੈ ਜੀ, ਤੁਹਾਡਾ ਹੀ ਆਨਸਰ ਹੈ। ਵੀ ਤੁਹਾਡਾ ਕੁਐਸਚਨ ਇਹ ਸੀ ਕਿ ਸਾਨੂੰ ਉਹ ਦਿਸਦਾ ਕਾਹਤੇ ਨਹੀਂ। ਬਿਲਕੁਲ ਠੀਕ, ਬਿਲਕੁਲ ਠੀਕ ਹੈ। 100% ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਕਿਸੇ ਵੀ ਤਰ੍ਹਾਂ ਦਾ। ਜੇ ਤੁਸੀਂ ਦੱਸਿਆ ਸੀ ਵੀ ਉਹ ਦਿਸਦਾ ਕਿਉਂ ਨਹੀਂ ਹੈ, ਉਹਦਾ ਆਨਸਰ ਨਹੀਂ ਤੁਸੀਂ ਦਿੱਤਾ ਸੀਗਾ। ਵੀ ਜੇ ਮੰਨ ਲਈਏ ਵੀ ਤੁਹਾਡੇ ਵਿੱਚ ਪਰਮਾਤਮਾ ਵਸਦਾ ਹੈ ਤੇ ਸਾਨੂੰ ਇਹਦੀ ਤੁਲਨਾ ਕਰਨੀ ਪਊਗੀ ਦੈਵੀ ਗੁਣਾਂ ਨਾਲ। ਹਾਂਜੀ, ਉਹ ਦੈਵੀ ਗੁਣ ਸੀ ਉਹ ਚ ਮੰਨਣ ਤਿਆਰ ਨਹੀਂ। ਕਿਉਂ ਕਿ ਈਗੋ ਹੈ। ਮੇਰਾ ਮਤਲਬ ਕਹਿਣ ਦਾ ਇਹ ਦੇਖ ਤੁਹਾਨੂੰ ਵੀ ਰਿਪੀਟ ਹੋ ਜਾਊਗਾ, ਬਾਕੀ ਕਲਾਸ ਵਾਲੇ ਬੰਦਿਆਂ ਨੂੰ, ਮੇਰੇ ਭੈਣਾਂ ਭਰਾਵਾਂ ਨੂੰ, ਤੇ ਮੈਨੂੰ ਵੀ ਇਹ ਚੀਜ਼ ਬਾਰੇ ਇੰਨੀ ਚੀਜ਼ ਨੌਲੇਜ ਸੀਗਾ, ਪਰ ਮੈਂ ਇਹਨੂੰ ਬਿਆਨ ਨਹੀਂ ਸੀ ਕਰ ਸਕਦਾ ਜਿਹੜਾ ਤੁਸੀਂ ਕੱਲ ਕੀਤਾ। ਜੇ ਇਹਦੀ ਕੋਈ ਤੁਸੀਂ ਕਲੈਰੀਫਾਈ ਕਰਨੀ ਚਾਹੁੰਦੇ ਹੋ ਉਹ ਜ਼ਰੂਰ ਅੱਧੇ ਕੁ ਮਿੰਟ ਚ ਕਰ ਦਿਓ, ਇੱਕ ਲਾਈਨ ਚ, ਤਾਂ ਕਿ ਕੋਈ ਇਹ ਚ ਮਤਲਬ ਮੈਨੂੰ ਕੋਈ ਡਾਊਟ ਦੀ ਗੱਲ ਨਾ ਰਹੇ। ਅੱਛਾ, ਦੂਸਰੀ ਗੱਲ ਇਹ ਹੈ ਸੰਸਕਾਰ ਤੇ ਸੰਸਕਾਰ ਦਾ ਫਰਕ। ਪਿਛਲੀ ਕਲਾਸ ਵਿੱਚ ਲਾਸਟ ਵੀਕ ਸੀਗਾ ਤੇ ਇਧਰੋਂ ਆਵਾਜ਼ ਆ ਰਹੀ ਸੀ ਕਿ ਸੰਸਕਾਰ ਤੇ ਸੰਸਕਾਰ ਦੋ ਜਗ੍ਹਾ ਵਰਤਦੇ ਆ। ਇਹ ਦੋ ਜਗ੍ਹਾ ਨਹੀਂ ਵਰਤਦੇ, ਇਹ ਦੋ ਹੀ ਅੱਖਰ ਵੱਖੋ ਵੱਖਰੇ ਆ। ਇੱਕ ਟਿੱਪੀ ਨਾਲ ਆ, ਇੱਕ ਬਿਨਾਂ ਟਿੱਪੀ ਤੋਂ। ਉਹਦਾ ਮਤਲਬ ਹੋਰ ਹੈ, ਉਹਦਾ ਮਤਲਬ ਹੋਰ ਹੈ ਕਿ ਨਹੀਂ। ਚਲੋ ਇਹ ਕਿਉਂ ਮੈਂ 10 ਵੀਕਾਂ ਬਾਅਦ ਆਉਣ ਦੇ ਬਾਅਦ ਮੇਰਾ ਮਨ ਕਰਦਾ ਸੀਗਾ ਵੀ ਮੈਂ ਵੀ ਆਪਣੇ ਆਪ ਨੂੰ ਹੌਲਾ ਕਰ ਲਵਾਂ। ਅੱਛਾ, ਬਾਕੀ ਉਦੋਂ ਪਿਛਲੇ ਵੀਕ ਕਲਾਸ ਚੱਲਦੀ ਸੀ ਭੋਗ ਲਾਉਣ ਦੀ ਗੱਲ। ਉਹਦੇ ਵਿੱਚ 2 ਦਿਨ ਇਹ ਗੱਲ ਚੱਲਦੀ ਰਹੀ। ਉਹ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕੋਈ ਗੁਰਦੁਆਰਾ ਸਾਹਿਬ ਦੀ ਕਮੇਟੀ ਆਪਣੇ ਤੇ ਇਹ ਇਲਜ਼ਾਮ ਨਹੀਂ ਲੈਣਾ ਚਾਹੁੰਦੀ ਕਿ ਅਸੀਂ ਇਹ ਕਾਨੂੰਨ ਪਾਸ ਕਰ ਦਈਏ ਤੇ ਉਹਦੇ ਨਾਲ ਵੀ ਸੰਗਤ ਵੀ ਤੇ ਉਹਦੇ ਦੋ ਫੜ ਪਾਰਟੀ ਦੋ ਫੜ ਹੁੰਦੀ ਹੈ। ਇਸੇ ਕਰਕੇ ਇਹਦਾ ਮੇਨ ਰੀਜ਼ਨ ਤਾਂ ਇਹੀ ਹੈ ਵੀ ਜਿਹੜਾ SGPC ਸਾਨੂੰ ਉੱਥੋਂ ਉਹ ਡਾਇਰੈਕਟ ਕਰੇ। ਕਿਉਂ ਕਿ ਇਸੇ ਕੰਟਰੀ ਵਿੱਚ ਤਕਰੀਬਨ 300 ਤੋਂ ਵੱਧ ਗੁਰਦੁਆਰਾ ਸਾਹਿਬ। ਜੇ ਅਸੀਂ ਜਿਹੜੀ ਕਮੇਟੀ ਬਣੀ ਹੋਊਗਾ ਜਿਹੜੀ ਸਿੱਖ ਕੌਂਸਲ ਹੈ ਉਹਦੇ ਕੋਲ ਇਹ ਕੁਐਸਚਨ ਉਠਾਈਏ ਸਾਰੇ ਗੁਰਦੁਆਰੇ, ਉਹ ਫਿਰ ਅੱਗੇ ਫਾਰਵਰਡ ਕਰਨ ਅੰਮ੍ਰਿਤਸਰ ਗੁਰਦੁਆਰਾ, ਉਹ ਹੱਲ ਕਰ ਸਕਦੇ ਆ। ਆਪਾਂ ਨਹੀਂ ਇਹ ਚੀਜ਼ ਹੱਲ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੋਹਨ ਸਿੰਘ ਜੀ। ਹਾਂਜੀ ਹਾਂ, ਤੁਸੀਂ ਕੋਈ ਇਹਦੇ ਬਾਰੇ ਕੋਈ ਟਿੱਪਣੀ ਕਰਨੀ ਤਾਂ ਠੀਕ ਹੈ, ਨਹੀਂ ਤਾਂ ਸਾਡੇ ਨਾਲ ਹੋਰ ਵੀ ਜਗਜੀਤ ਕੌਰ ਵੀ। ਧੰਨਵਾਦ ਜੀ ਤੁਹਾਡਾ ਆਪਣੇ ਵਿਚਾਰ ਦੇਣ ਦਾ। ਬਾਕੀ ਜਿਹੜੀ ਸ਼੍ਰੋਮਣੀ ਕਮੇਟੀ ਉਹਨੇ ਤਾਂ ਉਹ ਫੈਸਲਾ ਦੇ ਹੀ ਦਿੱਤਾ ਸਾਡੇ ਕੋਲ ਰਹਿਤ ਮਰਿਆਦਾ ਛਾਪ ਕੇ, ਤੇ ਉਹਦੇ ਵਿੱਚ ਫੈਸਲਾ ਦੇ ਦਿੱਤਾ। ਬਾਕੀ ਤੁਹਾਡੇ ਵਿਚਾਰਾਂ ਦਾ ਧੰਨਵਾਦ। ਔਰ ਕਾਫੀ ਦਿਨਾਂ ਬਾਅਦ ਤੁਸੀਂ ਕਲਾਸ ਵਿੱਚ ਆਏ, ਤੁਹਾਡਾ ਮੋਸਟ ਵੈਲਕਮ ਦੁਬਾਰਾ। ਔਰ ਸਾਡੀ ਸਾਰੀ ਕਲਾਸ ਵੱਲੋਂ ਤੁਹਾਡੀ ਤੰਦਰੁਸਤੀ ਵਾਸਤੇ ਅਰਦਾਸ ਕਰਨਾ, ਵਾਹਿਗੁਰੂ ਤੰਦਰੁਸਤੀ ਬਖਸ਼ਿਸ਼ ਕਰੇ ਤੇ ਇਸੇ ਤਰ੍ਹਾਂ ਆਪਾਂ ਵਿਚਾਰ ਕਰਦੇ ਕਰਦੇ ਰਹੀਏ। ਬਸ ਮੈਂ ਕੁਝ ਕਹਿਣਾ। ਥੈਂਕ ਯੂ, ਵੈਲਕਮ ਤੁਹਾਡਾ ਕਲਾਸ ਵਿੱਚ।
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਜੀਤ ਕੌਰ ਜੀ। ਹਾਂਜੀ ਵੀਰ ਜੀ, ਅੱਜ ਤੁਸੀਂ ਜੋ ਕਲਾਸ ਬਾਰੇ ਨਿਊਜ਼ ਸੁਣਾਈ ਹੈ ਬੜਾ ਧੱਕਾ ਜਿਹਾ ਲੱਗਿਆ ਮੈਨੂੰ। ਮੇਰਾ ਇਹ ਕੁਐਸਚਨ ਹੈਗਾ, ਜਿਹੜੇ ਵੀਰ ਭੈਣਾਂ ਅੱਜ ਜ਼ੂਮ ਤੇ ਬੈਠੇ ਨੇ ਉਹਨਾਂ ਕੋਲੋਂ ਪੁੱਛੋ ਉਹ ਸਹਿਮਤ ਹੈਗੇ ਨੇ ਇਸ ਚੀਜ਼ ਤੋਂ, ਕਿਉਂਕਿ ਭਾਈ ਸਾਹਿਬ ਜੀ ਦਾ ਤੁਸੀਂ YouTube ਤੇ ਵੀ ਸੁਣ ਸਕਦੇ ਹੋ, ਜਿਨ੍ਹਾਂ ਨੇ ਮਿਸ ਕੀਤਾ ਹੁੰਦਾ। ਇਹ ਇੱਕ ਦਿਨ ਦੀ ਗੱਲ ਹੈ, ਹਫਤੇ ਦੀ, ਸੋ ਉਹ ਉੱਥੇ YouTube ਤੇ ਜਾਂ Facebook ਤੇ ਜਾ ਕੇ ਸੁਣ ਸਕਦੇ ਹਨ। ਪਰ ਜਿਹੜੇ ਅਸੀਂ ਨਾਲ ਜੁੜਦੇ ਹਾਂ, ਮੇਰੇ ਤੇ ਖਿਆਲ ਹੈ ਕਿ ਸੈਟਰਡੇ ਨੂੰ ਵੀ ਹੋਣਾ ਚਾਹੀਦਾ। ਠੀਕ ਹੈ ਜੀ, ਉਹ ਤੁਹਾਡੀ ਗੱਲ ਠੀਕ ਹੈ ਜੀ। ਇਹ ਕਾਫੀ ਚਿਰ ਤੋਂ ਬਰੂ ਹੋ ਰਹੀ ਸੀ ਗੱਲ, ਕਾਫੀ ਚਿਰ ਤੋਂ ਆ ਰਹੇ ਸੀਗੇ ਵਿਚਾਰ। ਮੈਂ ਜਿੱਦਾਂ ਐਕਸਪਲੇਨ ਕੀਤਾ ਹੈ ਨਾ ਜੀ, ਉਹ ਇਹ ਹੈ ਕਿ ਇੱਕ ਸ਼ਾਇਦ 1 2 4 ਇਦਾਂ ਹੋ ਸਕਦਾ, ਕਿਉਂਕਿ ਸਾਡੇ ਨਾਲ ਇਸ ਵੇਲੇ ਹੁਣ ਸਾਡੇ 49 ਪੀਪਲ ਜੁੜੇ ਹੋ ਆ ਜੀ। ਪਹਿਲਾਂ ਸੀਗੇ ਅਪ ਟੂ 57, ਠੀਕ ਹੈ ਜੀ। 57 ਦੇ ਨਾਲ 1 2 2 ਹੋਰ ਬੈਠੇ ਹੁੰਦੇ ਸ਼ਾਇਦ, ਠੀਕ ਹੈ ਜੀ। ਤੇ ਕਈਆਂ ਦੇ ਨਾਲ ਬੈਠੇ, ਕਈਆਂ ਦੇ ਨਾਲ ਨਹੀਂ ਵੀ ਬੈਠੇ, ਠੀਕ ਹੈ ਜੀ। ਤਕਰੀਬਨ 100 ਦੇ ਲਾਗੇ ਛਾਗੇ ਸਾਡੀ ਜਿਹੜੀ ਕਲਾਸ ਆ ਈਜ਼ੀਲੀ ਹੋ ਜਾਂਦੀ ਆ, ਠੀਕ ਹੈ ਜੀ। ਤੇ ਉਹਦੇ ਵਿੱਚ ਜਿਹੜੀ ਮੈਜੋਰਿਟੀ ਪੀਪਲ ਜਿਹੜੇ ਸਾਨੂੰ ਫੋਨ ਆਉਂਦੇ ਰਹੇ ਆ, ਉਹਨਾਂ ਦੇ ਵਿੱਚ ਉਹਨਾਂ ਨੇ ਇਹ ਰਿਕੁਐਸਟ ਕੀਤੀ ਸੀਗੀ ਕਿ ਜਦੋਂ ਤਾਂ ਇਹ ਲੋਕਡਾਊਨ ਸ਼ੁਰੂ ਹੋਇਆ ਜੀ, ਉਹਦੇ ਵਿੱਚ ਤਾਂ ਬਿਲਕੁਲ ਕੋਈ ਬਾਹਰ ਅੰਦਰ ਜਾ ਨਹੀਂ ਸੀ ਸਕਦਾ, ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਜੀ। ਤੇ ਆ ਪਿਛਲੇ ਕੋਈ ਮਹੀਨੇ ਕੁ ਤੋਂ ਇਹ ਥੋੜਾ ਈਜ਼ ਹੋਇਆ ਸਾਰੇ ਮੁਲਕਾਂ ਦੇ ਵਿੱਚ। ਤੁਹਾਡੇ ਆਪਣੇ USA ਦੇ ਵਿੱਚ ਵੀ ਸੇਮ ਚੀਜ਼ ਹੈਗੀ ਹੈ ਜੀ। ਤੇ ਉਹਦੇ ਵਿੱਚ ਵੀ ਇੱਦਾਂ ਹੈ ਕਿ ਜਦੋਂ ਹੁਣ ਬੱਚੇ ਆਉਂਦੇ ਆ, ਜਿੱਦਾਂ ਮੈਂ ਪਹਿਲਾਂ ਵੀ ਐਕਸਪਲੇਨ ਕੀਤਾ ਜੀ, ਜਦੋਂ ਬੱਚੇ ਆਉਂਦੇ ਤਾਂ ਉਹਨਾਂ ਨੂੰ ਕੋਈ ਟਾਈਮ ਦੇਣਾ ਚਾਹੁੰਦੇ ਆ, ਉਹਨਾਂ ਦੇ ਨਾਲ ਵੀ ਮਿਲਣਾ ਗਿਲਣਾ ਚਾਹੁੰਦੇ ਆ। ਤੇ ਕੋਈ ਸ਼ਾਇਦ ਬਾਹਰ ਵੀ ਅੰਦਰ ਵੀ ਜਾਣਾ ਚਾਹੁੰਦਾ ਹੋਵੇ, ਜਾਂ ਫਿਰ ਆਪਣੀ ਕੋਈ ਸ਼ਾਪਿੰਗ ਵਗੈਰਾ ਵੀ ਕਰਨੀ ਚਾਹੁੰਦੇ ਹੋਊਗੇ, ਤਾਂ ਉਹਦੇ ਵਿੱਚ ਮੈਂ ਸਮਝਦਾ ਹਾਂ ਕਿ ਜੇ ਸਾਡੇ ਵੱਲੋਂ ਤਾਂ ਭਾਵੇਂ 7 ਦਿਨ ਹੋ ਜਾਂਦੀ ਕੋਈ ਗੱਲ ਨਹੀਂ, ਪਰ ਉਹਦੇ ਨਾਲ ਪ੍ਰੈਜੈਂਟੇਸ਼ਨ ਵੀ ਕਰਨੀ ਹੁੰਦੀ ਹੈ, ਇਸ ਕਰਕੇ ਸਾਡੇ ਕੋਲ ਪ੍ਰੋਜੈਕਟਰ ਵੀ ਲਿਮਟਿਡ ਹੀ ਆ। ਤੇ ਉਹ ਵੀ ਥੋੜੀ ਜਿਹੀ ਦਿੱਕਤ ਸੀਗੀ। ਤੇ ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਇਹ ਡਿਸਾਈਡ ਕੀਤਾ ਸੀਗਾ ਕਿ 5 ਦਿਨ ਵੀ ਕਲਾਸ ਚੱਲ ਜਾਵੇ। ਇਹ ਵੀ ਬਹੁਤ ਵਧੀਆ ਜੀ। ਅਜੇ ਪਤਾ ਨਹੀਂ ਕਿਹੜੀ ਚੇਂਜਸ ਆਉਣੀ ਹੈ ਜੀ ਫਿਊਚਰ ਦੇ ਵਿੱਚ ਵੀ, ਜਦੋਂ ਆਹ ਲੋਕਡਾਊਨ ਥੋੜਾ ਧੀਮਾ ਹੋ ਗਿਆ, ਉਹ ਤੇ ਗਾਹਾਂ ਸੈਪਟੈਂਬਰ ਦੇ ਵਿੱਚ ਕੀ ਹੋ ਰਿਹਾ ਇਹ ਕੋਈ ਪਤਾ ਨਹੀਂ ਜੀ ਅਜੇ। ਤੇ ਜਿੱਦਾਂ ਦਾ ਟਾਈਮ ਹੋਗਾ, ਟਾਈਮ ਟੂ ਟਾਈਮ ਆਪਾਂ ਉਹਨੂੰ ਦੇਖਦੇ ਜਾਵਾਂਗੇ। ਪਰ ਇਸ ਵੇਲੇ ਇਹ ਡਿਸੀਜਨ ਇਸੇ ਕਰਕੇ ਲਈ ਗਈ ਹੈ ਜੀ। ਤੇ ਹੋਰ ਕਿਸੇ ਨੇ ਕੋਈ ਆਪਣਾ ਸੁਝਾਅ ਦੇਣਾ ਹੋਵੇ ਤਾਂ ਜ਼ਰੂਰ ਦੇ ਸਕਦੇ ਆ। ਤੇ ਅਸੀਂ ਸੌਰੀ ਹਾਂ ਜੀ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਮਹਿਸੂਸ ਕਰੋ ਕਿ ਅਸੀਂ ਕੋਈ ਟਾਈਮ ਚੇਂਜ ਕਰ ਸਕਦੇ ਹਾਂ। ਤੁਸੀਂ ਕਿਹੜਾ ਟਾਈਮ ਸੁਜੈਸਟ ਕਰਦੇ ਹੋ? ਮੈਂ ਤਾਂ ਐਨੀ ਟਾਈਮ, ਪਰ ਤੁਸੀਂ ਆਪਣੀ ਸੰਗਤ ਕੋਲੋਂ ਪੁੱਛੋ, ਅਗਰ ਉਹ ਜਿਹੜਾ ਉਹਨਾਂ ਨੂੰ ਸੂਟ ਕਰਦਾ, ਸ਼ਾਪਿੰਗ ਕਰ ਆਉਣ, ਸਾਰਾ ਦੁਕਾਨਾਂ ਖੁੱਲਣ ਤੋਂ ਪਹਿਲੇ, ਦੁਕਾਨਾਂ ਖੁੱਲਣ ਤੋਂ ਬੰਦ ਹੋਣ ਤੋਂ ਬਾਅਦ ਸਹੀ। Only for one day, only for Saturday. ਇੱਕ ਸੈਟਰਡੇ ਦੀ ਗੱਲ ਹੈਗੀ ਹੈ। ਹਾਂਜੀ ਦੇਖੋ, ਉਹ ਵੀ ਸੋਚਣ ਨਾ ਜਿਹੜੇ 5 ਦਿਨ ਕੰਮ ਕਰਦੇ ਨੇ, 6ਵੇਂ ਦਿਨ ਜੁੜਦੇ ਨੇ ਜਾ ਕੇ ਕਿ ਵੀ ਚਲੋ ਅਸੀਂ ਅੱਜ ਸੁਣ ਲਈ, ਮੌਕਾ ਮਿਲਿਆ। ਉਹਨਾਂ ਬਾਰੇ ਵੀ ਇਦਾਂ ਵਿਚਾਰ ਹੋਈ ਸੀਗੀ ਜੀ। ਉਹਨਾਂ ਦੇ ਵਿੱਚੋਂ ਬਹੁਤੇ ਨਹੀਂ ਹੈਗੇ, ਬਹੁਤ ਥੋੜੇ ਆ, ਬਹੁਤ ਲਿਮਿਟਡ ਆ, ਸ਼ਾਇਦ 1 ਜਾਂ 2, ਇਹ ਤੇ ਵਾਧੂ ਹੈ ਨਹੀਂ ਜੀ। ਮੈਂ ਵੈਸੇ ਤਾਂ 1 ਵੀ ਬਹੁਤ ਹੁੰਦਾ ਜੀ ਮਿਸਿੰਗ। ਉਹਦੇ ਵਿੱਚ ਅਸੀਂ ਖੇਮਾ ਦੇ ਜਾ ਚੁੱਕੇ ਹਾਂ ਸਾਰਿਆਂ ਦੇ ਕੋਲੋਂ ਵੀ ਜੇ ਉਹਨਾਂ ਦੇ ਵਾਸਤੇ ਅਸੀਂ ਨਹੀਂ ਕੇਟਰ ਕਰ ਸਕਦੇ ਤਾਂ ਅਸੀਂ ਸੌਰੀ ਹਾਂ। ਪਰ ਕਈ ਇੱਦਾਂ ਮਜਬੂਰੀਆਂ ਜਿੱਦਾਂ ਹੈਗੀਆਂ, ਉਹਦੇ ਮੁਤਾਬਕ ਆਪਾਂ ਕਰਦੇ ਹਾਂ। ਹੋ ਸਕਦਾ ਚਲੋ ਫਿਊਚਰ ਦੇ ਵਿੱਚ ਵੀ ਆਪਾਂ ਚੇਂਜ ਕਰ ਦਿਆਂਗੇ ਜੇ ਜਿੱਦਾਂ ਲੋੜ ਹੁੰਦੀ ਗਈ। ਤੇ ਸਾਨੂੰ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਥੋੜੀ ਦਿੱਕਤ ਆਉਂਦੀ ਸੀਗੀ, ਇਸ ਕਰਕੇ ਸਾਨੂੰ ਉੱਧਰ ਵੀ ਦੇਖਣਾ ਪੈਣਾ। ਤੇ ਇਹ ਰੀਜ਼ਨ ਸੀਗੇ ਜੀ ਜਿਨ੍ਹਾਂ ਕਰਕੇ ਇਹ ਅੱਜ ਇਹ ਅਨਾਊਂਸਮੈਂਟ ਕਰਨੀ ਪਈ ਆ। ਪਰ ਅਜੇ ਪਤਾ ਕੋਈ ਨਹੀਂ ਜੀ ਕਿਸ ਡਾਇਰੈਕਸ਼ਨ ਨੂੰ ਜਾਣੀ, ਜਿੱਦਾਂ ਟਾਈਮ ਬੀਤਦਾ ਜਾਣਾ। ਅਜੇ ਕੱਲ ਨੂੰ ਪਤਾ ਨਹੀਂ ਕਿਹੜੇ, ਕੀ ਪਤਾ ਮੁੜ ਕੇ ਲੋਕਡਾਊਨ ਹੋ ਜਾਣਾ, ਪ੍ਰਮਾਤਮਾ ਨਾ ਕਰੇ ਇਦਾਂ ਹੋਵੇ। ਪਰ ਜਿਸ ਹਿਸਾਬ ਨਾਲ ਇਹ ਫੋਰਕਾਸਟ ਕਰਦੇ ਆ, ਉਹ ਸੈਪਟੈਂਬਰ ਅਕਤੂਬਰ ਦੇ ਵਿੱਚ ਕਹਿੰਦੇ ਆ ਕਿ ਸ਼ਾਇਦ ਮੁੜ ਕੇ ਰਾਊਂਡ 2 ਦੇ ਵਿੱਚ ਆ ਜਾਊਗੀ, ਤਾਂ ਫਿਰ ਸ਼ਾਇਦ ਮੁੜ ਕੇ ਰਿਸਟ੍ਰਿਕਸ਼ਨਾਂ ਲੱਗ ਜਾਣਗੀਆਂ। ਸੋ ਇਸ ਕਰਕੇ ਪਤਾ ਨਹੀਂ ਜੀ, ਟਾਈਮ ਟੂ ਟਾਈਮ ਆਪਾਂ ਚੇਂਜ ਕਰਦੇ ਰਹਾਂਗੇ। ਫॉर द ਟਾਈਮ ਬੀਇੰਗ ਇਸ ਤਰ੍ਹਾਂ ਚੱਲ ਲੈਣ ਦਿੰਦੇ ਆ ਜੀ। ਤੇ ਆਪਾਂ ਫਿਰ ਰਿਵਿਊ ਕਰਦੇ ਰਹਾਂਗੇ ਥੋੜਾ ਟਾਈਮ ਪਾ ਕੇ। ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜਿਹੜੇ ਜੁਆਇਨ ਕਰਦੇ ਆ। ਔਰ ਤੁਸੀਂ ਵੀ, ਅਸੀਂ ਬਹੁਤ ਖੁਸ਼ਕਿਸਮਤ ਹਾਂ ਜੀ ਸਾਰੇ ਹੀ। ਤੁਸੀਂ ਦੇਖੋ ਕਿੱਥੇ ਬੈਠੇ, ਸਾਡੇ ਆ ਭੈਣ ਹਰਵਿੰਦਰ ਕੌਰ ਦਿੱਲੀ ਤੋਂ ਆਉਂਦੇ ਆ ਹੈ ਜੀ, ਹੋਰ ਵੀ ਤਰਨਤਾਰਨ ਤੋਂ ਸਾਡੇ ਸਕੱਤਰ ਕੌਰ ਜੀ, ਤੇ ਹੋਰ ਸਾਰੇ ਦੁਨੀਆ ਤੋਂ, ਮਤਲਬ ਆਪਣੇ ਜਰਮਨ ਤੋਂ ਵੀ ਸਾਡੇ ਨਾਲ ਬੈਠੇ। ਕਿੰਨੇ ਖੁਸ਼ਕਿਸਮਤ ਆ ਵੀ ਇੱਕ ਐਸ ਮੀਡੀਅਮ ਮਾਧਿਅਮ ਰਾਹੀਂ ਆਪਾਂ ਸਾਰਿਆਂ ਦੇ ਨਾਲ ਜੁੜਦੇ ਹਾਂ। ਤੇ ਇੱਦਾਂ ਹੀ ਆਪਾਂ ਚਾਹੁੰਦੇ ਹਾਂ ਵੀ ਲੌਂਗ ਟਰਮ ਵਾਸਤੇ ਇੱਦਾਂ ਚੱਲਦਾ ਰਹੇ, ਤੇ ਇਹ ਤੋਂ ਵੀ ਗਾਹਾਂ ਹੋਰ ਜ਼ਿਆਦਾ ਜੁੜਨ। ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਮਤਲਬ ਖੁਸ਼ ਰੱਖਣ ਦੀ। ਪਰ ਤੁਹਾਨੂੰ ਪਤਾ ਵੀ ਟੱਬਰ ਦੇ ਵਿੱਚ 10-15 ਜਣੇ ਹੁੰਦੇ, ਉਹਨਾਂ ਦੇ ਵਿਚਾਰ ਵੀ ਮਿਲਣੇ ਬੜੇ ਮੁਸ਼ਕਿਲ ਹੈ। ਪਰ ਫਿਰ ਵੀ ਅਸੀਂ ਕੋਸ਼ਿਸ਼ ਅੱਜ ਤਾਈਂ ਕੀਤੀ ਹੈ, ਤੇ ਉਹਦੇ ਨਾਲ ਹੁਣ ਤਾਈਂ ਇਹ ਚੱਲਦਾ ਰਿਹਾ। ਪਰ ਚਲੋ ਉਹਦਾ ਰੀਜ਼ਨ ਸਾਨੂੰ ਜਿਹੜਾ ਦੱਸਿਆ ਗਿਆ ਉਹ ਤੁਹਾਡੇ ਸਾਹਮਣੇ ਰੱਖ ਦਿੱਤਾ।
ਫॉर ਦਾ ਟਾਈਮ ਬੀਇੰਗ ਅਸੀਂ ਇੱਦਾਂ ਚਲਾ ਲਵਾਂਗੇ, ਉਹਦੇ ਬਾਅਦ ਚ ਆਪਾਂ ਫਿਰ ਰਿਵਿਊ ਕਰ ਲਵਾਂਗੇ। ਠੀਕ ਹੈ ਜੀ, ਹਾਂਜੀ ਧੰਨਵਾਦ ਜੀ ਤੁਹਾਡਾ ਜਗਜੀਤ ਕੌਰ ਜੀ ਵੀ, ਤੇ ਹੋਰ ਵੀ ਕਿਸੇ ਨੇ, ਹੁਣ ਤਾਂ ਕੋਈ ਨਹੀਂ ਅਨਮਿਊਟ ਨਹੀਂ ਹੈਗੇ ਜੀ, ਸੋ ਇਸ ਕਰਕੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ, ਗਿਆਨੀ ਜੀ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਵਾਲ ਜਵਾਬ ਪੁੱਛੇ ਆ, ਉਹਨਾਂ ਦਾ ਵੀ ਧੰਨਵਾਦ। ਤੇ ਕੱਲ ਨੂੰ ਆਪਾਂ ਮੁੜ ਕੇ ਫੇਰ ਆਵਾਂਗੇ ਜੀ 2 ਵਜੇ, ਤੇ ਉੱਤੇ ਇਜਾਜ਼ਤਾਂ ਬਖਸ਼ੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।